करो क्या प्राणी, जो किछ होवा सो सब चलना। तिसै सरेवो ता सुख पावो, सर्ब निरंतर रव रहया। ढड्डै ढाहै उसारै आपे, ज्यों तिस भावै तिवै करे। कर कर वेखै हुक्म चलाए, तिस निस्तारे जा कौ नदर करे। नाना रवत रहे घट अंतर, हर गुण गावै सोई। आपे आप मिलाए करता, पुनरप जन्म ना होई। ततै तारू भवजल होवा, ताका अंत न पाया। ना तर ना तुलहा हम बूढ़स, तार लेह तारण राया। थथै थान थनंतर सोई, जाका किया सब होवा। क्या भरम क्या माया माया कहिए, जो तिस भावै सोई भला। थथै थान थनंतर सोई, जाका किया सब होवा। क्या भरम क्या माया कहिए, जो तिस भावै सोई भला। वाहिगुरु जी का खालसा, वाहिगुरु जी की फतेह। परम सन्मान योग साहिब श्री गुरु ग्रंथ साहिब सच्चे पातशाह जी दी पावन पवित्र खाजूरी अंदर शोभायमान गुरु सवारे सत संगी जनों, सन्मान योग भाई सतिंदर बीर सिंह जी ਅੰਮ੍ਰਿਤ ਗੁਰਬਾਣੀ ਕੀਰਤਨ ਸਰਵਨ ਕਰਾ ਰਹੇ ਸਨ। ਲੜੀਵਾਰ ਹਜ਼ੂਰ ਦੀ ਆਸਾ ਰਾਗ ਵਿੱਚ ਪੱਟੀ ਸਰਲੇਖ ਥੱਲੇ ਜੋ ਰੂਹਾਨੀ ਗਿਆਨ ਨਾਲ ਭਰਪੂਰ ਅੰਮ੍ਰਿਤ ਬਾਣੀ ਉਚਾਰਨ ਕੀਤੀ ਹੈ, ਉਸ ਦੀ ਵਿਚਾਰ ਆਪਾਂ ਕਰ ਰਹੇ ਹਾਂ। ਇੱਕ ਤਾਂ ਸਮੇਂ ਦੀ ਚਾਲ ਅਨੁਸਾਰ, ਗੁਰੂ ਗ੍ਰੰਥ ਸਾਹਿਬ ਅਨੁਸਾਰ, 12 ਮਾਹਾਂ ਦੀ ਬਾਣੀ ਅਨੁਸਾਰ ਅੱਜ ਨਵੇਂ ਸਾਲ ਦੀ ਆਰੰਭਤਾ ਹੋਈ ਹੈ। ਆਪ ਸੰਗਤ ਨੂੰ ਗੁਰਮਤਿ ਵਿੱਚ ਰੰਗਿਆ ਹੋਇਆ ਸਮਾਂ ਇਹ ਬਤੀਤ ਹੋਵੇ, ਇਸ ਸੰਬੰਧੀ ਥੋੜੀ ਜਿਹੀ ਬੇਨਤੀ ਮੈਂ ਜ਼ਰੂਰ ਕਰਾਂਗਾ, ਕਿਉਂਕਿ ਵਕਤ ਅਸੀਂ ਪੂਜਦੇ ਨਹੀਂ, ਮਿਲੇ ਹੋਏ ਵਕਤ ਵਿੱਚ ਅਕਾਲ ਦੀ ਪੂਜਾ ਜ਼ਰੂਰ ਕਰਨੀ ਹੈ। ਅਸੀਂ ਸਮੇਂ ਚੰਗੇ ਮੰਦੇ ਨੂੰ ਜਾਣ ਕੇ ਨਫ਼ਰਤ ਨਹੀਂ ਕਰਦੇ, ਬੰਦੇ ਦੀ ਸੁਰਤ ਫੈਸਲਾ ਕਰਦੀ ਹੈ ਕਿਹੜਾ ਵਕਤ ਚੰਗਾ ਤੇ ਕਿਹੜਾ ਮੰਦਾ ਹੈ। ਆਓ
ਜੋ ਕੱਲ ਅਸੀਂ ਪਿੱਛੇ ਵਿਚਾਰਿਆ ਸੀ ਉਸ ਨੂੰ ਸਿਰਫ ਸੰਖੇਪ ਜਿਹਾ ਆਪਾਂ ਦੁਹਰਾ ਲਵਾਂਗੇ। ਉਸ ਤੋਂ ਅੱਗੇ ਵਿਚਾਰ ਪ੍ਰਾਰੰਭ ਕਰਾਂਗੇ। ਆਪ ਇਸ ਅਸਥਾਨ ਤੇ ਬੈਠੇ ਹੋਏ, ਦੂਰ ਨੇੜੇ ਦੇਸ਼ ਵਿਦੇਸ਼ ਵਿੱਚ ਬੈਠੇ ਹੋਏ ਜੋ ਪ੍ਰਾਣੀ ਸਰਵਣ ਕਰ ਰਹੇ ਹੋ, ਬਖਸ਼ੋ ਅਸੀਸ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਕੱਲ ਪੂਰਬ ਸੰਧਿਆ ਜੋ ਹੈ, ਕੱਲ ਦਾ ਸ਼ਾਮ ਦਾ ਦੀਵਾਨ ਜੋ ਸੀ, ਉਸ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਜੱਜੇ ਅੱਖਰ ਰਾਹੀਂ ਜੋ ਸਤਿਗੁਰਾਂ ਨੇ ਉਪਦੇਸ਼ ਦਿੱਤਾ, ਆਪਾਂ ਨੇ ਉਸ ਦੀ ਵਿਚਾਰ ਪ੍ਰਾਰੰਭ ਕੀਤੀ ਸੀ। ਉਹ ਬਚਨ ਸਤਿਗੁਰੂ ਅਰਦਾਸ ਕਰ ਰਹੇ ਨੇ ਕਿ ਪ੍ਰਮਾਤਮਾ ਤੇਰੇ ਦਰ ਦੇ ਉੱਪਰ ਮੰਗਤ ਜਨ ਖਲੋਤਾ ਹੈ ਤੇ ਤੁਸੀਂ ਮੈਨੂੰ ਉਹ ਸੋਝੀ, ਉਹ ਸਮੱਤ, ਉਹ ਗਿਆਨ, ਉਹ ਜਾਣਕਾਰੀ ਦਿਓ ਜਿਹੜੀ ਸੱਚਮੁੱਚ ਰੂਹਾਨੀਅਤ ਦਾ ਯਥਾਰਥ ਹੈ। ਭੁਲੇਖਾ ਭਰਮ ਦੁਬਿਧਾ ਨਾ ਮਨ ਚ ਰੱਖੇ। ਇੱਕ ਤਾਂ ਯਥਾਰਥ ਗਿਆਨ ਬਖਸ਼ੋ, ਕਿਉਂਕਿ ਇਹ ਜੀਵ 84 ਲੱਖ ਜੂਨਾਂ ਵਿੱਚੋਂ ਭਟਕਦਾ ਆਇਆ ਹੈ। ਅਸਲੀਅਤ ਤੋਂ ਬਿਨਾਂ ਇਹਦੇ ਅੰਦਰ ਨੂੰ ਟਿਕਾ ਨਹੀਂ ਮਿਲਣਾ। ਕੱਲ ਆਪਾਂ ਗਿਆਨ ਸੰਬੰਧੀ ਕੁਝ ਬੇਨਤੀਆਂ ਕੀਤੀਆਂ। ਉਸ ਵਿੱਚ ਦਾਸ ਨੇ ਇੱਕ ਅਰਜ਼ ਕੀਤੀ ਸੀ, ਇਸ ਸੰਸਾਰ ਦੇ ਕੋਈ ਥਾਂ ਐਸੀ ਨਹੀਂ ਜਿੱਥੇ ਰੱਬ ਨੇ ਗਿਆਨ ਨਹੀਂ ਖਿਲਾਰਿਆ ਹੋਇਆ। ਸੱਚ ਇਹ ਵੇ, ਇੱਕ ਨਿੱਕੇ ਜਿਹੇ ਮਿੱਟੀ ਦੇ ਜ਼ਰਰੇ ਤੋਂ ਲੈ ਕੇ ਵੱਡੇ ਤੋਂ ਵੱਡੇ ਪਹਾੜ ਤੱਕ ਉਸ ਮਿੱਟੀ ਵਿੱਚ, ਪੱਥਰ ਵਿੱਚ ਵੀ ਰੱਬ ਨੇ ਗਿਆਨ ਰੱਖਿਆ ਹੋਇਆ ਹੈ। ਇੱਕ ਪਾਣੀ ਦੇ ਕਤਰੇ ਤੋਂ ਲੈ ਕੇ ਅਸਗਾਹ ਸਮੁੰਦਰ ਤੱਕ ਰੱਬ ਨੇ ਪਤਾ ਨਹੀਂ ਬਾਹਰਮੁਖੀ ਕਿੰਨਾ ਕੁ ਗਿਆਨ ਬਖੇਰਿਆ ਹੋਇਆ ਹੈ। ਕੱਲ ਅਸੀਂ ਗਿਆਨ ਖੰਡ ਦੇ ਸੰਬੰਧ ਵਿੱਚ ਥੋੜੀ ਜੀ ਵਿਚਾਰ ਕੀਤੀ, ਪਰ ਮੈਂ ਸੰਖੇਪ ਜੀ ਉਹਨੂੰ ਫਿਰ, ਕਿਉਂਕਿ ਜੋ ਅਸੀਂ ਕੱਲ ਵਾਚਿਆ ਹੈ, ਆਤਮਿਕ ਗਿਆਨ ਜਿਸ ਨੂੰ ਸੋਝੀ ਹੋ ਜਾਂਦੀ ਹੈ, ਉਹ ਪਰਪੰਚ ਪਖੰਡ ਤੋਂ ਦੂਰ ਹੋ ਜਾਂਦਾ ਹੈ। ਪਰ ਸੱਚ ਇਹ ਵੇ, ਅਧਿਆਤਮਿਕ ਗਿਆਨ ਦਾ ਚੋਲਾ ਓੜ ਕੇ ਜਿਹੜਾ ਅੰਦਰੋਂ ਹਨੇਰੇ ਵਿੱਚ ਡੁੱਬਾ ਹੈ ਤੇ ਬਾਹਰੋਂ ਚਾਨਣ ਹੈ, ਸਤਿਗੁਰੂ ਕਹਿੰਦੇ ਨੇ ਉਹ ਬੰਦਾ ਬੜਾ ਨੁਕਸਾਨ ਕਰਦਾ ਹੈ। ਆਪ ਆਸਾ ਕੀ ਵਾਰ ਵਿੱਚ ਇੱਕ ਬਚਨ ਪੜ੍ਹਦੇ ਹੋ, ਲੈ ਪਹਾੜ ਕਰੇ ਵਿਆਹ, ਕੱਢ ਕਾਗਲ ਦੱਸੈ ਰਾਹ। ਅਗਲਾ ਬਚਨ ਸੁਣ ਵੇਖੋ ਲੋਕਾ ਇਹੋ ਵਿਡਾਨ। ਸਭ ਤੋਂ ਵੱਡੀ ਹੈਰਾਨਗੀ ਦੀ ਗੱਲ ਇਹ ਵੇ, ਮਨ ਅੰਧਾ ਨੌ ਸੁਜਾਨ। ਅੰਦਰ ਹਨੇਰੇ 'ਚ ਡੁੱਬਾ ਹੈ, ਬਾਹਰ ਸੱਚੀ ਮੁੱਚੀ ਲੋਕ ਸਿਆਣਾ ਕਹਿੰਦੇ ਆ। ਇੱਥੇ ਮਹਾਰਾਜ ਜੀ ਨੇ ਜੱਜੇ ਰਾਹੀਂ ਕਿਹਾ, ਸਾਨੂੰ ਉਹ ਜਾਣਕਾਰੀ ਦਿਓ ਜਿਹੜੀ ਯਥਾਰਥ ਹੈ। ਝੱਜੇ ਅੱਖਰ ਰਹੀ ਕਿਹਾ, ਪ੍ਰਾਣੀ ਨਾ ਝੂਰ, ਜੋ ਤੇਰੇ ਮੱਥੇ ਤੇ ਰੱਬ ਨੇ ਲਿਖਿਆ ਤੈਨੂੰ ਮਿਲੇਗਾ, ਮਿਲ ਰਿਹਾ ਹੈ। ਜਿੰਨੀ ਮਰਜ਼ੀ ਛਾਲਾਂ ਮਾਰਨੀ ਖੋਣਾ, ਉਹ ਕੁਝੇ ਜੋ ਕੁਦਾ ਹੁਕਮ ਵਰਤਣਾ ਹੈ। ਮਹਾਰਾਜ ਜੀ ਨੇ ਫਿਰ ਨਿੰਝੇ ਅੱਖਰ ਰਾਹੀਂ ਇਹ ਬਚਨ ਕੀਤਾ ਵੀ ਤੈਨੂੰ ਤਾਂ ਦੇਖ ਸਕਣਾ ਜੇ ਤੇਰੀ ਨਦਰ ਹੋਵੇ ਤਾਂ। ਉਸ ਤੋਂ ਬਾਅਦ ਟੈਂਕੇ ਅੱਖਰ ਰਾਹੀਂ ਸਮਝਾਇਆ, ਕਿਸ ਖਲਜਗਨ 'ਚ ਪੈ ਗਏ, ਘੜੀ ਜਾਂ ਮੌਤ ਵਿੱਚ ਬਸ ਤੇਰੀ ਤਿਆਰੀ ਹੈ ਇੱਥੋਂ ਚੱਲਣ ਦੀ। ਉਸ ਤੋਂ ਬਾਅਦ ਅਸੀਂ ਠੱਠੇ ਅੱਖਰ ਤੇ ਆ ਕੇ ਰੁਕੇ ਸੀ, ਅਰਥ ਮੈਂ ਕਰ ਦਿੱਤੇ ਸਨ, ਪਰ ਮੈਂ ਅੱਜ ਦੀ ਵਿਚਾਰ ਉਸੇ ਤੋਂ ਸ਼ੁਰੂ ਕਰਾਂਗਾ। ਇਹ ਬਚਨ ਹੈ, ਠੱਠਾ ਠਾਂਡ ਵਰਤੀ ਤਿੰਨ ਅੰਤਰ। ਇਹ ਜ਼ਰੂਰੀ ਸੀ ਕਿ ਠੱਠੇ ਅੱਖਰ ਰਾਹੀਂ 35 ਦੇ ਠੱਠੇ ਅੱਖਰ ਦੁਆਰਾ ਸਮਝਾ ਰਹੇ ਨੇ। ਉਹਨਾਂ ਲੋਕਾਂ ਅੰਦਰ, ਉਹਨਾਂ ਗੁਰਮੁਖਾਂ ਅੰਦਰ ਠੰਡ ਵਰਤ ਗਈ
ਇਹ ਆਪ ਨੂੰ ਕੱਲ ਬੇਨਤੀ ਕੀਤੀ ਸੀ ਕਿ ਠਾੜ ਪਾਠ ਵੀ ਆਉਂਦਾ ਹੈ ਤੇ ਅਰਥ ਕਰ ਲੱਗਿਆ ਸਾਨੂੰ ਠਾਂਡ ਤੇ ਠਾੜ ਦਾ ਅੰਤਰ ਜ਼ਰੂਰ ਜਾਣਨਾ ਪਏਗਾ। ਮਹਾਰਾਜ ਕਹਿੰਦੇ ਠੱਠਾ ਠਾਂਡ ਵਰਤੀ ਤਿੰਨ ਅੰਤਰ। ਉਹਨਾਂ ਦੇ ਧੁਰ ਅੰਦਰ ਵਿੱਚ ਠੰਡ ਵਰਤ ਕੇ, ਕਿੰਨਾਂ ਦੇ ਅੰਦਰ? ਹਰ ਚਰਨੀ ਜਿਨ ਕਾ ਚਿੱਤ ਲਾਗਾ, ਜਿਨ੍ਹਾਂ ਦਾ ਚਿੱਤ ਪਾਰ ਬ੍ਰਹਮ ਪਰਮੇਸ਼ਵਰ ਦੇ ਚਰਨਾਂ ਵਿੱਚ ਲੱਗ ਗਿਆ। ਤੇ ਮਹਾਰਾਜ ਕਹਿੰਦੇ ਚਿੱਤ ਲਾਗਾ ਸਹੀ ਜਨ ਨਿਸਤਰੇ, ਜਿਨ੍ਹਾਂ ਦਾ ਚਿੱਤ ਲੱਗ ਗਿਆ ਉਹੀ ਗੁਰਮੁਖ ਪਿਆਰੇ ਭਵ ਸਾਗਰ ਤੋਂ ਤਰ ਗਏ। ਤਉ ਪ੍ਰਸਾਦੀ ਸੁਖ ਪਾਇਆ, ਤੇਰੀ ਕਿਰਪਾ ਦੇ ਨਾਲ ਅੰਦਰ ਦੀ ਠੰਡ ਰਾਹੀਂ ਤੇਰੀ ਬਖਸ਼ਿਸ਼ ਨਾਲ ਉਹਨਾਂ ਨੇ ਆਤਮਿਕ ਸੁਖ ਪਾਇਆ ਹੈ। ਇਹ ਜ਼ਰੂਰੀ ਤਾਂ ਸੀ ਜੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਦਿਨ ਉਹਨਾਂ ਪਹਿਲੀ ਉਦਾਸੀ ਆਰੰਭ ਕੀਤੀ, ਉਸ ਦਿਨ ਉਹਨਾਂ ਨੇ ਆਪਣੀ ਸੁਰਤ ਵਿੱਚ ਬਹੁਤ ਕੁਝ ਦੇਖਿਆ। ਇਸ ਲਫ਼ਜ਼ ਨੂੰ ਫਿਰ ਮੈਂ ਰਿਪੀਟ ਕਰਨ ਲੱਗਾ, ਮੈਂ ਨੇਤਰ ਸ਼ਬਦ ਨਹੀਂ ਵਰਤਿਆ, ਇੱਥੇ ਲਫ਼ਜ਼ ਮੈਂ ਸੁਰਤ ਵਰਤਿਆ ਹੈ, ਕਿਉਂਕਿ ਮੈਨੂੰ ਪਤਾ ਹੈ ਅੱਜ ਬਾਹਰਮੁਖੀ ਗੁਰੂ ਗ੍ਰੰਥ ਸਾਹਿਬ ਦੇ ਅਰਥ ਕਰਦੇ ਅਸੀਂ ਸੁਰਤ ਦੇ ਚਕਸ਼ਵਾਂ ਨੂੰ ਛੇਤੀ ਕੀਤਿਆਂ ਸਵੀਕਾਰ ਨਹੀਂ ਕਰਦੇ, ਕਿਉਂਕਿ ਸਾਨੂੰ ਪਤਾ ਹੈ ਜਿਹੜੀਆਂ ਅੱਖਾਂ ਚੰਮ ਦਿਸਦੀਆਂ ਨੇ, ਦੇਖਦੀਆਂ ਨੇ, ਬਸ ਇਹਨਾਂ ਦਾ ਦੇਖਣਾ ਹੀ ਆਖਰੀ ਗਿਆਨ ਹੈ। ਇਹ ਬਿਲਕੁਲ ਝੂਠ ਹੈ। ਮਹਾਰਾਜ ਬਚਨ ਕਰਦੇ ਆ, ਨਾਨਕ ਸੇ ਅੱਖੀਆਂ ਅਖੜੀਆਂ ਬਿਆਨ, ਬਿਆਨ ਦਾ ਅਰਥ ਹੋਰ ਨੇ। ਆਹ ਤੇਰੀਆਂ ਅੱਖਾਂ ਕਿਸੇ ਦੇ ਫੇਸ ਨੂੰ ਦੇਖਣਗੀਆਂ, ਅਸਮਾਨ ਨੂੰ, ਧਰਤੀ ਨੂੰ, ਤਾਰਿਆਂ ਨੂੰ ਦੇਖਣਗੀਆਂ, ਪਰ ਸੱਚ ਇਹ ਵੇ ਜਿਨ੍ਹਾਂ ਨੇ ਪਿਆਰੇ ਵਾਹਿਗੁਰੂ ਜੀ ਦੇ ਦੀਦਾਰ ਕੀਤੇ ਨੇ ਪਿਆਰਿਆ, ਉਹ ਨੇਤਰ ਚੰਮ ਵਾਲੇ ਨਹੀਂ, ਉਹ ਨੇਤਰ ਬ੍ਰਹਮ ਦੇਖਣ ਵਾਲੇ ਨੇ। ਨਾਨਕ ਸੇ ਅਖੜੀਆਂ ਬਿਆਨ ਜਿਨੀ ਦਸੰਦੋ ਮਾਂ ਪਿਰੀ, ਜਿਨ੍ਹਾਂ ਨੇ ਮੇਰੇ ਪਿਆਰੇ ਨੂੰ ਦੇਖਿਆ। ਇੱਕ ਹੋਰ ਬਚਨ ਹੁੰਦਾ ਬਾਣੀ 'ਚ, ਮਹਾਰਾਜ ਨੇ ਫਰਮਾਇਆ ਕਿ ਸੁਰਤੀ ਕੈ ਮਾਰਗ ਚੱਲ ਕੇ ਉਲਟੀ ਨਜ਼ਰ ਪ੍ਰਗਾਸੀ। ਹੁਣ ਸੁਰਤ ਨਾਲ ਦੇਖਣਾ, ਭਾਵਾਂ ਕਿ ਅਸੀਂ ਦੇਖਦੇ ਸਾਰੇ ਹਾਂ ਜੀ, ਯਾਦ ਰੱਖਿਓ ਅਸੀਂ ਮਨ ਦੀਆਂ ਅੱਖਾਂ ਨਾਲ ਵੀ ਦੇਖਦੇ ਹਾਂ। ਫਿਰ ਇਸ ਨੂੰ ਥੋੜ੍ਹਾ ਜਿਹਾ ਮੈਂ ਦੁਹਰਾ ਦੇਣਾ, ਕਿਹੜਾ ਬੰਦਾ ਜਿਹੜਾ ਸਾਡੇ 'ਚ ਅੱਖਾਂ ਤੋਂ ਬਿਨਾਂ ਨਹੀਂ ਦੇਖਦਾ? ਅਸੀਂ ਜੋ ਕੁਝ ਅੱਖਾਂ ਨਾਲ ਦੇਖ ਲੈਂਦੇ ਹਾਂ ਉਹਨੂੰ ਮਨ ਆਪਣੇ ਵਿੱਚ ਸੰਭਾਲ ਕੇ ਰੱਖ ਲੈਂਦਾ ਹੈ। ਤੇ ਆਪ ਜੀ ਜਦੋਂ ਕਿਤੇ ਦੇਖੋ ਨੇਤਰ ਬੰਦ ਕਰਕੇ ਬੈਠੋ, ਪਾਠ ਕਰਦੇ ਹੋਈਏ, ਕਈ ਵਾਰੀ ਇੱਥੋਂ ਤੱਕ ਕਿ ਯਤਨ ਕਰੋ ਵੀ ਸੁਰਤ ਟਿਕਾ ਕੇ ਸ਼ਬਦ ਵੀ ਜੁੜਨਾ ਹੈ। ਹਕੀਕਤ ਇਹ ਵੇ ਅੱਖਾਂ ਬੰਦ ਹੁੰਦੀਆਂ ਨੇ, ਸੁਰਤੀ ਦੀਆਂ ਅੱਖਾਂ ਉਹ ਕੁਝ ਮਾਣੀ ਜਾਂਦੀਆਂ ਨੇ ਜੋ ਦ੍ਰਿਸ਼ਟਮਾਨ ਅੱਖਾਂ ਵੀ ਦੇਖਿਆ। ਫਿਰ ਬੇਨਤੀ, ਆਹ ਅੱਖਾਂ ਤਾਂ ਬੰਦ ਨੇ ਨਾ, ਪਰ ਅਸੀਂ ਜੋ ਕੁਝ ਦੇਖਿਆ ਇਹਨਾਂ ਅੱਖਾਂ ਨੂੰ ਬੰਦ ਕਰਕੇ ਉਹ ਦ੍ਰਿਸ਼ ਫਿਰ ਦੇਖੀ ਜਾਂਦੇ ਹਾਂ। ਗੁਰੂ ਸਾਹਿਬ ਦਾ ਇੱਕ ਬਚਨ ਹੈ, ਸੁਰਤ ਦੀ ਅੱਖ ਹੁੰਦੀ ਹੈ ਜੀ, ਸੁਰਤੀ ਕੈ ਨਦਰ। ਮਹਾਰਾਜ ਜੀ ਨੇ ਸੁਰਤੀ ਕੈ ਮਾਰਗ ਚੱਲ ਕੇ ਉਲਟੀ ਨਦਰ ਪ੍ਰਗਾਸੀ, ਮਨ ਵਿਚਾਰ ਦੇਖ ਬ੍ਰਹਮ ਗਿਆਨੀ, ਕੌਣ ਗ੍ਰਹੀ ਕੌਣ ਉਦਾਸੀ। ਬਾਣੀ 'ਚ ਇੱਕ ਬਚਨ ਹੋਰ ਹੀ ਆਉਂਦਾ, ਅੱਖੀ ਬਾਝੋਂ ਵੇਖਣਾ। ਮੈਂ ਫਿਰ ਅਰਜ਼ ਕਰਾਂਗਾ ਜੀ, ਇੱਥੇ ਜਿਹੜਾ ਮਹਾਰਾਜ ਜੀ ਨੇ ਕਿਰਪਾ ਕੀਤੀ, ਗੁਰੂ ਨਾਨਕ ਸਾਹਿਬ ਨੇ ਸੁਰਤ ਦੇ ਨੇਤਰ ਨਾਲ ਦੇਖਿਆ। ਦੇਖੋ ਇਹ ਪੌੜੀ ਪੜ੍ਹ ਦਿਆਂਗਾ ਭਾਈ ਗੁਰਦਾਸ ਸਾਹਿਬ ਦੀ, ਕਿਉਂਕਿ ਅੱਜ ਮੇਰੀ ਇੱਛਾ ਸੀ ਗੁਰਮੁਖੋ ਕੋਈ ਟਾਵਾਂ ਟਾਵਾਂ ਹੈ ਜਿਹਦੇ ਸਰੀਰ ਵਿੱਚ, ਜਿਹਦੇ ਅੰਦਰ ਠੰਡ ਵਰਦੀ ਏ। ਨਹੀਂ ਤੇ ਸੱਚ ਇਹ, ਜਿਸ ਦੁਨੀਆ ਵਿੱਚ ਕਿਤੇ ਵੀ ਚਲੇ ਜਾਓ, ਕੋਈ ਘਰ ਤੇ ਕੋਈ ਸਰੀਰ ਐਸਾ ਨਹੀਂ ਜਿਹਦੇ ਵਿੱਚ ਅੱਗ ਨਾ ਧੁਖਦੀ ਹੋਵੇ। ਇੱਥੇ ਮਹਾਰਾਜ ਨੇ ਅੱਜ ਇਸ ਗੱਲ ਤੇ ਜ਼ੋਰ ਦਿੱਤਾ ਹੈ। ਉਹ ਪੌੜੀ ਹੈ ਭਾਈ ਗੁਰਦਾਸ ਸਾਹਿਬ ਦੀ। ਉਸ ਪੌੜੀ ਦਾ ਪਾਠ ਹੈ ਕਿ ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਪਰ ਆਪਾਂ ਸਿਰ ਵਿੱਚੋਂ ਤੁਕ ਲੈਣੀ ਹੈ ਇਸ ਦੇ ਅਰਥ ਕਰਨ ਲਈ ਕਿ ਠੱਠਾ ਠਾਂਡ ਵਰਤੀ ਤਿੰਨ ਅੰਤਰ। ਉਹਨਾਂ ਦੇ ਅੰਦਰ ਠੰਡ ਵਰਤ ਗਈ ਜਿਨ੍ਹਾਂ ਦਾ ਚਿੱਤ ਰੱਬ ਦੇ ਚਰਨਾਂ ਨਾਲ ਜੁੜ ਗਿਆ। ਜੇ ਠੰਡ ਦੀ ਗੱਲ ਕਰਾਂਗੇ, ਤਪਸ਼ ਦੀ ਸਾਨੂੰ ਵਿਆਖਿਆ ਕਰਨੀ ਪਏਗੀ। ਇਹ ਕੁਦਰਤੀ ਤੌਰ ਤੇ ਪਰਮੇਸ਼ਵਰ ਦੀ ਬਣਾਈ ਰਚਨਾ 'ਚ ਤੁਸੀਂ ਇੱਕ ਪਾਸੇ ਹੋ ਕੇ ਨਹੀਂ ਚੱਲ ਸਕਦੇ। ਜੇ ਤੁਸੀਂ ਪੁੰਨ ਦੀ ਪਾਪ ਗੱਲ ਕਰੋਗੇ ਤੇ ਪਾਪ ਤਾਂ ਦੱਸਣਾ ਹੀ ਪੈਣਾ ਹੈ ਨਾ। ਜੇ ਤੁਸੀਂ ਨਰਕ ਦੀ ਗੱਲ ਕਰਦੇ ਹੋ, ਸਵਰਗ ਦੀ ਕਰਦੇ ਹੋ, ਨਰਕ ਬਾਰੇ ਕੋਈ ਜਾਣਕਾਰੀ ਦੇਣੀ ਪਏਗੀ। ਜੇ ਸਨਮੁਖ ਦੀ ਗੱਲ ਕਰਾਂਗੇ ਤੇ ਵੇਮੁਖ ਦੇ ਔਗਣ ਤਾਂ ਸਾਹਮਣੇ ਆਉਣਗੇ। ਸੱਚ ਇਹ ਵੇ, ਜੇ ਸੰਤ ਦੀ ਗੱਲ ਕਰਾਂਗੇ ਤੇ ਸਾਕਤ ਦਾ ਜ਼ਿਕਰ ਜ਼ਰੂਰ ਚੱਲੇਗਾ। ਇਹੀ ਕਾਰਨ ਕਿ ਮਹਾਰਾਜ ਜੀ ਨੇ ਅੰਮ੍ਰਿਤ ਬਾਣੀ 'ਚ ਇਹਨਾਂ ਦੋਨਾਂ ਜੋਟੀਦਾਰ ਸ਼ਬਦਾਂ ਦੀ ਵਿਆਖਿਆ ਕੀਤੀ ਹੈ। ਮਹਾਰਾਜ ਜੀ ਨੇ ਸ਼ਬਦ ਵਰਤਿਆ, ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਘਾਲ ਕਮਾਈ,
ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ। ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਣਸਿਓ ਬਣਿਆਈ। ਬਾਬਾ ਪੈਦਾ ਸੱਚਖੰਡ, ਨੌਨਿਧ ਨਾਮ ਗਰੀਬੀ ਪਾਈ। ਉਸ ਵਿੱਚ ਇੱਕ ਤੁਕ ਸੁਣਿਓ ਗੁਰਮੁਖੋ, ਚਲੋ ਇੱਥੇ ਅਰਥ ਸਪਸ਼ਟ ਹੋ ਗਿਆ ਜੀ। ਬਾਬਾ ਪੈਦਾ ਸੱਚਖੰਡ, ਨੌਨਿਧ ਨਾਮ ਗਰੀਬੀ ਪਾਈ। ਅੱਗੇ ਫਿਰ ਭਾਈ ਸਾਹਿਬ ਕਹਿੰਦੇ ਨੇ, ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸਾਈ। ਹੁਣ ਬਾਹਰਮੁਖੀ ਤਾਂ ਸੁਲਤਾਨਪੁਰ ਵੀ ਅੱਗ ਨਹੀਂ ਲੱਗੀ ਕਿਤੇ। ਇੱਥੇ ਜਿਹੜੇ ਭਾਈ ਸਾਹਿਬ ਨੇ ਸ਼ਬਦ ਵਰਤਿਆ, ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸਾਈ। ਗੁਰੂ ਨਾਨਕ ਸਾਹਿਬ ਧਿਆਨ ਵਿੱਚ ਦੇਖਦੇ ਪਿਆ ਕਿ ਸਾਰਾ ਸੰਸਾਰ ਜਿਹੜਾ ਹੈ ਉਹ ਅੱਗ ਦੀਆਂ ਲਪਟਾਂ ਦੇ ਨਾਲ ਸੜਦਾ ਪਿਆ ਹੈ। ਥੋੜਾ ਜਿਹਾ ਉਹਨੂੰ ਬਾਣੀ 'ਚ ਦੇਖੀਏ। ਮੈਂ ਦੋਨੋਂ ਪੱਖ ਰੱਖਾਂਗਾ, ਠੰਡ ਵੀ ਤੇ ਤਪਸ਼ ਵੀ। ਮਹਾਰਾਜ ਜੀ ਦੀ ਇਹ ਬਚਨ ਵੀ ਜਲਤੀ ਸਭ ਪ੍ਰਿਥਵੀ ਦਿਸਾਈ। ਹੁਣ ਜਦੋਂ ਤੁਸੀਂ ਮੈਡੀਕਲ ਸਾਇੰਸ ਨੂੰ ਆਪਾਂ ਪੜ੍ਹਨੇ ਆ, ਜੇ ਕਿਸੇ ਬੰਦੇ ਦਾ ਟੈਂਪਰੇਚਰ ਵਧਿਆ ਹੋਵੇ ਤੇ ਆਪਾਂ ਕਹਿੰਦੇ ਇਹਦਾ ਪਿੰਡਾ ਤਪਦਾ, ਇਹਨੂੰ ਬੁਖਾਰ ਹੈ, ਇਹ ਅੱਗ ਦੀ ਤਰ੍ਹਾਂ ਭਖਦਾ ਪਿਆ। ਪਰ ਬਾਕੀ ਕਦੀ ਕਿਸੇ ਦੱਸਿਆ ਕਿ ਇਸ ਬੰਦੇ ਦੇ ਸਰੀਰ ਦੇ ਅੰਦਰ ਜਿੱਥੇ ਹਾਰਟ ਹੈ, ਕਿਡਨੀਆਂ ਨੇ, ਲੰਗਸ ਹੈ, ਉੱਥੇ ਇਸ ਬੰਦੇ ਦੇ ਅੰਦਰ 4 ਅੱਗ ਦੇ ਦਰਿਆ ਪੈ ਵਗਦੇ ਨੇ। ਪਰ ਉਹ ਮੈਡੀਕਲ ਸਾਇੰਸ ਨਹੀਂ ਦੱਸੇਗੀ, ਉਹਨੂੰ ਗੁਰਬਾਣੀ ਗੱਲ ਕਰੇਗੀ। ਉਹ ਅੱਗ ਕੀ ਹੈ? ਮੈਂ ਬੇਨਤੀ ਕਰਾਂ, ਉਸ ਅੱਗ ਦਾ ਜ਼ਿਕਰ ਮਹਾਰਾਜ ਜੀ ਨੇ ਕੀਤਾ, ਹੰਸ, ਖੇਤ, ਲੋਭ, ਕੋਪ। ਆਹ ਹੈ ਕਿ ਅੱਗ ਕਿਹੜੀ ਤਪਦੀ ਪਈ ਹੈ। 4 ਸ਼ਬਦ ਨੇ, ਹੰਸ, ਖੇਤ, ਲੋਭ, ਕੋਪ, ਚਾਰੇ ਨਦੀਆਂ, ਅੱਗ। ਹੰਸ ਦਾ ਲਫ਼ਜ਼ੀ ਅਰਥ ਤੇ ਹਿੰਸਾ ਹੈ। ਆਪ ਨੂੰ ਇਹ ਵੀ ਪਤਾ ਹੋਵੇ, ਮੈਂ ਇੱਕ ਵਾਰ ਕਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਸ਼ਬਦਾਵਲੀ ਦੀ ਇੰਨੀ ਵਿਲੱਖਣਤਾ ਹੈ। ਤੁਸੀਂ ਇੱਕ ਲਫ਼ਜ਼ ਲੈ ਕੇ ਤੁਰੇ ਫਿਰੀ, ਆਪਾਂ ਕਹੀਏ ਵੀ ਇਹਦੇ ਸਾਨੂੰ ਗਹਿਰੇ ਅਰਥ ਦੱਸੋ। ਗੁਰਮੁਖੋ, ਗੁਰਬਾਣੀ ਵਿੱਚ ਇਹ ਵਿਲੱਖਣਤਾ ਹੈ। ਜਿੰਨੀ ਦੇਰ ਤੱਕ ਤੁਹਾਨੂੰ ਉਹ ਸ਼ਬਦ ਕਿਸ ਤੁਕ ਵਿੱਚ ਵਰਤਿਆ ਹੈ, ਪੂਰੀ ਤੁਕ ਨਹੀਂ ਪਤਾ, ਉਨੀ ਦੇਰ ਤੱਕ ਅਰਥ ਸਪਸ਼ਟ ਨਹੀਂ ਦੱਸੇ ਜਾ ਸਕਣਗੇ। ਹੁਣ ਸ਼ਬਦ ਆਇਆ ਹੰਸ। ਹੁਣ ਇੱਕ ਪਾਸੇ ਹੰਸ ਦਾ ਮੈਂ ਅਰਥ ਕੀਤਾ ਹੈ ਹਿੰਸਾ, ਤੇ ਦੂਜਾ ਬਾਣੀ 'ਚ ਇੱਕ ਬਚਨ ਆਉਂਦਾ ਹੈ, ਆਤਮਾ ਵੀ ਹੰਸ ਹੈ। ਮਹਾਰਾਜ ਨੇ ਇਹ ਸ਼ਬਦ ਵਰਤਿਆ, ਉੱਡਿਆ ਹੰਸ ਦਸਾਏ ਰਾਹ। ਉੱਥੇ ਹੰਸ ਦਾ ਅਰਥ ਹੈ ਆਤਮਾ। ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਹੋ, ਇੱਕ ਪਾਠ ਹੋਰ ਵੀ ਆਉਂਦਾ, ਗੁਰਮੁਖ ਲਈ ਵੀ ਸ਼ਬਦ ਵਰਤਿਆ ਹੰਸ। ਮਹਾਰਾਜ ਕਹਿੰਦੇ, ਸਰਵਰ ਹੰਸ ਧੁਰੇ ਕੀ ਮੇਲਾ, ਖਸਮੈ ਏਵੈ ਭਾਣਾ। ਉੱਥੇ ਹੰਸ ਦਾ ਲਫ਼ਜ਼ੀ ਅਰਥ ਗੁਰਮੁਖ ਹੈ। ਮੈਂ ਬੇਨਤੀ ਕਰਾਂਗਾ, ਇਹਦੀ ਡਿਟੇਲ 'ਚ ਨਾ ਹੀ ਹੋਰ ਜਾਵਾਂ, ਕਿ ਦੇਖੋ ਹੰਸ ਸ਼ਬਦ ਜਿਹੜਾ ਹੈ ਉਹ ਗੁਰਮੁਖ ਲਈ ਹੈ, ਹੰਸ ਸ਼ਬਦ ਆਤਮਾ ਲਈ ਹੈ। ਹੰਸ ਸ਼ਬਦ ਮਹਾਰਾਜ ਜੀ ਨੇ ਹਿੰਸਾ ਲਈ ਵਰਤਿਆ। ਇੱਥੇ ਸ਼ਬਦ ਹੈ ਹੰਸ। ਸਭ ਤੋਂ ਪਹਿਲੀ ਬੰਦੇ ਅੰਦਰ ਜਿਹੜੀ ਅੱਗ ਮੱਚਦੀ ਹੈ, ਸੱਚੀ ਮੁੱਚੀ ਉਹ ਹਿੰਸਾ ਦੀ ਹੈ। ਹਿੰਸਾ ਦਾ ਅਰਥ ਕ੍ਰੋਧ ਨਾਲ ਵੀ ਥੋੜਾ ਜਿਹਾ ਜੁੜ ਕੇ ਦੇਖਾਂਗੇ। ਉਂਝ ਹਿੰਸਾ ਦਾ ਅਰਥ ਅਸੀਂ ਮਾਰਨ ਨਾਲ ਜੋੜਨੇ ਹਾਂ। ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਲੇ ਗੁਰਸਿੱਖੋ, ਸੱਚ ਇਹ ਵੇ, ਕਈ ਲੋਕਾਂ ਦੇ ਹੱਥ ਵਿੱਚ ਬੰਦੂਕ, ਪਿਸਤੌਲ, ਤਲਵਾਰ, ਗੋਲੀ, ਸ਼ਸਤਰ ਕੁਝ ਨਹੀਂ ਹੁੰਦਾ, ਪਰ ਉਹ ਆਪਣੇ ਨੇੜੇ ਦੇ ਨੂੰ ਵੀ ਤਪਾਉਣ ਵਾਸਤੇ ਹਿੰਸਾ ਕਰ ਦਿੰਦੇ ਨੇ, ਕਿਉਂਕਿ ਉਹਨਾਂ ਦੀ ਜ਼ਬਾਨ ਹੀ ਆਤਿਸ਼ਬਾਜ਼ੀ ਬਣੀ ਹੁੰਦੀ ਏ, ਜ਼ਬਾਨ ਹੀ ਸ਼ੁਰੂ ਹੁੰਦੀ ਏ। ਉਹ ਜਦੋਂ ਜ਼ਬਾਨ ਨਾਲ ਬੋਲਦੇ ਨੇ, ਅਗਲੇ ਦਾ ਅੰਦਰ ਸਾੜ ਕੇ ਰੱਖ ਦਿੰਦੇ ਨੇ। ਇਹਨੂੰ ਥੋੜਾ ਜਿਹਾ ਮੈਂ ਫਿਰ ਬਾਣੀ 'ਚ, ਕੋਈ ਸ਼ਬਦ ਬਾਣੀ ਤੋਂ ਬਾਹਰ ਨਿਕਲ ਕੇ ਨਹੀਂ। ਮੈਂ ਇੱਕ ਦਿਨ ਅਰਜ਼ ਕੀਤੀ ਸੀ ਕਿ ਜਿਸ ਬੰਦੇ ਦੀ ਜ਼ਬਾਨ ਕਿਸੇ ਦੂਜੇ ਨੂੰ ਸਾੜਦੀ ਹੈ ਨਾ, ਉਹਦੇ ਲਈ ਤੁਸੀਂ ਹੋਰ ਬੁਰਾ ਕੀ ਕਰ ਸਕਦੇ ਹੋ? ਮੰਨ ਲਓ ਕਿਸੇ ਬੰਦੇ ਦੀ ਜ਼ਬਾਨ ਬੁਰਾ ਬੋਲ ਕੇ, ਫਿੱਕਾ ਬੋਲ ਕੇ ਸਾਡੇ ਅੰਦਰ ਨੂੰ ਸਾੜਦੀ ਏ, ਸੱਚੀ ਮੁੱਚੀ ਉਹਦੇ ਬਾਰੇ ਕੁਛ ਨਾ ਬੋਲੋ, ਕਿਉਂਕਿ ਮਾਚਿਸ ਦੀ ਤੀਲੀ ਜਿੰਨੀ ਦੇਰ ਤੱਕ ਆਪਣਾ ਮੂੰਹ ਨਾ ਸਾੜੇ, ਓਨੀ ਦੇਰ ਤੱਕ ਦੂਜੇ ਨੂੰ ਸਾੜ ਨਹੀਂ ਸਕਦੀ। ਕਿਸੇ ਬੰਦੇ ਦੀ ਜ਼ਬਾਨ ਕਿਸੇ ਦੇ ਅੰਦਰ ਨੂੰ ਸਾੜੇਗੀ। ਇੱਕ ਗੱਲ ਜ਼ਿਹਨ ਵਿੱਚ ਰੱਖ ਕੇ ਤੁਰਿਓ, ਉਹ ਖੁਦ ਅੰਦਰੋਂ ਸੜਿਆ ਹੋਇਆ, ਸੜੀ ਕੋਈ ਚੀਜ਼ ਹੀ ਸਾੜ ਸਕਦੀ ਹੈ। ਜਿਹੜੀ ਸੜੀ ਨਹੀਂ, ਉਹ ਦੂਜੇ ਨੂੰ ਕਿਹੜੀ ਚਿੰਗਾਰੀ ਨਹੀਂ ਲਾ ਸਕਦੀ। ਪਹਿਲੀ ਗੱਲ ਤਾਂ ਉਹਦਾ ਆਪਣਾ ਅੰਦਰ ਸੜਿਆ। ਇਸੇ ਕਰਕੇ ਬਾਬਾ ਜੀ ਨੇ ਇੱਕ ਸ਼ਬਦ ਆਸਾ ਕੀ ਵਾਰ 'ਚ ਬੋਲਿਆ, ਫਿੱਕਾ ਮੈਂ ਸ਼ਬਦ ਵਰਤਾ। ਫਿੱਕਾ ਬੋਲ ਕੇ ਕਿਸੇ ਦਾ ਅੰਦਰ ਸੜ ਗਿਆ, ਪਰ ਬਾਬਾ ਜੀ ਕਹਿੰਦੇ ਜਿਹਨੇ ਬੋਲਿਆ ਉਹ ਤਾਂ ਖੁਦ ਫਿੱਕਾ ਹੈ। ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ। ਇਹਦਾ ਮਤਲਬ ਮਾਨਸਿਕ ਪੱਧਰ ਤੇ ਪਹਿਲੀ ਜਿਹੜੀ ਅੱਗ ਹੈ ਉਹ ਹਿੰਸਾ ਦੀ ਹੈ, ਕਿ ਬੰਦਾ ਫਿਜ਼ੀਕਲ ਤੌਰ ਤੇ ਵੀ ਹਿੰਸਾ ਕਰਦਾ ਹੈ,
ਜ਼ਬਾਨ ਨਾਲ ਬੋਲ ਕੇ ਵੀ ਕਰਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਹਿਲੀ ਅੱਗ ਦਾ ਜਿਹੜਾ ਦਰਿਆ ਬੰਦੇ ਅੰਦਰ ਚੱਲਦਾ ਹੈ ਉਹ ਹਿੰਸਾਤਮਕ ਬਿਰਤੀ ਹੈ। ਦੂਜੀ ਅੱਗ ਜਿਹੜੀ ਉਹਦੇ ਲਈ ਸ਼ਬਦ ਵਰਤਿਆ ਖੇਤ। ਹਾਲਾਂਕਿ ਖੇਤ ਲਫ਼ਜ਼ ਦੇ ਅਰਥ ਅਸੀਂ ਪਿਆਰ ਕਰਨੇ ਆ, ਬਾਬਾ ਜੀ ਨੇ ਸ਼ਬਦ ਖੇਤ ਵੀ ਵਰਤਿਆ। ਉਂਝ ਵੈਸੇ ਖੇਤ ਦੇ ਬਹੁ ਅਰਥ ਗੁਰੂ ਗ੍ਰੰਥ ਸਾਹਿਬ ਚ ਆਉਂਦੇ ਨੇ। ਮੋਹ ਸਾਈ ਵਸਤ ਪ੍ਰਾਪਤ ਹੋਈ ਜਿਸੋਂ ਲਾਇਆ ਖੇਤ। ਖੇਤ ਦਾ ਅਰਥ ਹੈ ਮੋਹ। ਮਹਾਰਾਜ ਕਹਿੰਦੇ ਦੂਜੀ ਅੱਗ ਜਿਹੜੀ ਉਹ ਮੋਹ ਦੀ ਹੈ। ਜਿਵੇਂ ਗੁਰੂ ਸਾਹਿਬ ਨੇ ਸ਼ਬਦ ਵਰਤਿਆ ਪਹਿਲੀ ਹਿੰਸਾ ਦਾ ਦਰਿਆ, ਦੂਸਰਾ ਮੋਹ ਦਾ ਦਰਿਆ, ਤੀਸਰਾ ਮਹਾਰਾਜ ਜੀ ਵਰਤਿਆ ਹੰਸ ਏਤ ਲੋਭ, ਲਾਲਚ ਵੀ ਇੱਕ ਅੱਗ ਦਾ ਦਰਿਆ ਹੈ। ਚੌਥਾ ਸ਼ਬਦ ਵਰਤਿਆ ਕੋਪ। ਇਹਦਾ ਮਤਲਬ ਕੇਵਲ ਗੁੱਸਾ ਅੱਗ ਨਹੀਂ, ਕੇਵਲ ਹੰਕਾਰ ਅੱਗ ਨਹੀਂ। ਗੁਰੂ ਨਾਨਕ ਸਾਹਿਬ ਮੁਤਾਬਕ ਜਿਹੜੇ ਅੰਦਰ ਦੇ ਇਹ ਔਗਣ ਨੇ ਇਹ ਖੁਦ ਆਪਣੇ ਆਪ ਵਿੱਚ ਅੱਗ ਦੇ ਦਰਿਆ ਨੇ। ਹੰਸ ਖੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵਹਿ ਦੱਜਹਿ ਨਾਨਕਾ। ਮਹਾਰਾਜ ਕਹਿੰਦੇ ਜਿਹੜੇ ਇਹਦੇ ਚ ਡਿੱਗ ਪਏ ਉਹ ਸੜ ਗਏ, ਪਰ ਕੌਣ ਤਰਦੇ ਨੇ? ਤਰੀਆ ਕਰਮੀ ਲੱਗ, ਜਿਨ੍ਹਾਂ ਉੱਪਰ ਪਰਮਾਤਮਾ ਦੀ ਕਿਰਪਾ ਹੋ ਜਾਏ ਅੱਗ ਦੇ ਦਰਿਆ ਵਿੱਚੋਂ ਵੱਜ ਜਾਂਦੇ ਨੇ। ਮੈਂ ਬੇਨਤੀ ਕੀਤੀ ਹੈ ਚਾਰ ਸ਼ਬਦ ਵਰਤੇ, ਥੋੜਾ ਜਿਹਾ ਹੋਰ ਦੇਖੋ ਬਾਣੀ ਚੋਂ ਦੇਖੀ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਬੜੀ ਸ਼ਬਦਾਵਲੀ ਜਿਹੜੀ ਮੈਂ ਇੱਕ ਦਿਨ ਕਿਹਾ ਸੀ ਕਿ ਜਿਹੜੇ ਅੱਜ ਕੱਲ੍ਹ ਅਸੀਂ ਸ਼ਹਿਰਾਂ 'ਚ ਵੀ ਸ਼ਬਦ ਬੋਲਦੇ ਹਾਂ ਉਹ ਬਹੁਤ ਘੱਟ ਗਿਣਤੀ 'ਚ ਵਰਤੇ ਆ। ਤਕਰੀਬਨ ਸਾਡੇ ਪੇਂਡੂ ਕਲਚਰ ਨਾਲ ਸੰਬੰਧਿਤ ਜ਼ਿਆਦਾ ਸ਼ਬਦਾਵਲੀ ਗੁਰੂ ਗ੍ਰੰਥ ਸਾਹਿਬ ਵਿੱਚ। ਇੱਕ ਮਹਾਰਾਜ ਦੀ ਬਾਣੀ ਦਾ ਬਚਨ ਹੁੰਦਾ ਹੈ ਕਿ ਕਿਵੇਂ ਸੰਸਾਰ ਧੁਖ ਰਿਹਾ। ਇੱਕ ਹੁੰਦਾ ਅੱਗ ਭਬਾਕਾ ਮਾਰ ਕੇ, ਭਬਾਕਾ ਸਮਝਦੇ ਨਾ, ਇੱਕੋ ਦਮ ਮੱਚ ਜਾਂਦੀ ਹੈ। ਇੱਕ ਹੁੰਦੀ ਹੈ ਭਬਾਕਾ ਨਹੀਂ ਵੱਜਦਾ ਪਰ ਅੰਦਰੇ ਅੰਦਰ ਫੂਕਦੀ ਰਹਿੰਦੀ ਹੈ। ਇਹਦੇ ਲਈ ਦੋਨੋਂ ਸ਼ਬਦ ਬਾਬਾ ਫਰੀਦ ਸਾਹਿਬ ਨੇ ਵਰਤੇ। ਇੱਕ ਬਚਨ ਹੈ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜਗ, ਉੱਚਾ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਉੱਥੇ ਅੱਗ ਲਫ਼ਜ਼ ਵਰਤੇ। ਇੱਕ ਉਹਨਾਂ ਦਾ ਸ਼ਲੋਕ ਹੁੰਦਾ ਕਿਜ ਨਾ ਬੁੱਝੈ ਕਿਜ ਨਾ ਸੁਝੈ ਦੁਨੀਆ ਗੁੱਜੀ ਪਾਹੇ। ਹੁਣ ਗੁੱਜੀ ਪਾਏ ਦਾ ਅਰਥ ਹੈ ਕਿ ਚਿਹਰੇ ਤੇ ਮੁਸਕਰਾਹਟ ਹੈ, ਪਰ ਹਕੀਕਤ ਇਹ ਵੇ ਕਿ ਬੰਦੇ ਦੇ ਅੰਦਰ ਜਿਹੜੀ ਉਹ ਅੱਗ ਮੱਚੀ ਜਾਂਦੀ ਹੈ। ਗੁੱਜੀ ਅੱਗ ਆਪਾਂ ਸਮਝਦੇ ਨਾ। ਇਹਨੂੰ ਇੱਕ ਸ਼ਬਦ ਬਾਣੀ ਵਿੱਚ ਹੋਰ ਵਰਤਿਆ ਧੁੱਖਾਂ ਜਿਉਂ ਮਾਲੀ ਹੀ। ਮਲੀ ਦੀ ਅੱਗ ਜਿਹੜੀ ਹੁੰਦੀ ਅਸੀਂ ਦੇਖਦੇ ਹਾਂ ਬਾਹਰੋਂ ਧੂੰ ਨਿਕਲਦਾ ਪਿਆ, ਇੰਜ ਲੱਗਦਾ ਬਿਲਕੁਲ ਸ਼ਾਂਤ ਜਿਹਾ, ਪਰ ਜਿੱਦਣ ਰੂੜੀ ਨੂੰ ਮਲੀ ਸ਼ਬਦ ਵਸੀ ਵਰਤਨੇ ਆ, ਰੂੜੀ ਨੂੰ ਮਲੀ ਨੂੰ ਆਪਾਂ ਥੋੜਾ ਜਿਹਾ ਹੱਥ ਮਾਰਨੇ ਥੱਲਿਓ ਨੀਲੀ ਸਵਾਹ ਹੀ ਸਵਾਹ ਨਿਕਲਦੀ। ਇਹਨੂੰ ਸੁਖਮਨੀ ਸਾਹਿਬ ਜੀ ਕਹੇ ਮਹਾਰਾਜ ਜੀ ਨੇ ਅੰਤਰ ਅਗਨ ਬਾਹਰ ਤਨ ਸਵਾਹ। ਅੰਦਰੋਂ ਗੁੱਜੀ ਅੱਗ ਚੱਲਦੀ ਪਈ, ਇੱਕ ਉਹ ਵੀ ਅੱਗ ਹੈ। ਮੈਂ ਬੇਨਤੀ ਕਰਾਂ ਉਸ ਅੱਗ ਵਿੱਚ ਵੀ ਬੰਦਾ ਸੜ ਰਿਹਾ ਹੈ। ਗੁਰੂ ਸਾਹਿਬ ਨੇ ਇੱਥੇ ਬਖਸ਼ਿਸ਼ ਕੀਤੀ, ਕਹਿੰਦੇ ਨੇ ਇਹ ਅੱਗ ਲੱਗਦੀ ਫਿਰ ਕਿਉਂ ਹੈ। ਮੈਂ ਤੁਕ ਆਪ ਨਾਲ ਵਰਤੀ ਹੈ। ਅੱਜ ਅਸੀਂ ਸ਼ੁਰੂ ਕੀਤਾ ਠੱਠ ਠਾਂਡ ਵਰਤੀ ਤਿੰਨ ਅੰਤਰ। ਠੰਡ ਦੇ ਵਿਪਰੀਤ ਅਜੇ ਮੈਂ ਬੋਲ ਰਿਹਾ। ਪੱਗ ਕੀ ਗੁਰੂ ਸਾਹਿਬ ਨੇ ਤੇ ਸ਼ਬਦ ਵਰਤਿਆ ਭਾਈ ਸਾਹਿਬ ਨੇ ਗੁਰੂ ਜੀ ਲਈ ਕਿ ਬਾਬਾ ਦੇਖੈ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਿਸ ਆਈ। ਕਿਉਂ ਸੜ ਰਿਹਾ? ਅੱਗੋਂ ਉੱਤਰ ਦਿੰਦੇ ਆ, ਕਹਿਣ ਲੱਗੇ ਬਾਝੋਂ ਗੁਰੂ ਗੁਬਾਰ ਹੈ ਖੈ ਖੈ ਕਰਦੀ ਸੁਣੀ ਲੁਕਾਈ। ਗੁਰੂ ਤੋਂ ਬਿਨਾਂ ਅੰਦਰ ਸੜਦਾ ਪਿਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾ ਜਿਹੜਾ ਸ਼ਬਦ ਬਾਬਾ ਜੀ ਦਾ ਹੈ ਸ਼੍ਰੀ ਰਾਗ ਵਿੱਚ, ਉਹਦੀਆਂ ਦੋ ਰਹਾਉ ਦੀਆਂ ਤੁਕਾਂ ਨੇ। ਉਸ ਵਿੱਚ ਗੁਰਦੇਵ ਨੇ ਦੱਸਿਆ ਹੈ ਕਿ ਇਹ ਅੰਦਰ ਕਿਉਂ ਤਪਦੇ ਨੇ। ਉਹਦੀਆਂ ਰਹਾਉ ਦੀਆਂ ਤੁਕਾਂ ਨੇ ਉਸ ਸ਼ਬਦ ਦੀਆਂ, ਹਰ ਬਿਨ ਜੀਓ ਜਲ ਬਲ ਜਾਓ। ਪਰਮਾਤਮਾ ਤੋਂ ਬਿਨਾਂ ਅੰਦਰ ਸੜਦਾ ਹੈ। ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਉ। ਮੈਂ ਆਪਣੇ ਗੁਰੂ ਨੂੰ ਪੁੱਛ ਕੇ ਆਇਆ ਕਿ ਨਾਮ ਤੋਂ ਬਿਨਾਂ ਅੰਦਰ ਸੜਦਾ ਹੈ, ਤੜਫਦਾ ਹੈ, ਅੱਗ ਲੱਗਦੀ ਹੈ। ਗੁਰੂ ਸਾਹਿਬ ਦਾ ਇੱਕ ਹੋਰ ਬਚਨ ਹੈ, ਭਾਵੇਂ ਕਿ ਪੁਰਾਤਨ ਜਨਮ ਸਾਖੀ ਨੇ, ਮੈਂ ਰੋਜ਼ਾਨਾ ਯਤਨ ਕਰਨਾ ਕਿ ਗੁਰੂ ਨਾਨਕ ਸਾਹਿਬ ਦੇ ਇਤਿਹਾਸਕ ਪੱਖ ਵਿੱਚੋਂ ਵੀ, ਕਿਉਂਕਿ ਰੂਹਾਨੀ ਪੱਖ ਤੋਂ ਜੇ ਦਰਸ਼ਨ ਕਰਨੇ ਨੇ ਤੇ 19 ਰਾਗਾਂ 'ਚ ਗੁਰੂ ਨਾਨਕ ਸਾਹਿਬ ਦੇ ਦੀਦਾਰ ਹੋਣਗੇ। ਉਹ ਜਿਹੜਾ ਉਹਨਾਂ ਆਪਣਾ ਨਿੱਜੀ ਅੰਦਰ ਹੈ ਬਾਣੀ, ਜਪ 'ਚੋਂ ਬਾਬਾ ਜੀ ਦੇ ਦਰਸ਼ਨ ਹੋਣਗੇ, ਸ਼ਲੋਕ ਵਾਰਾਂ ਤੇ ਵਧੀਕ ਵਿੱਚੋਂ ਦਰਸ਼ਨ ਹੋਣਗੇ। ਤੇ ਜੇ ਆਪਾਂ ਜਿਨ ਸੁਣਿਆ ਪੇਖਿਆ ਉਹਨਾਂ ਵਿੱਚੋਂ ਦਰਸ਼ਨ ਕਰਨੇ ਹੋਣ, ਫਿਰ ਸਾਨੂੰ ਗੁਰੂ ਅਰਜੁਨ ਸਾਹਿਬ ਦੀ ਬਾਣੀ ਵਿੱਚੋਂ ਦਰਸ਼ਨ ਹੋਣਗੇ, ਭੱਟ ਸਾਹਿਬਾਨਾਂ ਵਿੱਚੋਂ ਦਰਸ਼ਨ ਹੋਣਗੇ, ਰਾਮ ਕਲੀ ਕੀ ਰਵਾਰ ਸੱਤੇ ਬਲਵੰਡ ਵਿੱਚੋਂ ਦਰਸ਼ਨ ਹੋਣਗੇ।
ਪਰ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦਾ ਇਹ ਬਚਨ, ਹਜ਼ੂਰ ਕਹਿੰਦੇ ਨੇ, ਖਰਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਉ। ਅਸੀਂ ਇੱਕ ਸਾਖੀ ਪੜ੍ਹਨੇ ਆ, ਉਹ ਸ਼ਬਦ ਭਾਵੇਂ 2 ਸ਼ਬਦ ਉੱਥੇ ਸਾਖੀਕਾਰ ਨੇ ਲਿਖੇ ਨੇ ਕਿ ਮਹਾਰਾਜ ਦੀਪਾਲਪੁਰ ਜਾਂਦੇ ਆ। ਦੀਪਾਲਪੁਰ ਜਦੋਂ ਗੁਰੂ ਸਾਹਿਬ ਜਾਂਦੇ ਆ ਤੇ ਉਸ ਵਕਤ ਰਹਿਣ ਬਸੇਰਾ ਕਰਨਾ ਹੈ, ਸ਼ਾਮ ਸੰਧਿਆ ਪੈ ਚੁੱਕੀ। ਜੇ ਪੁੱਛਦੇ ਆ ਵੀ ਅਸੀਂ ਰਾਤ ਰਹਿਣਾ, ਕੋਈ ਸਰਾਂ, ਕੋਈ ਟਿਕਾਣਾ, ਪਿੰਡ ਦੇ ਲੋਕਾਂ ਨੇ ਕੋਈ ਸਤਿਕਾਰ ਨਹੀਂ ਕੀਤਾ, ਕੋਈ ਸਨਮਾਨ ਨਹੀਂ ਕੀਤਾ, ਸੱਚਮੁੱਚ ਮਜ਼ਾਕ ਹੀ ਉਡਾਇਆ। ਕਹਿਣ ਲੱਗੇ ਜੇ ਰਾਤ ਰਹਿਣਾ ਤੇ ਆ ਬਾਹਰ ਵਾਲੇ ਪਾਸੇ ਇੱਕ ਸ਼ਾਹੂਕਾਰ ਹੈ, ਉਹਨੇ ਸਰਾਂ ਬਣਾਈ, ਉੱਥੇ ਚਲੇ ਜਾਓ। ਮਹਾਰਾਜ ਜਦੋਂ ਬਾਹਰ ਜਾਂਦੇ ਆ, ਅਸਲ 'ਚ ਕੋਈ ਸਰਾਂ ਨਹੀਂ, ਕੋਈ ਸ਼ਾਹੂਕਾਰ ਨਹੀਂ, ਉੱਥੇ ਇੱਕ ਕੋੜੀ ਹੈ। ਤੁਸੀਂ ਸ਼ਬਦ ਸਮਝ ਗਏ ਹੋਗੇ। ਅਸੀਂ ਸਾਰੇ ਕਹਿੰਦੇ ਹਾਂ ਦੀਪਾਲਪੁਰ ਦਾ ਕੋੜੀ। ਪਰ ਦਾਸ ਨੇ ਪਿਛਲੇ ਦਿਨੀ ਇੱਕ ਪੁਰਾਤਨ ਗ੍ਰੰਥ ਪੜ੍ਹਿਆ, ਉਹਦੇ ਵਿੱਚ ਉਹਦਾ ਨਾਮ ਨੂਰੀ ਲਿਖਿਆ ਹੈ। ਇਹਦਾ ਮਤਲਬ ਉਹ ਮੁਸਲਮਾਨ ਹੋਵੇਗਾ, ਉਹਦੇ ਲਈ ਸ਼ਬਦ ਨੂਰੀ ਵਰਤਿਆ ਹੈ। ਜਦੋਂ ਗੁਰਦੇਵ ਜਾਂਦੇ ਆ, ਜਨਮ ਸਾਖੀ ਨੇ ਸਿਰਫ 2 ਪੈਰੇ ਦਿੱਤੇ ਆ ਉਹਦੀ ਸਾਖੀ ਬਾਰੇ। ਜਦੋਂ ਜਾਂਦੇ ਆ ਮਹਾਰਾਜ ਦਰਵਾਜ਼ਾ ਖੜਕਾਉਂਦੇ ਨੇ, ਉਹ ਬੰਦਾ ਅੰਦਰੋਂ ਆਪਣੇ ਦੁੱਖ ਨਾਲ ਵਿਲਕ ਰਿਹਾ ਹੈ, ਕਲਪ ਰਿਹਾ ਹੈ। ਗੁਰੂ ਸਾਹਿਬ ਕਹਿੰਦੇ ਆ ਦਰਵਾਜ਼ਾ ਖੋਲ। ਉਹ ਪਤਾ ਕਿ ਅੱਗੋਂ ਉੱਤਰ ਦਿੰਦਾ ਹੈ, ਕਹਿੰਦਾ ਤੁਸੀਂ ਭੁੱਲੇ ਕੋਈ ਵੇਖੋ, ਯਾਦ ਰੱਖਿਓ ਤੇ ਲਫ਼ਜ਼ ਹੈ ਇਹ ਬੇਅਦਬੀ ਵਾਲਾ ਨਹੀਂ। ਕਹਿੰਦਾ ਤੁਸੀਂ ਭੁਲੇਖੇ 'ਚ ਆ ਗਏ ਹੋ, ਸ਼ਾਇਦ ਤੁਹਾਨੂੰ ਪਤਾ ਨਹੀਂ, ਮੇਰੇ ਤਨ ਨੂੰ ਵੇਖ ਕੇ ਪਸ਼ੂ ਤੇ ਪੰਛੀ ਵੀ ਦੂਰੋਂ ਨੱਸਦੇ ਨੇ। ਤੁਸੀਂ ਕਿਹੜੀ ਆਦਮ ਜਾਤ ਹੋ ਜਿਹੜੇ ਮੇਰੇ ਕੋਲ ਰਾਤ ਰਹਿਣ ਵਾਸਤੇ ਆ ਗਏ ਹੋ। ਜਦੋਂ ਉਹ ਵੇਦਨਾ ਭਰੀ ਗੱਲ ਕਹਿੰਦਾ ਹੈ ਤੇ ਮਹਾਰਾਜ ਕਹਿੰਦੇ ਨੇ ਤੇਰੀ ਸਰਾਂ 'ਚ ਰਾਤ ਰਹਿਣ ਆਏਗਾ। ਉਹ ਦਰਵਾਜ਼ਾ ਖੋਲਦਾ ਹੈ। ਇਤਿਹਾਸ ਕਹਿੰਦਾ ਉਹਦੇ ਗਲ ਦੇ ਵਿੱਚ ਮਿੱਟੀ ਦਾ ਭਾਂਡਾ ਸੀ, ਜੋ ਸਾਖੀ ਕਹਿੰਦੀ ਲੋਕ ਲੰਘਦੇ ਕੋਈ ਉਹਦੇ ਭਾਂਡੇ 'ਚ ਰੋਟੀ ਦਾ ਟੁਕੜਾ ਸੱਟਦੇ ਸਨ, ਕਿਉਂਕਿ ਕੋੜ ਛੂਤ ਦੀ ਬਿਮਾਰੀ ਹੈ, ਕਿਤੇ ਹੱਥ ਲਾਇਆ ਮੈਂ ਵੀ ਕੋੜੀ ਨਾ ਹੋ ਜਾਵਾਂ। ਉਹਨੂੰ ਛੂਤ ਦਾ ਰੂਪ ਸਮਝ ਲਿਆ ਉਹਨਾਂ ਨੇ। ਉਹਦੇ ਗਲੇ 'ਚ ਬਰਤਨ 'ਚ ਰੋਟੀ ਦੇ ਟੁਕੜੇ ਦੂਰੋਂ ਸੱਟਦੇ। ਉਹ ਵੇਖ ਕੇ ਨੇਤਰ ਭਰ ਕੇ ਕਹਿੰਦਾ ਬਾਬਾ ਸ਼ਬਦ ਹੀ ਵਰਦਾ ਹੈ, ਮੈਥੋਂ ਤਾਂ ਪਸ਼ੂ ਵੀ ਨੱਸਦੇ ਨੇ, ਮੇਰੇ ਤਾਂ ਆਪਣੇ ਵੀ ਕੋਈ ਨੇੜੇ ਨਹੀਂ ਟੁਕਦੇ। ਜਦੋਂ ਵਰਲਾਪ ਕਰਨ ਲੱਗਦਾ ਹੈ, ਮਹਾਰਾਜ ਆਵਾਜ਼ ਦਿੰਦੇ ਨੇ, ਮਰਦਾਨਿਆਂ ਤਨਾਸਰੀ ਦੀ ਤਾਰ ਸੁਰ ਕਰ। ਇਹ ਅਸਲ 'ਚ ਕੋੜੀ ਨਹੀਂ, ਇਹ ਅੰਦਰੋਂ ਪਛਤਾਤਾਪ ਦੇ ਅਥਰੂ ਸੱਟ ਕੇ ਸੁਰਖਰੂ ਹੋ ਚੁੱਕਾ ਹੈ। ਆਹ ਰੱਬ ਦਾ ਸ਼ਬਦ ਗਾਈਏ, ਇਹ ਤਨ ਕਰਕੇ ਤੇ ਮਨ ਕਰਕੇ ਅਰੋਜ ਹੋ ਜਾਏਗਾ। ਇਹ ਤਨ ਮਨ ਦੀ ਅਰੋਗਤਾ ਮਿਲੇ। ਉੱਥੇ ਫਿਰ ਗੁਰੂ ਸਾਹਿਬ ਸ਼ਬਦ ਉਚਾਰਨ ਕਰਦੇ ਆ, ਜੀਓ ਤਪਤ ਹੈ ਬਾਰੋ ਬਾਰ। ਹਾਂ, ਇੱਕ ਗੱਲ ਹੋਰ ਜੀ, ਕੁਝ ਸ਼ਬਦ ਐਸੇ ਨੇ ਗੁਰੂ ਗ੍ਰੰਥ ਸਾਹਿਬ 'ਚ ਜਿਹੜੇ ਇਤਿਹਾਸ ਦੀ ਵਿਆਖਿਆ ਕਰਦੇ ਆ। ਇਤਿਹਾਸ ਦਾ ਮਤਲਬ ਡੇਟਾ ਨਹੀਂ, ਤਰੀਕਾ ਨਹੀਂ, ਪਰ ਉਹ ਇਤਿਹਾਸ ਦੀ ਵਿਆਖਿਆ ਕਰਕੇ ਵੀ ਆਪਣੇ ਉਸ ਸਿਧਾਂਤ ਨੂੰ ਖਤਮ ਨਹੀਂ ਹੋਣ ਦਿੰਦੇ ਜਿਹੜਾ ਸਰਬਕਾਲੀ ਤੇ ਸਰਬ ਵਿਆਪਕ ਹੈ। ਇਹ ਲਫ਼ਜ਼ ਫਿਰ ਮੈਂ ਦੁਹਰਾ ਦਿੰਦਾ, ਇਹ ਦੁਹਰਾਨਾ ਮੈਂ ਤਾਂ ਉਹਨਾਂ ਵੀ ਗੱਲ ਮੇਰੇ ਵੀ ਸਮਝ ਛੇਤੀ ਪੈ ਜਾਏ। ਮੰਨ ਲਓ ਇੱਕ ਘਟਨਾ ਕਬੀਰ ਸਾਹਿਬ ਦੇ ਵੇਲੇ ਵਾਪਰੀ। ਜਿਸ ਵਕਤ ਉਹ ਘਟਨਾ ਵਾਪਰੀ ਉਹ ਸਾਲ ਲੰਘ ਚੁੱਕਾ, ਕਬੀਰ ਜੀ ਬੌਡੀ ਦੇ ਤੌਰ ਤੇ ਚਲੇ ਗਏ, ਪਰ ਉਹ ਵਾਪਰੀ ਕੋਈ ਇਤਿਹਾਸਕ ਘਟਨਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਉਹ ਬੀਤੇ ਹੋਏ ਇਤਿਹਾਸ ਦੀ ਗੱਲ ਕਰਦੀ ਵੀ ਵਰਤਮਾਨ ਵਿੱਚ ਆਪਣੇ ਅਰਥ ਕਦੀ ਫਿੱਕੇ ਨਹੀਂ ਪੈਣ ਦਿੰਦੀ। ਜਿਵੇਂ ਗੰਗ ਗੁਸਾਇਣ ਗੈਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ। ਇਤਿਹਾਸਕ ਘਟਨਾ ਹੈ ਨਾ ਜੀ, ਕਿ ਗੰਗਾ ਵੀ ਸੱਟਿਆ ਬੰਨ ਕੇ ਬੇੜੀਆਂ 'ਚ। ਬੇੜੀਆਂ ਦਾ ਮਤਲਬ ਸੰਗਲ, ਦੂਜੀ ਬੇੜੀ ਨਹੀਂ, ਕਸ਼ਤੀ ਨਹੀਂ। ਗੰਗ ਗੁਸਾਇਣ ਗੈਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ, ਮਨ ਨਾ ਡਿਗੈ ਤਨ ਕਾਹੇ ਕੋ ਡਰਾਏ। ਉਸ ਇਤਿਹਾਸਕ ਘਟਨਾ ਦੀ ਗੱਲ ਕਰਦਿਆਂ ਕਬੀਰ ਸਾਹਿਬ ਨੇ ਇੱਕ ਤੁਕ ਵਿੱਚ ਕਹਿ ਦਿੱਤੀ ਜਿਹੜੀ ਸਰਬਕਾਲੀ ਤੇ ਸਰਬਦੇਸ਼ੀ ਹੈ। ਜਦੋਂ ਮਨ ਅਡੋਲ ਹੋਵੇ ਤੇ ਤਨ ਫਿਰ ਕਦੀ ਡੋਲਦਾ ਨਹੀਂ ਹੁੰਦਾ, ਉਹ ਵਰਤਮਾਨ 'ਚ ਹਰ ਥਾਂ ਢੁਕੇਗੀ। ਇਸ ਤਰ੍ਹਾਂ ਜਿਵੇਂ ਇੱਕ ਸ਼ਬਦ ਆ ਪੜ੍ਹਦੇ ਹੋ, ਸੁਲਹੀ ਤੇ ਨਾਰਾਇਣ ਰਾਖ। ਇਹ ਵਾਪਰੀ ਹੈ ਜੀ ਘਟਨਾ। ਤੇ ਮੈਂ ਇੱਕ ਦਿਨ ਕਿਹਾ ਸੀ, ਇਹ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕੀਤੀ, ਆਪ ਲਿਖ ਕੇ ਦੇ ਗਏ। ਹੋ ਸਕਦਾ ਅੱਜ ਕੱਲ੍ਹ ਮੇਰੇ ਵਰਗਾ ਕਥਾ ਵਿੱਚ ਕਹਿੰਦਾ ਨਹੀਂ ਇਹ ਬਾਮਨ ਨੇ ਵਿੱਚ ਪਾ ਦਿੱਤਾ। ਜੇ ਇਕੱਲਾ ਇਤਿਹਾਸ ਹੁੰਦਾ ਤਾਂ ਮਹਾਰਾਜ ਨੇ ਬਕਾਇਦਾ ਲਿਖਿਆ, ਸੁਲਹੀ ਤੇ ਨਾਰਾਇਣ ਰਾਖ, ਸੁਲੀ ਕਾ ਹਾਥ ਕਈ ਨਾ ਪਹੁੰਚੈ, ਸੁਲੀ ਹੋਏ ਮੁਆ ਨਾ ਪਾਕ। ਹੁਣ ਅਗਲੀ ਬੇਨਤੀ ਸੁਣਿਓ, ਇਸ ਸ਼ਬਦ ਨੂੰ ਅਰਥ ਕਿਵੇਂ ਆਪਾਂ ਲਵਾਂਗੇ?
जो गुरु ने बचन कहे, सुली होए मुआ नपा, काट कुठार खसम सिर काटिया, खिनमै होए गया खाक, मंदा चितवत चितवच पचिया, जिन रचिया तिन दीना धाक, पुत्र मीत तन किचू न रहे होश, छोड़ गया सब भाई साख, कौ नानक तिस प्रभ बलिहारी, जिन जन का कीनो पूर्ण वाक। पूर्ण वाक वो अज भी वर्तमान में अर्थ रखता है कि साध बचन अटलागा। मेरी फिर बेनती, पूर्ण वाक की सी? पूर्ण वाक ये सी, मैं सब की छोड़ प्रभ तू ही ध्याया। वो पूर्ण वाक है। मेरे कहण तो मुराद मैं तां क्या भी शब्द इतिहास की गल करते हैं, पर यह नहीं भी लड़ीवार तरतीब अनुसार कोई इतिहास है। हुण तुसीं हिस्टरी में पढ़ो, कह गुरु नानक साहब, फिर गुरु अंगद देव, जदों पार्टी हिस्टरी की गल करनगे वो डेट की गल नहीं करनगे, वो सिर्फ रूहानी करनगे। जोत रूप पर आप गुरु नानक कहायो, ताते अंगद भयो, तत् स्यों तत् मिलायो, अंगद कृपा धार, अमर सतगुर थिरकियो, अमरदास अमृत छत्र गुरु रामै दियो, गुरु रामदास दर्शन परस, कै मथुरा अमृत बैण, मूर्त पंच प्रमाण पुरख, गुर अर्जुन पिखो नैण। एक सवैये जी 1469 तो लैके गुरु अर्जुन देव की तक उन्हें पूरी की पूरी अध्यात्मक हिस्टरी दस दी भी इस तरह होया। मैं थोड़ा जहा तां शब्द चो निकलिया, और शब्द कै जियो तपत कै, बारों बार अंदर वाली जिंद तपदी पई कै, सच्ची मुची लुड़छदी कै। जियो तपत कै बारों बार, तप तप खपै बहुत विकार। जो तपदा फिर क्रोजदा, वकारां च खचत हुंदा। गुरु नानक साहब कहते पता क्यों तपदा, क्यों नहीं ठंड? महाराज कहते जय तन बाणी विसर जाए, जिस तन विचों बाणी भुल जाएगी, जय तन बाणी विसर जाए, ज्यों पक्का रोगी बिलाए। सच्ची मुच्ची अंदरों सड़िया बंदा इस तरह ही हुंदा है जिवें किसी नूं कोड़ दा रोग लग जाए, वो अंदरों कलपदा है। इत्थे महाराज जी ने देखो दोनों पक्ष रख दिते। इनू फिर सुनो, जैतन बाणी विसर जाए, ज्यों पक्का रोगी वे लाए, बहुता बोलन झखण होए, विण बोले जन सब जाने सोए, जिन कन कीते अखी नाक। इत्थे ये भी गल स्पष्ट कर गए, जिस परमात्मा ने देह की अरोगता दी, तंदुरुस्ती दी, जिहदी दित्ती जबान नाल तू फटाफट बोलना पे, जिन्हें तेरे अंदर नूं मां दे पेट की अग च नहीं सड़न दिता, जिन्हें इन्नी कृपा तेरे ते कर दी, तू उन्होंने याद जरूर कर लिया कर। ओदी बाणी नूं विसारना ये अग है, जे विसर जाएगा तो। जैतन बाणी विसर जाए, ज्यों पक्का रोगी वे लाए, बहुता बोलन झखण होए, विण बोले जाने सब सोए, जिन कन कीते अखी नाक, जिन जेवा दिती बोले तात, जिन मन राख्या अग्नि पाए, वाजै पवन आखै सब जाए, जेता मोह प्रीत स्वाद, सभा कालक दागा दाग, दाग दोष मुँह चलिया लाए, दरगह बैसन ना ही जाए, कोई था ना मिली। अगे महाराज कहते हैं कर्म मिले जिन्हां ते तेरी बख्शिश हो जाए, आखण तेरा नाम, तेरा नाम वही कहणगे, अग तो बचनगे जिन्हां ते तेरी कृपा। कर्म मिले आखण तेरा नाम, जित लग तरना होर नहीं थाऊं। अगे महाराज कहते जे को डूबै फिर होवै सार। वाहिगुरू जी आ जे बख्शिश गुरु नानक साहब दे घर दी, जेड़ा बंदा मान लो वकारां विच डोबी गया, कोई ਉਹਦੇ बचन की आस नहीं। बाबा जी इंदी चढ़दी कला विच शब्द वरदे आ, मान लो हर पासों तेरे दरवाजे बंद हो जान, जेड़ा बंदा बिल्कुल गरक जाए, परमात्मा ओदी भी सार लै लैंदा है। सच्ची मुच्ची वो इन्ना दयालु है, डुबिया होयां नूं भी किनारे ला दिंदा है। जे को डूबै फिर होवै सार, नानक साचा सर्वदातार। मैं बेनती की परमेश्वर भुलना सच्ची मुच्ची अग है अंदर। इस तो अगली गल जिहड़ी जी, वो ठंड जिहड़ी कित्थों वरदी है? शब्द की ठंड बड़े कमाल दी है, अंदर नूं पूर्ण तौर पर शीतलता विच लै जाए। हुण आओ दी शीतलता दे अर्थ आ नहीं आपां करांगे। गुरु साहिब दा एक बचन हुंदा है, ना शीतलक चंद्र देव है ना शीतलंग। महाराज जी कहते चंद्रमा तेनू शीतलता नहीं दे सकदा अंदर दी, न शीतलंग बावन चंदन है, न शीतलंग शीत रुतेण। तीन चीज़ां ने। मान लो सर्दी की रुत आ जाए, आपां कहने गर्मी तो खैड़ा छुटिया, गुरु साहब कहते आ स्किन का खैड़ा छुट जाएगा
ਪਰ ਜਿਹੜਾ ਅੰਦਰ ਅੱਗ ਦੇ ਭਾਂਬੜ ਬਲਦੇ ਪੈਣ ਉਹਦਾ ਖਹਿੜਾ ਤਾਂ ਤੈਨੂੰ ਸਰਦੀ ਦੀ ਰੁੱਤ ਵੀ ਨਹੀਂ ਦਵਾਉਣਾ। ਕਈ ਵਾਰੀ ਬੰਦੇ ਦੇਖੋ, ਇੱਕ ਚੰਦਨ ਸ਼ਬਦ ਮੈਂ ਇੱਕ ਵਾਰੀ ਕਿਹਾ ਸੀ, ਮੈਨੂੰ ਪਤਾ ਇੱਥੇ ਕਥਾ ਕਰਦਿਆਂ ਮੈਂ ਕਿਹਾ, ਤੇ ਕਿ ਸੱਜਣ ਨੇ ਉਹਦਾ ਉੱਤਰ ਵੀ ਦਿੱਤਾ ਆਪਣੇ ਢੰਗ ਨਾਲ। ਮੈਂ ਕਿਹਾ ਵੀ ਮੱਥੇ ਉੱਤੇ ਚੰਦਨ ਲਾਉਂਦੇ ਨੇ, ਉਹ ਇਸ ਕਰਕੇ ਉਹਦੀ ਤਸੀਰ ਠੰਡੀ ਹੁੰਦੀ ਹੈ। ਉਹ ਜਿਹੜੇ ਪਹਿਲੇ ਲੋਕ ਸਨ ਉਹਨੇ ਨੂੰ ਇਹ ਸਮਝ, ਉਹ ਮੈਨੂੰ ਬੜਾ ਪੁੱਠਾ ਜਿਹਾ ਉਹਨਾਂ ਉੱਤਰ ਦਿੱਤਾ। ਚਲੋ ਵਾਹਿਗੁਰੂ ਉਹਨਾਂ ਦਾ ਬਹੁਤ ਭਲਾ ਕਰੇ ਵੀ ਇਹ ਜੀ ਇਹ ਤੇ ਫਿਰ ਸਿੱਖ ਚੰਦਨ ਲਾਉਣ ਲੱਗ ਪਏ। ਮੈਂ ਇੱਕ ਬੇਨਤੀ ਕੀਤੀ ਸੀ ਕਿ ਸ਼ਬਦ ਦਾ ਅਭਿਆਸ ਕਰਨ ਨਾਲ ਸਰੀਰ ਵਿੱਚ ਖੁਸ਼ਕੀ ਹਰ ਹਾਲਤ ਵਿੱਚ ਪਹਿਲਾਂ ਪੈਦਾ ਹੁੰਦੀ ਹੈ। ਤੁਸੀਂ ਨਿਰੰਤਰ ਵਾਹਿਗੁਰੂ ਸ਼ਬਦ ਜਪੋ, ਜਪ ਕੇ ਦੇਖੋ 10-15 ਦਿਨ, ਤੁਸੀਂ ਹੈਰਾਨ ਹੋਵੋਗੇ। ਜੇ ਤੁਸੀਂ ਇੱਕ ਮੱਖਣ ਦਾ ਪੇੜਾ ਕੱਢ ਕੇ ਵੀ ਆਪਣੇ ਕੇਸਾਂ 'ਚ ਰੱਖ ਕੇ ਉੱਤੇ ਦਸਤਾਰ ਬੰਨ੍ਹ ਲਿਓ, ਮੈਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਕਹਿੰਦਾ ਕੁਝ ਘੰਟਿਆਂ ਬਾਅਦ ਪਤਾ ਹੀ ਨਹੀਂ ਲੱਗਣਾ ਉਹ ਘਿਓ ਗਿਆ ਕਿਹੜੇ ਪਾਸੇ ਹੈ। ਬੋਡੀ ਦਾ ਹੈ ਨਾ ਜੀ। ਪਰ ਚੰਦਨ ਦੀ ਤਸੀਰ ਠੰਡੀ ਹੈ। ਉਹ ਚਲੇਪਣ ਪੁਰਾਣੇ ਰਿਸ਼ੀ ਮੁਨੀ ਤਾਂ ਕਰਦੇ ਸਨ ਵੀ ਮੱਥੇ 'ਚ ਠੰਡ ਪਏ। ਹੁਣ ਸਿਮਰਨ ਹੈ ਨਹੀਂ ਤੇ ਲੇਪਣ ਕਰਕੇ ਲੋਕਾਂ ਨੇ ਪਖੰਡ ਬਣਾ ਲਿਆ ਹੈ। ਫਿਰ ਬੇਨਤੀ ਸੁਣੋ, ਗੁਰਬਾਣੀ ਨੇ ਚੰਦਨ ਦੀ ਸ਼ੀਤਲਤਾ ਇਹਨੂੰ ਮੰਨਿਆ। ਤੁਸੀਂ ਇੱਕ ਪਾਠ ਕਰ ਦਿਓ, ਕਬੀਰ ਸੰਤ ਨਾ ਛਾੜੈ ਸੰਤ ਈ ਜੋ ਕੌਟਕ ਮਿਲੈ ਅਸੰਤ ਮੈਲਾ ਗਰ ਭੁਯੰਗਮ ਬੇੜਿਆ ਤਾਂ ਸ਼ੀਤਲਤਾ ਨਾ ਤੇ ਜੰਤ। ਚੰਦਨ ਦਾ ਸੰਬੰਧ ਸ਼ੀਤਲਤਾ ਨਾਲੇ, ਇਹਨੂੰ ਕਿਸੇ ਧਰਮ ਨਾਲ ਜੋੜ ਕੇ ਨਾ ਅਰਥ ਕਰੀਏ, ਜਿਹੜੀ ਜਿਹਦੀ ਤਸੀਰ ਹੀ ਠੰਡੀ। ਹੁਣ ਇੱਥੇ ਮਹਾਰਾਜ ਕਹਿੰਦੇ ਸ਼ੀਤਲੰਗ ਚੰਦਰ ਦੇਵੈ ਠੱਠੈ ਠਾਂਡ ਵਰਤੀ ਤਿੰਨ ਅੰਤਰ। ਆਪਾਂ ਕਥਾ ਇਹ ਕਰ ਰਹੇ ਹਾਂ, ਚੰਦਰਮਾ ਨਹੀਂ ਠੰਡ ਦੇ ਸਕਦਾ, ਉਹ ਜਿਹੜੀ ਸ਼ਬਦ ਨੇ ਦੇ ਦੇਣੀ ਹੈ। ਨੈ ਸੀਤਲੰਗ ਬਾਮਨ ਚੰਦਨੈ, ਬਾਮਨ ਚੰਦਨ ਵਿੱਚ ਵੀ ਉਹ ਠੰਡ ਨਹੀਂ ਜਿਹੜੀ ਠੰਡ ਗੁਰੂ ਨਾਨਕ ਸਾਹਿਬ ਕਹਿੰਦਾ ਨਾਮ ਵਿੱਚ ਕੇ। ਮਹਾਰਾਜ ਕਹਿੰਦੇ ਨੇ ਸੀਤਲੰਗ ਸੀਤ ਰੁਤੇਣ, ਸਰਦੀ ਦੀ ਰੁੱਤ ਸਨੋ ਪੈਂਦੀ ਹੋਵੇ ਉਹਦੇ ਵਿੱਚ ਵੀ ਉਹ ਠੰਡ ਨਹੀਂ। ਗੁਰੂ ਸਾਹਿਬ ਜੀ ਇਹ ਠੰਡ ਕਿਸ ਤਰ੍ਹਾਂ ਵਰਤੇਗੀ? ਨੈ ਸੀਤਲੰਗ ਚੰਦਰ ਦੇਵੈ, ਨੈ ਸੀਤਲੰਗ ਬਾਮਨ ਸੰਤਨੈ, ਨੈ ਸੀਤਲੰਗ ਸ਼ੀਤ ਰੁਤੇਣ, ਨਾਨਕ ਸੀਤਲੰਗ ਸਾਧ ਸੁਵਜਨੈ। ਇਹ ਠੰਡ ਕਿਤੇ ਸੰਗਤ ਵਿੱਚੋਂ ਜਾ ਕੇ ਮਿਲੂਗੀ ਤੈਨੂੰ। ਪਰ ਯਾਦ ਰੱਖਿਓ, ਮੈਂ ਵੀ ਵੇਰਵਾ ਕੱਢਦੇ ਹਾਂ, ਸੰਗਤ ਦਾ ਨਾਂ ਇਕੱਠ ਨਹੀਂ ਹੁੰਦਾ। ਜਿੱਦਣ ਪਹਿਲੇ ਦਿਨ ਕਥਾ ਸ਼ੁਰੂ ਕੀਤੀ ਨਾ, ਉੱਥੇ ਗੁਰਦੁਆਰੇ ਤੁਸੀਂ ਲੈ ਗਏ ਜਿੱਥੇ ਮੂਰਤ ਆਰੰਭਤਾ ਸੀ, ਚਲੋ ਮੂਰਤ ਨਾ ਕਹਾਂ ਕਿਤੇ ਹੋਰ ਹੀ ਅਰਥ ਕਰਨ ਲੱਗ ਪੈਣ, ਆਰੰਭਤਾ ਸੀ ਜੀ। ਉਦਣ ਮੈਂ ਇੱਕ ਬੇਨਤੀ ਆਪ ਜੀ ਨੂੰ ਕੀਤੀ ਸੀ। ਹੁਣ ਗੁਰਦੁਆਰੇ ਇਕੱਠੇ ਹੋ ਗਈ ਸੰਗਤ ਬਹੁਤ, ਇਸ ਤਰ੍ਹਾਂ ਜੀ। ਤੇ ਉਦੋਂ ਬਾਅਦ ਕੀ ਹੁੰਦਾ, ਠਾ ਡਾਂਗ ਖੜਕਣ ਲੱਗਦੀ। ਅਗਲਾ ਕਹਿੰਦਾ ਵੀ ਬਾਬਾ ਜੀ ਦੇ ਕਥਾ ਕਰ ਗਏ ਸਨ, ਸੀਤਲੰਗ ਸਾਧ ਸਵਜਨੇ, ਤੇ ਇੱਥੇ ਕੀ ਬਣ ਗਿਆ? ਮੈਂ ਫਿਰ ਬੇਨਤੀ ਕਰਾਂਗਾ, ਸਿਰਫ ਫਿਜ਼ੀਕਲ ਤੌਰ ਤੇ ਇਮਾਰਤ ਵਿੱਚ ਇਕੱਠਾ ਹੋ ਕੇ ਨਹੀਂ ਕੁਝ ਬਣਦਾ, ਜਿੰਨੀ ਦੇਰ ਤੱਕ ਇਸ ਦਾਤੇ ਦੇ ਸ਼ਬਦ ਨੂੰ ਸੀਨੇ ਵਿੱਚ ਨਹੀਂ ਵਸਾਉਂਦੇ। ਠੰਡ ਦਾ ਸੋਮਾ ਇਹ ਵੇ, ਜਦੋਂ ਆਪਣਾ ਅੰਦਰ ਇਹਦੇ ਨਾਲ ਜੋੜਾਂਗੇ, ਇਹਦੀ ਠੰਡ ਸਾਡੇ ਵਿੱਚ ਪ੍ਰਵੇਸ਼ ਜ਼ਰੂਰ ਕਰੇਗੀ। ਸਿਰਫ ਸਰੀਰਕ ਤੌਰ ਤੇ ਆਪਾਂ ਕਹੀਏ, ਇੱਥੇ ਮਹਾਰਾਜ ਨੇ ਕਿਹਾ ਨਾਨਕ ਸੀਤਲੰਗ ਸਾਧ ਸੁਵਜਨੈ, ਸਾਧ ਸੰਗਤ ਵਿੱਚ ਬੈਠ ਕੇ ਠੰਡ। ਇੱਕ ਬਚਨ ਜੈਤ ਸ੍ਰੀ ਕੀ ਵਾਰ ਵਿੱਚ ਆਉਂਦਾ ਹੈ, ਚੰਦਨ ਚੰਦ ਨ ਸੁਰਦ ਰੁੱਤ, ਮੂਲ ਨਾ ਮਿਟੀ ਕਾਮ, ਸ਼ੀਤਲ ਥੀਵਾ ਨਾਨਕਾ ਜਪੰਦੜੋ ਹਰ ਨਾਮ, ਠੱਠਾ ਠਾਂਡ ਵਰਤੀ ਤਿੰਨ ਅੰਤਰ। ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਚਲੋ ਕਹਿ ਕੇ ਤੁਰਨੇ ਆ ਅਗਲੀ ਤੁਕ ਤੇ ਅਸੀਂ। ਇੱਕ ਮਹਾਰਾਜ ਜੀ ਦਾ ਬਚਨ ਹੁੰਦਾ ਹੈ, ਸਗ ਨਾਨਕ ਦੀਵਾਨ ਮਸਤਾਨਾ। ਇਹ ਮੈਂ ਕੱਲ ਕਿਹਾ ਸੀ, ਐਡੀ ਨਿਮਰਤਾ ਕਿਸੇ ਕੋਲ ਹੈ। ਸਗ ਨਾਨਕ ਦੀਵਾਨ ਮਸਤਾਨਾ, ਨਿਤ ਚੜ੍ਹੈ ਸਵਾਇਆ। ਸਗ ਦੇ ਲਫ਼ਜ਼ੀ ਅਰਥ ਆਪ ਜਾਣਦੇ ਹੋਗੇ, ਫਾਰਸੀ ਦਾ ਸ਼ਬਦ ਹੈ ਸਗ। ਸਗ ਦਾ ਅਰਥ ਹੈ ਕੂਕਰ, ਕੁੱਤਾ। ਵਾਹਿਗੁਰੂ ਜੀ, ਹੇ ਸਤਿਗੁਰੂ, ਭੈ ਸਹਿਤ ਮੈਂ ਬਾਣੀ ਤੇਰੀ ਦੇ ਅਰਥ ਕਰ ਲੱਗਾ, ਪਰ ਜ਼ੁਬਾਨ ਨਹੀਂ ਮੰਨਦੀ ਅਸੀਂ ਇਹ ਸ਼ਬਦ ਦੇ ਮੈਂ ਇਸ ਢੰਗ ਨਾਲ ਬੋਲਾਂ। ਗੁਰੂ ਨਾਨਕ ਸਾਹਿਬ ਦੀ ਨਿਮਰਤਾ, ਕਹਿੰਦੇ ਸਗ ਨਾਨਕ ਦੀਵਾਨ। ਸਗ ਦਾ ਅਰਥ ਕੁੱਤਾ, ਨਾਨਕ ਸ਼ਬਦ ਮਹਾਰਾਜ ਨੇ ਆਪਣੇ ਲਈ ਵਰਤੇ। ਦੀਵਾਨ ਦਾ ਅਰਥ ਹੈ ਦਰਬਾਰ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਭਗਤ ਨਹੀਂ, ਸੰਤ ਨਹੀਂ, ਗੁਰੂ ਸ਼ਬਦ ਤੱਕ ਨਹੀਂ ਵਰਤਿਆ, ਮੈਂ ਤੇਰੇ ਦਰਬਾਰ ਵਿੱਚ ਬੈਠਣ ਵਾਲਾ ਇੱਕ ਕੂਕਰ ਹਾਂ। ਸਗ ਨਾਨਕ ਦੀਵਾਨ ਮਸਤਾਨਾ, ਤੇਰੇ ਨਾਮ ਦੀ ਮਸਤੀ ਮੈਨੂੰ ਚੜ੍ਹ ਗਈ ਹੈ, ਖੁਮਾਰੀ ਚੜ੍ਹ ਗਈ। ਤੇ ਤੇਰੇ ਦਰ ਤੇ ਬੈਠਾ ਹੋਇਆ ਨਾਮ ਦੀ ਮਸਤੀ ਵਿੱਚ ਮਸਤ ਹੋਇਆ ਕੂਕਰ ਉੱਚੀ ਭੌਂਕ ਕੇ ਕਹਿੰਦਾ, ਨਿਤ ਚੜ੍ਹੈ ਸਵਾਇਆ। ਜਿਹੜੀ ਮਸਤੀ ਤੂੰ ਮੈਨੂੰ ਬਖਸ਼ੀਏ, ਅੰਤਲੇ ਸਵਾਸ ਤੱਕ ਇਹ ਦਿਨ ਸਵਾਈ ਰਾਤ ਦਿਨ, ਇਹ ਮਸਤੀ ਹੋਰ ਚੜੀ ਜਾਏ, ਕਿਰਪਾ ਕਰੀ ਮੇਰੀ ਮਸਤੀ ਵਿੱਚ ਘਾਟਾ ਨਾ ਪਵੇ।
पर यह मस्ती वो नहीं भी कपड़े पाड़ के तुरे फिरना, ये मस्ती वो नहीं नशे दे सिगरट दे सूटे लाई जाना भी मस्त हो गए। ये सुनो तुसी इस बेनती नूं, सग नानक दीवान मस्ताना नित चढ़ा सवाया। अगे महाराज कहते हैं किरपा कर आतिश दुनिया खुनक नाम खुदाया। आतिश का लफ्जी अर्थ है अग, संसार नूं अग लगी है। मैं मस्ताना तेरे बूहे ते कहना इन्हां लोकां नूं तां ठंड वरतनी है जे तेरे नाम की कला वरतेगी। फिर बेनती आतिश दुनिया खुनक नाम खुदाया। गुरु साहब कहते हैं अगली गल वेखो, यदा मतलब ये नहीं कि बाणी पढ़ने वाले नूं गुस्सा नहीं आता। जे वो बिल्कुल ही खत्म हो जाए कहानी, फिर वीर रस के अर्थ की करांगे? सच जे कि ਉਹਦੇ अंदर फुरने नहीं उठते, कि ਉਹਦੇ अंदर वेख के सुन के कदी ख्याल नहीं उपजदा कोई माड़ा? अभेद होए दी गल नहीं मैं कर रहा, ਚੱਲਣ वाले ते वापरदा। भाई साहब ने एक बारी पुछया सी सिखां भी सानू तुसी व्याख्या कर दिओ, सानू सच दसो कि गुरमुख अंदर क्रोध नहीं आउंदा, कि ਉਹਦੇ अंदर बैठिया कदी वासना का फुरना नहीं उठिया, कदी ਉਹਦੇ अंदर किसी किस्म का क्रोध का फुरना नहीं उठिया? भाई साहब ने गल कही, कहते फुरने उठते आ पर चेते रखियो कर्म नहीं बन देंदा गुरु ਉਹਦੇ। कल नूं बचन शुरू होना, दद्दा दोष ना देऊं किसे दोष कर्मा अपने, पर फुरना उठदा है पर कर्म नहीं बन देंदा। अगों सिख पुछदे ने जी किवें? फुरना तो उठ ही गया ना, काम दा उठिया, क्रोध दा उठिया, अंदर खंडा तो बनिया थोड़ा जिहा। कहंदे ने फुरना उठदा है पर गुरु दा शब्द कर्म नहीं बन देंदा। फिर उन्होंने कहा जी फुरना तो मनमुख विच ही उठदा है। भाई साहब ने उत्तर दिता, जी सुनो मैं सिर्फ व्याख्या उहदी कर देना। कहन लगे गुरमुख दा फुरना इस तरह जिवें पानी ते लकीर खिंची, लकीर तो खिंच दी पानी ते, पर दोबारा अगों खिंच के आओ, पिछों झाती मारो, लकीर रहिंदी नहीं। कहंदे ने मनमुख दा फुरना इस तरह जिवें पत्थर ते लकीर है, क्योंकि शब्द उहदे कोल नहीं। कदी भी भैड़ा उठिया होया फुरना जे शब्द की कमाई ना होई तो माड़े कर्म बन के सामने आ जाएगा। फिर बेनती फुरना है उहदे अंदर, पानी ते लकीर खिंचो, पानी दा गया, पत्थर ते लकीर ने। अगली गल उन्हें कही, कहंदे ने सोने का भांडा टेढ़ा हो जाए ते ठठे सुनार वीर उस टेढ़ेपन नूं हथौड़े की चोट नाल सीधा कर दिंदा है। मिट्टी का भांडा ठा करके किते टेढ़ा करो टुट जाता, सीधा कोई नहीं हुंदा। भाई साहब कहंदे ने वांस टेढ़ा हो जाए, अग दे सेक नाल दोबारा सीधा हो जाता है। कुत्ते की पूंछ सड़ जाती है पर कदी सीधी कोई नहीं हुंदी। ये समझण वास्ते है फुरने सब अंदर उठते हैं। जिन्नी देर तक ये चम की बॉडी लैके तुरे पर रहे तो रब का शुक्र करिए जे प्रसाद तेरे सगल शिदर ढाके, जिन्हें ये सुराख टके हुए। मैं बेनती करांगा सुनो इस गल नूं भी जदों अंदर कल्पदा होवे, अंदर सड़दा होवे, है बड़ा मुश्किल। ते कई बारी जेड़ा बंदा बहुत नेमी है, बाणी पढ़ रहा है, उन्हें कहोगे गल उल्ट तरीके नाल, जिस दिन उस बंदे का नेम किते ना होवे, चेते रखियो सारा दिन खिजिया खिजिया रहेगा। वो कसूर किसी का कड्डी जाएगा, न्याणे नूं झिड़की जाऊगा, जिथे काम करदा होवेगा जां किते बैठा वो कल्पी वो झिड़केगा। असल च कारण ये वे कि उहदे अंदर जिहड़ी रोज़ खुराक लैंदा सी वो नहीं मिली। जदों उहदा बाणी का नितनेम पूरा हो जाए बंदा बिल्कुल माफिया मंगन लग पैंदा, क्योंकि मानसिक जी अवस्था ऐसी है। गुरु साहब ने शब्द वरतिया, परमात्मा तेरा नाम ही ठंडा है। याद रखो पहाड़ दे उत्ते बर्फ है, उच्ची चोटी बर्फ नाल भरी है। मान लो आप अजे उस चोटी तक 5 दिनों तक पहुँचना, पर जदों पहाड़ वाल चलना शुरू कर दोगे, बर्फ नाल ढकी कोई चोटी ठंडियां हवावां थल्ले पहले ही देन लग पैंदी है। ਉਹਦੇ तक पहुँचना तो पता नहीं कदों पहुँचना कदों नहीं, ਉਹਦੀ ਮਿਹਰ। पर जदों ਉਹਨੂੰ जपना शुरू कर दो ठंड उदों ही पहचान लग पैंदा है। महाराज ने कहा सोए सुनंदड़ी मेरा तन मन मौला, नाम जपंदड़ी लाली, पंध जुलंदड़ी मेरा अंदर ठंडा गुरदर्शन देख निहाली। अज बचन कल वाला तां ये रखिया, ठठै ठांड वरती तिन अंतर, उन्हां अंदर ठंड वरत गई। हर चरनी जिनका चित लागा, जिन्हां दा चित लग गया। पर याद रखियो धर्म अस्थान ते
ਬਹੁ ਗਿਣਤੀ ਵਿੱਚ ਤਪਦੇ ਹੋਏ ਸਰੀਰ ਖਲੋਤੇ ਹੁੰਦੇ ਨੇ ਤੇ ਉਹਨਾਂ ਦਾ ਗੁੱਸਾ ਵੀ ਨਾ ਕਰਿਓ। ਜੋ ਆਪਾਂ ਜਾਣਦੇ ਆ ਨਾ ਜੀ, ਹੁਣ ਕਿਤੇ ਜਾਓ ਤੁਸੀਂ, ਬਰਸ਼ੇ ਵਾਲਾ ਪਹਿਲੀ ਖਲੋਤਾ, ਚੰਗੀ ਗੱਲ ਖਲੋਣਾ ਚਾਹੀਦਾ। ਉਹ ਇੰਨਾ ਕੁ ਕਲਪਿਆ ਹੋਣਾ, ਪਰ ਉਤਲਿਆਂ ਦੇ ਹੁਕਮਾਂ ਨੂੰ ਮੰਨ ਕੇ ਨਾ ਉਹ ਕਲਪਿਆ ਹੁੰਦਾ, ਸਾਰਿਆਂ ਨੂੰ ਰੁੱਖਾ ਬੋਲੀ ਜਾਂਦਾ। ਮੈਂ ਉਸ ਵਕਤ ਕਹਿੰਦਾ ਦਾ ਕੋਈ ਕਸੂਰ ਨਹੀਂ। ਫਿਰ ਮਨ ਚ ਆਉਂਦਾ ਜੀ, ਬਾਣੀ ਤਾਂ ਲੋਕੀ ਕਹਿੰਦੇ ਆ ਬਾਣੀ ਠੰਡ ਵਰਤਾਂਦੀ ਹੈ ਜੀ। ਜਿਸ ਦਿਨ ਗੁਰੂ ਤੇਗ ਬਹਾਦਰ ਦੇ ਦਰਵਾਜ਼ੇ ਬੰਦ ਕਰ ਦਿੱਤੇ, ਮਹਾਰਾਜ ਅੰਦਰ ਵੜਨ ਲੱਗੇ, ਬੂਹਾ ਬੰਦ ਕਰ ਦਿੱਤਾ, ਗੁਰੂ ਸਾਹਿਬ ਥੜੇ ਤੇ ਬੈਠ ਕੇ ਚਲੇ ਗਏ। ਗੁਰਦੁਆਰਾ ਥੜਾ ਸਾਹਿਬ ਇਸ਼ਨਾਨ ਕੀਤਾ, ਥੜੇ ਤੇ ਬੈਠ ਗਏ। ਉੱਥੇ ਇੱਕ ਸ਼ਬਦ ਕਿਹਾ, ਉਹ ਸ਼ਬਦ ਹੈ ਨੈ ਮਸੰਦ ਤੁਮ ਅੰਮ੍ਰਿਤ ਸਰੀਏ। ਇਹ ਸਾਰੇ ਅੰਮ੍ਰਿਤਸਰੀਆਂ ਵਾਸਤੇ ਨਹੀਂ ਵੜਨਾ, ਸਾਡੇ ਵਰਤੀ ਅੰਮ੍ਰਿਤਸਰੀਏ ਅੰਦਰ ਸਰੀਏ ਨਹੀਂ। ਉੱਥੇ ਸ਼ਬਦ ਨੈ ਮਸੰਦ ਤੁਮ ਅੰਮ੍ਰਿਤ ਸਰੀਏ। ਇਹ ਅੰਮ੍ਰਿਤ ਸਰੀਓ, ਦਰਬਾਰ ਸਾਹਿਬ ਦਾ ਪ੍ਰਬੰਧ ਕਰਨ ਵਾਲੇ ਮਸੰਦੋ, ਤੁਸੀਂ ਅੰਮ੍ਰਿਤਸਰ ਵਿੱਚ ਰਹਿ ਕੇ ਵੀ ਅੰਮ੍ਰਿਤ ਸਰੀਏ ਨਹੀਂ। ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ, ਤੁਹਾਨੂੰ ਅੰਦਰ ਦੀ ਤ੍ਰਿਸ਼ਨਾ ਨੇ ਸਾੜ ਕੇ ਰਾਖ ਕੀਤਾ ਹੋਇਆ ਹੈ। ਉੱਥੇ ਇਹ ਪੂਰਾ ਸ਼ਬਦ ਹੈ, ਨੈ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ। ਹੁਣ ਉੱਥੇ ਜੀ ਮਨ ਚ ਆਏਗਾ ਜੀ, ਬਾਬਾ ਜੀ ਤੇ ਕਹਿੰਦੇ ਠੰਡ ਪੈਂਦੀ ਏ, ਮੈਂ ਹੁਣ ਕਥਾ ਕਰ ਰਿਹਾ ਇਹਦੇ ਤੇ ਗੁਰੂ ਸਾਹਿਬ ਨੇ ਉੱਥੇ ਹੋਰ ਪ੍ਰਮਾਣ ਰੱਖ ਦਿੱਤਾ। ਕਹਿੰਦੇ ਨੇ ਇਹਦਾ ਕਾਰਨ ਕੀ? ਕਹਿੰਦੇ ਨੇ ਪਾਣੀ ਤੋਂ ਬਿਨਾ ਖੇਤੀ ਸੜ ਜਾਏ, ਧਰਤੀ ਸੜ ਜਾਏ, ਪਾਣੀ ਲਾਓਗੇ ਤੇ ਦੁਬਾਰਾ ਹਰੀ ਹੋ ਜਾਏਗੀ, ਤੇ ਜਿਹੜਾ ਝੋਨਾ ਪਾਣੀ 'ਚ ਖਲੋਤਾ ਸੜ ਜਾਏ, ਉਹਨੂੰ ਕਿਵੇਂ ਆਪਾਂ ਹਰਾ ਕਰਾਂਗੇ? ਮਹਾਰਾਜ ਕਹਿੰਦੇ ਨੇ ਬਾਣੀ ਤੋਂ ਬਿਨਾ ਬੰਦਾ ਸੜ ਜਾਏ ਤੇ ਹਰਿਆ ਹੋ ਸਕਦਾ ਹੈ, ਜਿਹੜਾ ਬਾਣੀ ਜਾਣ ਕੇ ਵੀ ਅੰਦਰੋਂ ਸੜਿਆ ਬੈਠਾ ਉਹਨੂੰ ਹਰਿਆ ਆਪਾਂ ਕਿਵੇਂ ਕਰਾਂਗੇ? ਤੱਤੀ ਤੋਏ ਨਾ ਪਲਵੈ, ਫਰੀਦ ਸਾਹਿਬ ਦਾ ਸ਼ਬਦ ਹੈ। ਧੱਤੀ ਦਰ ਤੇ ਜ਼ਮੀਨ ਤਪਦੀ, ਤੱਤੀ ਤੋਏ ਨਾ ਪਲਵੈ ਜੇ ਜਲ ਟੁੱਬੀ ਦੇ। ਫਰੀਦਾ ਜੋ ਦੁਹਾਗਣ ਰੱਬ ਦੀ ਚੂਰ ਇੰਦੀ ਚੂਰੇ। ਮਹਾਰਾਜ ਕਹਿੰਦੇ ਨੇ ਜਿਨ੍ਹਾਂ ਦਾ ਅੰਦਰ ਜੁੜ ਗਿਆ, ਉਹ ਸੱਚੀ ਮੁੱਚੀ ਉਹਨਾਂ ਦੇ ਸੀਨੇ 'ਚ ਠੰਡ ਪੈ ਗਈ, ਉਹਨਾਂ ਦਾ ਤਨ ਮਨ ਥੀਵੈ ਹਰਿਆ ਹੋ ਗਿਆ। ਜਿਨ੍ਹਾਂ ਅੰਦਰ ਇਹ ਬਖਸ਼ਿਸ਼ ਵਰਤ ਗਈ, ਸਤਿਗੁਰੂ ਕਹਿੰਦੇ ਨੇ ਠੱਠੈ ਠਾਂਡ ਵਰਤੀ ਤਿਨ ਅੰਤਰ, ਹਰ ਚਰਨੀ ਜਿਨ ਕਾ ਚਿਤ ਲਾਗਾ, ਚਿਤ ਲਾਗਾ ਸਈ ਜਨ ਨਿਸਤਰੇ, ਤਉ ਪ੍ਰਸਾਦੀ ਸੁਖ ਪਾਇਆ। ਉਹਨਾਂ ਦਾ ਚਿੱਤ ਲੱਗਾ, ਤੇਰੀ ਕਿਰਪਾ ਨਾਲ ਉਹਨਾਂ ਨੂੰ ਸੁਖ ਮਿਲਿਆ। ਉਸ ਤੋਂ ਅਗਲਾ ਜਿਹੜਾ ਅੱਖਰ ਡੱਡੈ ਡੰਫ ਕਰੋ ਕਿਆ ਪ੍ਰਾਣੀ। ਡੱਡੇ ਅੱਖਰ ਰਾਹੀਂ ਮਹਾਰਾਜ ਉਪਦੇਸ਼ ਦੇ ਰਹੇ ਆ। ਤੁਹਾਡੇ ਸਾਹਮਣੇ ਸਕਰੀਨ ਤੇ ਦੋਨਾਂ ਪਾਸਾਂ ਚੱਲ ਰਹੀਆਂ ਨੇ ਤੁਕਾਂ। ਡੱਡੇ ਅੱਖਰ ਰਾਹੀਂ ਡੰਫ ਦਾ ਲਫ਼ਜ਼ੀ ਅਰਥ ਹੁੰਦਾ ਹੈ ਵਿਖਾਵਾ, ਪਖੰਡ, ਪਰਪੰਚ, ਅਸਲੀਅਤ ਕੁਝ ਹੋਵੇ ਤੇ ਦਿਖਾਣਾ ਕੁਛ। ਮਹਾਰਾਜ ਕਹਿੰਦੇ ਡੱਡਾ ਡੰਫ ਕਰੋ ਕਿਆ ਪ੍ਰਾਣੀ। ਇਹ ਪ੍ਰਾਣੀ ਤੂੰ ਕਾਹਦਾ ਵਿਖਾਵਾ ਕਰਨਾ ਪਿਆ? ਕਿਹਨੂੰ ਖੁਸ਼ ਕਰਨ ਵਾਸਤੇ ਤੂੰ ਇਹ ਕੁਝ ਕਰ ਰਿਹਾ ਹੈ? ਤਾਂ ਮਹਾਰਾਜ ਕਹਿੰਦੇ ਨੇ ਜੋ ਕੁਛ ਹੋਵਾ ਸੋ ਸਭ ਚੱਲਣਾ। ਜੋ ਕੁਝ ਪ੍ਰਮਾਤਮਾ ਨੇ ਪੈਦਾ ਕੀਤਾ ਹੈ, ਹਰ ਵਸਤੂ ਨੇ, ਹਰ ਚੀਜ਼ ਨੇ ਇੱਕ ਦਿਨ ਚਲੀ ਜਾਣਾ ਹੈ। ਇਹ ਪਹਿਲੀ ਤੁਕ ਹੈ। ਡੱਡੈ ਡੰਫ ਕਰੋ ਕਿਆ ਪ੍ਰਾਣੀ, ਜੋ ਕਿਛ ਹੋਵਾ ਸੋ ਸਭ ਚੱਲਣਾ। ਤਿਸੈ ਸਰੇਵਹੋ, ਸਰੇਵਹੋ ਉਸ ਨੂੰ ਚੇਤੇ ਕਰੋ, ਉਹਦਾ ਸਿਮਰਨ ਕਰੋ, ਉਹਨੂੰ ਯਾਦ ਕਰੋ, ਦੀ ਭਗਤੀ ਕਰੋ, ਤਾਂ ਸੁਖ ਪਾਵੋ। ਤਾਂ ਅੰਦਰ ਦਾ ਸੁਖ ਮਿਲੇਗਾ ਜੇ ਉਹਨੂੰ ਸਰੇਵੋਗੇ। ਤਿਸੈ ਸਰੇਵੋ ਤਾਂ ਸੁਖ ਪਾਵੋ। ਸਰਬ ਨਿਰੰਤਰ ਰਬ ਰਹਾ। ਸਰਬ ਦਾ ਅਰਥ ਆਪਾਂ ਜਿੱਥੇ ਲੋੜ ਪੈਂਦੀ ਉੱਥੇ ਮੈਂ ਅਖਰੀ ਅਰਥ ਕਰਨਾ, ਜਿੱਥੇ ਮੈਨੂੰ ਪਤਾ ਹੈ ਸਿੱਧੀ ਸ਼ਬਦਾਵਲੀ ਉੱਥੇ ਨਹੀਂ ਕਰ ਰਿਹਾ। ਸਰਬ ਦਾ ਅਰਥ ਤੇ ਸਾਰੇ, ਨਿਰੰਤਰ ਦਾ ਅਰਥ ਤੇ ਲਗਾਤਾਰ, ਇੱਕ ਰਸ। ਤੇ ਸ਼ਬਦ ਰਬ ਰਹਾ, ਰਬ ਰਹਾ ਦਾ ਅਰਥ ਹੈ ਉਹ ਆਪ ਸਮੋਇਆ ਹੋਇਆ ਹੈ, ਰਵਿਆ ਹੋਇਆ ਹੈ, ਆਪ ਮੌਜੂਦ ਹੈ। ਇਹਦਾ ਮਤਲਬ ਮਹਾਰਾਜ ਡੱਡੇ ਅੱਖਰ ਰਹੀ ਕਹਿ ਰਿਹਾ, ਨਾ ਵਿਦਿਆ ਦਾ ਵਿਖਾਵਾ ਕਰ। ਇੱਥੇ ਇੱਕ ਸ਼ਬਦ ਨਹੀਂ ਵਰਤਿਆ, ਨਾ ਧਨ ਦਾ ਵਿਖਾਵਾ ਕਰ, ਨਾ ਅਕਲ ਦਾ ਵਿਖਾਵਾ ਕਰ, ਨਾ ਸਿਆਣਪ ਦਾ ਵਿਖਾਵਾ ਕਰ, ਨਾ ਪਦਵੀ ਦਾ ਵਿਖਾਵਾ ਕਰ। ਬੰਦਿਆ ਕਿਸੇ ਕਿਸਮ ਦਾ ਨਾ ਤੂੰ ਵਿਖਾਵਾ ਕਰ, ਕਿਉਂਕਿ ਜਿਹੜਾ ਤੂੰ ਵਿਖਾਵਾ ਕਰਨਾ ਪਿਆ ਸਾਰੀਆਂ ਚੀਜ਼ਾਂ ਨੇ ਇੱਕ ਦਿਨ ਚਲੀਆਂ ਜਾਣਾ ਹੈ। ਇਹ ਕਾਹਦਾ ਵਿਖਾਵਾ ਕਰਨਾ ਪਿਆ? ਤੇ ਵਿਖਾਵੇ ਨਾਲ ਲੋਕ ਪ੍ਰਭਾਵਿਤ ਹੁੰਦੇ ਆ। ਵਾਹਿਗੁਰੂ ਜੀ ਅੱਜ ਵੀ ਸੱਚ ਇਹ ਵੇ, ਰੱਬ ਲਈ ਘੱਟ ਗਾਇਆ ਜਾਂਦਾ, ਦੁਨੀਆ ਵਾਸਤੇ ਜ਼ਿਆਦਾ ਗਾਇਆ ਜਾਂਦਾ ਹੈ। ਅੱਜ ਵੀ ਖਿਮਾ ਕਰਿਓ 90% ਧਰਮ ਸਥਾਨ ਤੇ ਵੀ ਇਹੀ ਚੱਲਦਾ ਵੀ ਲੋਕ ਕਿਵੇਂ ਖੁਸ਼ ਹੋ ਜਾਣਗੇ। ਲੋਕਾਂ ਨੂੰ ਦਿਖਾਇਆ ਜਾ ਰਿਹਾ
ਧਨ ਵੀ ਲੋਕਾਂ ਲਈ, ਤਨ ਦੀ ਨਮਾਇਸ਼ ਵੀ ਲੋਕਾਂ ਲਈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਾ, ਇਸ ਵਿਖਾਵੇ 'ਚ ਕੀ ਪਿਆ, ਤੂੰ ਕੀ ਕਰੇਗਾ ਵਿਖਾ ਕੇ? ਤੇਰੇ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਕੁ ਆਏ, ਇਹਨੇ ਵਿਖਾਵਾ ਕਰਕੇ ਚਲੇ ਗਏ। ਇੱਕ ਇੱਕ ਤੋਕਾ ਆਪਾਂ ਲੈ ਲਈਏ, ਸੌਖਾ ਹੋ ਜਾਏਗਾ ਅਰਥ ਕਰਨੇ ਪ੍ਰਮਾਣ ਵਜੋਂ। ਮੰਨ ਲਓ ਮੈਂ ਤਨ ਦਾ ਵਿਖਾਵਾ ਕਰ ਰਿਹਾ ਹਾਂ, ਤਨ ਤੋਂ ਸ਼ੁਰੂ ਕਰੀਏ। ਇਹ ਤਨ ਦਾ ਵਿਖਾਵਾ ਹੈ, ਸਰੀਰ ਸੁੰਦਰ ਹੈ ਤੇ ਸੱਚ ਇਹ ਲੋਕਾਂ ਨੂੰ ਪ੍ਰਭਾਵਿਤ ਕਰ ਲਈ। ਅੱਜ ਵੀ ਬਸਤਰ ਤਨ ਤੇ ਗਰਮੀ ਸਰਦੀ ਤੋਂ ਬਚਣ ਲਈ ਨਹੀਂ ਪਾਇਆ ਜਾਂਦਾ। ਮੈਂ ਅਰਜ਼ ਕੀਤੀ, ਬਸਤਰ ਬਹੁ ਗਿਣਤੀ ਚਾਹੇ ਪਾਇਆ ਜਾਂਦਾ, ਮਜਲਿਸ ਵਿੱਚ ਗਏ ਹੋਏ ਲੋਕ ਮੇਰੇ ਵੱਲ ਕਿਵੇਂ ਵੇਖਣਗੇ? ਲੋਕਾਂ ਵਾਸਤੇ ਹੈ, ਆਪਣੇ ਲਈ ਨਹੀਂ। ਇਹ ਕਾਰਨ ਕਿ ਭਗਤੀ ਵਾਲਾ ਜਦੋਂ ਚੱਲਦਾ ਲੋਕ ਨਾਰਾਜ਼ ਵੀ ਹੋ ਜਾਣ, ਉਹ ਲੋਕ ਰਾਏ ਨਾਲ ਆਪਣੇ ਆਪ ਨੂੰ ਕਦੀ ਨਹੀਂ ਤੋੜਦਾ। ਇਸੇ ਕਰਕੇ ਭਗਤ ਜਨ ਮਹਾਂਪੁਰਖ ਖੜ ਕੇ ਆਵਾਜ਼ ਕਹਿੰਦੇ, ਨੁਸਤਤ ਨਿੰਦਾ ਕਰੇ ਨਰ ਕੋਈ, ਨਾਮੇ ਸ੍ਰੀ ਰੰਗ ਭੇਟਲ ਸੋਈ। ਅਸੀਂ ਇੱਕ ਪਾਠ ਕਰਨੇ ਆ, ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਕੋ ਕਰੂੰ ਸ਼ਿੰਗਾਰ, ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ, ਤਨ ਮਨ ਰਾਮ ਪਿਆਰੇ ਜੋਗ। ਨਿੰਦਿਆ ਤੁਸੀਂ ਤਾਂ ਕਰ ਰਹੇ ਹੋ, ਮੈਂ ਤੁਹਾਡੇ ਮੁਤਾਬਕ ਵਿਖਾਵਾ ਨਹੀਂ ਕਰਦਾ। ਮੈਂ ਆਪਣੇ ਤਨ ਤੇ ਉਹ ਸ਼ਿੰਗਾਰ ਕਰਕੇ ਚੱਲੀ ਹਾਂ ਜਿਹੜਾ ਸ਼ਿੰਗਾਰ ਮੇਰੇ ਵਾਹਿਗੁਰੂ ਨੂੰ ਪਾਉਂਦਾ ਪਿਆ ਹੈ। ਇਸ ਕਰਕੇ ਦੁਨੀਆ ਦੇ ਬਣਾਏ ਹੋਏ ਜਿਹੜੇ ਖਿਆਲ ਨੇ ਉਹ ਬਿਖਰ ਜਾਂਦੇ ਆ। ਫਿਰ ਪਹਿਲੀ ਬੇਨਤੀ, ਮੰਨ ਲਓ ਤਨ ਦਾ ਵਿਖਾਵਾ ਹੈ, ਵਿਖਾਵੇ ਹੀ ਵੀ ਸੁੰਦਰਤਾ ਸੋਹਣਾ ਲੱਗੇ। ਇਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੁੰਦਾ, ਤੂੰ ਕਾਹੇ ਗਰਬੈ ਬਾਵਲੀ। ਕਿਹਨੂੰ ਵਿਖਾਨੀ ਪਈ ਹੈ? ਭਗਤ ਰਵਿਦਾਸ ਸਾਹਿਬ ਦਾ ਸ਼ਬਦ। ਇਹ ਝੱਲੀ ਕਾਇਆ, ਕਿਹੜਾ ਹੰਕਾਰ ਕਰਨੀ ਹੈ ਤੂੰ ਆਪਣੀ ਸਕਿੰਨ ਦਾ? ਜੈਸੇ ਭਾਦੋ ਖੂੰਬ ਰਾਜ ਤੂੰ ਤਿਸਤੇ ਖਰੀ, ਉਤਾਵਲੀ ਡੱਡਾ ਡੰਫ ਕਰੋ ਕਿਆ ਪ੍ਰਾਣੀ। ਭਾਦੋਂ ਦੇ ਮਹੀਨੇ 'ਚ ਖੁੰਬਾਂ ਨਿਕਲਦੀਆਂ ਸਨ ਜੀ ਆਪਣੇ ਉੱਥੇ ਰੂੜੀਆਂ 'ਚੋਂ। ਉਹ ਕਿੰਨਾ ਕੁਝ ਰਹਿੰਦੀ, ਕੋਮਲ ਜੀ ਖੁੰਬ ਨਿਕਲੀ, ਉਹਦੀ ਛਤਰੀ ਬਾਹਰ ਨਿਕਲੀ। ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਜੀ ਕਹਿੰਦੇ ਨੇ, ਜਿਹੜੀ ਤੂੰ ਆਪਣੀ ਬਾਡੀ ਦਾ, ਆਪਣੀ ਚਮੜੀ ਦਾ ਵਿਖਾਵਾ ਕਰ ਰਿਹਾ ਝੱਲੀਏ ਕਾਇਆ, ਤੇਰੀ ਸਿਰਫ ਇੰਨੀ ਮਿਆਦ ਵੀ ਨਹੀਂ ਕਿ ਜਿੰਨਾ ਕੁ ਸਮਾਂ ਭਾਦੋ ਦੀ ਖੁੰਬ ਬਾਹਰ ਨਿਕਲਦੀ ਹੈ। ਕਿਹਨੂੰ ਦਿਖਾ ਰਿਹਾ ਤੂੰ? ਕਾਹੇ ਗਰਬੈ ਬਾਵਲੀ, ਜੈਸੇ ਭਾਦੋ ਖੂੰਬ ਰਾਜ ਤੂੰ ਤਿਸਤੇ ਖਰੀ, ਉਤਾਵਲੀ। ਇੱਕ ਇੱਕ ਸਿਰਫ ਲਾਂਗਾ ਬਚਨ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਗਰਬ ਨਾ ਕੀਜੀਏ ਦੇਗੀ ਦੇਖ ਸੁਰੰਗ, ਡੱਡਾ ਡੰਪ ਕਰੋ ਕਿਆ ਪ੍ਰਾਣੀ। ਕਾਹਦਾ ਤੂੰ ਮਾਣ ਕਰ ਰਹੇ? ਆਜ ਕਾਲ ਤਜ ਜਾਓਗੇ ਜਿਉਂ ਕਾਂਚੁਰੀ, ਭੁਯੰਗ ਸੱਪ ਦੀ ਕੁੰਜ ਦੀ ਤਰ੍ਹਾਂ ਇਹ ਸਕਿੰਨ ਨੇ ਲੈ ਜਾਣਾ। ਚਲੋ ਉਹ ਤਾਂ ਲੈ ਜਾਂਦੀ, ਇਹਨੂੰ ਤੇ ਫੂਕਿਆ ਜਾਣਾ। ਬਾਬੇ ਫਰੀਦ ਨੇ ਇੱਕ ਸ਼ਬਦ ਵਰਤੇ, ਉਹਨਾਂ ਦਾ ਇੱਕ ਬਚਨ ਆਉਂਦਾ ਹੈ, ਉਹ ਕਹਿੰਦੇ ਨੇ, ਜਿਨ ਲੋਇਣ ਜਗ ਮੋਹਿਆ। ਜਿਨ੍ਹਾਂ ਅੱਖਾਂ ਨੇ ਵਿਖਾਵਾ ਕਰ ਕਰਕੇ ਸੱਚੀ ਮੁੱਚੀ ਜੀ ਲੰਘਦੇ ਲੋਕਾਂ ਨੂੰ ਅਦਾਵਾਂ ਨਾਲ ਆਪਣੇ ਵੱਲ ਖਿੱਚ ਲਿਆ। ਜਿਨ ਲੋਇਣ ਜਗ ਮੋਹਿਆ, ਲੋਕੀ ਉਹਨਾਂ ਦੀਆਂ ਅੱਖਾਂ ਤੋਂ ਪ੍ਰਭਾਵਿਤ ਹੋਏ। ਸੇ ਲੋਇਣ ਮੈਂ ਡਿੱਠ, ਕਹਿੰਦੇ ਜਿਉਂਦਿਆਂ ਦੀਆਂ ਅੱਖਾਂ ਵੀ ਦੇਖੀਆਂ। ਹੁਣ ਕਬਰ 'ਚ ਪਏ ਹੋਏ ਦੀ ਖੋਪਰੀ ਦੀ ਅੱਖਾਂ ਵਾਲੀ ਖੋੜ ਵਿੱਚ ਟਟੀਰੀਆਂ ਨੇ ਆ ਕੇ ਆਂਡੇ ਦੇ ਦਿੱਤੇ ਆ। ਆਪ ਨੂੰ ਪਤਾ ਟਟੀਰੀ ਥੱਲੇ ਆਂਡੇ ਦਿੰਦੀ। ਉੱਥੇ ਪੰਛੀ ਸ਼ਬਦ ਵਰਤੇ, ਜਿਨ ਲੋਇਣ ਜਗ ਮੋਹਿਆ, ਸੇ ਲੋਇਣ ਮੈਂ ਡਿੱਠ, ਕੱਜਲ ਰੇਖ ਨਾ ਸਹਿੰਦਿਆਂ ਸੇ ਪੰਖੀ ਸੁਵੇ ਬਿਗਿੱਠ। ਕਾਹਦਾ ਡੰਬ ਕਰਨਾ ਪਿਆ? ਇਹਦਾ ਮਤਲਬ ਤਨ ਦਾ ਵਿਖਾਵਾ ਨਾ ਕਰ। ਇਸ ਤੋਂ ਅਗਲੀ ਬੇਨਤੀ ਕਰਾਂ, ਧਨ ਦਾ ਵਿਖਾਵਾ ਕਿੰਨਾ ਕੁ ਹੈ ਜੀ? ਕਿੰਨੇ ਕੁ ਲੋਕ ਕਹਿ ਦੇਣਗੇ? ਤੇ ਕਰੀਏ ਕਿ ਜਿੰਨੀ ਦੇਰ ਤੱਕ ਤਜਰਬਾ ਨਹੀਂ ਹੁੰਦਾ, ਸੱਟਾਂ ਵੱਜ ਵੱਜ ਕੇ ਉਨੀ ਦੇਰ ਤੱਕ ਸਮਝ ਨਹੀਂ ਪੈਂਦੀ। ਇੱਕ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਵਿਖਾਵੇ ਬਾਰੇ, ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿਸੀਓ, ਹੱਕ ਪਟਨ ਬਡਾਰ ਹੁਕਮੀ ਢੈਸੀਓ, ਪੱਕੇ ਬੰਕ ਦਵਾਰ ਮੂਰਖ ਜਾਣੇ ਆਪਣੇ, ਦਰ ਭਰੇ ਭੰਡਾਰ ਰੀਤੇ ਹਿਕ ਖਣੇ, ਤਾਜੀ ਰਤ ਤੁਕਾਰ ਹਾਥੀ ਪਾਖਰੇ, ਬਾਗ ਮਿਲਖ ਕਰ ਬਾਰ ਕਿੱਥੇ ਸਹਿ ਆਪਣੇ, ਤੰਬੂ ਪਰਗ ਨਿਵਾਰ ਸਰਾਚੇ ਲਾਲਤੀ, ਨਾਨਕ ਸੱਚ ਦਤਾਰ ਸਨਾਖਤ ਕੁਦਰਤੀ। ਸਾਰੇ ਵਿੱਚੇ ਗਿਣੇ ਗਏ, ਰਾਜੇ ਸਰਦਾਰ ਚੌਧਰੀ, ਤੰਬੂ ਚੰਦੋਵੇ, ਬੈਡਰੂਮ, ਚਾਦਰਾਂ ਬਿਸਤਰੇ, ਸੁਗੰਧੀਆਂ, ਹਾਥੀ ਘੋੜੇ। ਬਾਬਾ ਜੀ ਕਹਿੰਦੇ ਨੇ, ਨਾਨਕ ਸੱਚ ਦਤਾਰ, ਸਿਰਫ ਇੱਕ ਸੱਚਾ ਰੱਬ ਹੈ, ਬਾਕੀ ਸਭ ਵਿਖਾਰਾ ਇੱਕ ਦਿਨ ਬਿਨਸ ਜਾਣਾ ਹੈ। ਦੇਖੋ ਆ ਚੰਦਰਮਾ ਜਿਹੜਾ ਵਿਖਾਉਂਦਾ ਪਿਆ, ਇਹਨੇ ਰਹਿ ਜਾਣਾ। ਇਹਨੂੰ ਵੀ ਮਹਾਰਾਜ ਕਹਿੰਦੇ, ਤੂੰ ਹੀ ਕਿਉਂ ਡੰਪਿਆ ਕਰਨਾ? ਦਿਨ ਰੱਬ ਚੱਲੇ, ਨਿਸ ਸੱਸ ਚੱਲੇ, ਤਾਰਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ। ਤੂੰ ਮਤ ਡੰਪ ਕਰ। ਕਿਹਨੂੰ ਦਿਖਾ ਕੇ ਖੁਸ਼ ਕਰਨਾ ਪਿਆ? ਜੇ ਕਹੇ ਵੀ ਦੁਨੀਆ ਨੂੰ ਖੁਸ਼ ਕਰ ਲਾਂਗਾ, ਦੁਨੀਆ ਕਿੰਨੀ ਖੁਸ਼ ਹੋ ਜੂ? ਬਾਬਾ ਜੀ ਨੇ ਕਿਹਾ, ਦੁਨੀਆ ਨਾ ਸਲਾਹੇ
ਜੋ ਮਰ ਵੰਝਸੀ ਲੋਕਾਂ ਨਾ ਸਾਲਾਹੇ, ਜੋ ਮਰ ਖਾਕ ਥੀ। ਵਿਖਾਵਾ ਹੀ ਹੈ ਨਾ। ਚਲੋ ਇੱਕ ਉਦਾਹਰਨ ਮੈਂ ਆਪ ਜੀ ਨੂੰ ਦੇ ਦੇਣਾ ਹੋਰ। ਮੈਂ ਕਹਾਣੀ ਇਸ ਕਰਕੇ ਦਿਲ ਤਾਂ ਕਰਦਾ ਸ਼ਬਦ ਵਿੱਚੋਂ ਹੋਰ ਸ਼ਬਦ ਕੱਢੀਏ। ਬਾਬਾ ਜੀ ਦੀ ਬਾਣੀ ਐਡੀ ਬਖਸ਼ਿਸ਼ ਹੈ, ਤੇ ਜਦੋਂ ਬਾਣੀ ਵਰਦੀ ਹੈ ਉਦੋਂ ਸੱਚੀ ਮੁੱਚੀ ਬਾਡੀ ਵੀ ਪਰਵਾਹ ਨਹੀਂ ਕਰਦੀ। ਭਾਈ ਡਾਕਟਰ ਸਾਹਿਬ ਨੂੰ ਘਰ ਬੈਠਿਆਂ ਕਹਿ ਰਿਹਾ ਸਾਂ, ਭਾਈ ਵੀਰ ਸਿੰਘ ਨੇ ਇੱਕ ਨਜ਼ਮ ਲਿਖੀ ਹੈ ਫੁਹਾਰਾ। ਕਹਿੰਦੇ ਜਦੋਂ ਫੁਹਾਰੇ ਵਿੱਚ ਪਾਣੀ ਨਹੀਂ ਹੁੰਦਾ ਉਹਦਾ ਮੂੰਹ ਖੁੱਲ੍ਹਾ ਹੁੰਦਾ ਹੈ ਤੇ ਅਸਮਾਨ ਵਾਲੇ ਪਾਸੇ ਇਸ ਤਰ੍ਹਾਂ ਨਾ ਜੀ ਨਿੱਕੇ ਨਿੱਕੇ ਸੁਰਾਖ, ਤੇ ਸੁੱਕਾ ਇੰਜ ਲੱਗਦਾ ਭੁੱਖਾ ਹੈ, ਇਹ ਮੰਗਦਾ ਕੁਛ, ਤੇ ਜਦੋਂ ਪਿੱਛੋਂ ਪਾਣੀ ਆ ਜਾਂਦਾ ਲੰਘਦਿਆਂ ਨੂੰ ਵੀ ਠੰਡਿਆਂ ਕਰ ਦਿੰਦਾ। ਸੱਚੀ ਮੁੱਚੀ ਬਾਡੀ ਦਾ ਹੀ ਹਾਲ ਜੇ। ਜਦੋਂ ਬਾਣੀ ਵਿੱਚ ਵਰਦੀ ਉਦੋਂ ਠੰਡ ਵਰਤਾਈ ਜਾਂਦੀ ਹੈ, ਬਾਣੀ ਭੁੱਲਦੀ ਹੈ ਤੇ ਫੁਹਾਰੇ ਵਾਲੀ ਹਾਲਤ ਹੋ ਜਾਂਦੀ। ਮੂੰਹ ਅੱਡੀ ਅਰਸ਼ਾਂ ਵੱਲ ਤੱਕੀਏ, ਇੱਕ ਬੂੰਦ ਨਾ ਕੋਈ ਪਾਏ, ਜਦੋਂ ਅਸਾਂ ਵਿੱਚ ਆ ਗਿਆ ਕੋਈ ਆਓ ਸ਼ਹਿਬਰ ਲਾਏ। ਸੱਚਮੁੱਚ ਬਾਣੀ 'ਚ ਏਡੀ ਵੱਡੀ એનર્ਜੀ, ਇੰਨੀ ਵੱਡੀ ਤਾਕਤ ਹੈ। ਮੈਂ ਸਿਰਫ ਇੱਕ ਕਹਾਣੀ ਇਸ ਕਰਕੇ ਕਹਿਣ ਲੱਗਾ, ਕੰਨ ਰਸ ਲਈ ਨਹੀਂ। ਬੰਦਾ ਵਿਖਾਵਾ ਕਰਦਾ। ਫਕੀਰ ਸੀ ਬੈਠਾ ਕੋਈ ਰੱਬ ਦੀ ਇਬਾਦਤ ਵਾਲਾ, ਤੇ ਉਹਨੂੰ ਮਿਲਣ ਵਾਸਤੇ ਚਲਾ ਗਿਆ ਰਾਜਾ, ਤੇ ਇਕੱਲਾ ਗਿਆ। ਉਹ ਬੇਪਰਵਾਹ ਜਿਹਾ ਸੀ, ਕਿਸੇ ਦੀ ਪਰਵਾਹ ਨਹੀਂ ਸੀ ਕਰਦਾ। ਰਾਜਾ ਜਦੋਂ ਗਿਆ ਹਾਥੀ ਤੇ ਸਵਾਰ ਸੀ, ਹਾਥੀ ਪਿੱਛੇ ਖੜਾ ਕਰ ਦਿੱਤਾ ਤੇ ਆਪ ਅੱਗੇ ਚਲਾ ਗਿਆ। ਚੋਲਾ ਉਹਨੇ ਬੜੇ ਕਮਾਲ ਦਾ ਪਾਇਆ, ਬੜਾ ਕੀਮਤੀ ਸੀ, ਤਾਜ ਸੀ, ਤਾਜ ਉੱਤੇ ਕਲਗੀ ਸੀ, ਹੀਰੇ ਮੋਤੀ ਜੜੇ ਸਨ। ਤੇ ਉਹ ਫਕੀਰ ਦਾ ਸੁਭਾਅ ਸੀ, ਜਿੱਥੇ ਬਹਿੰਦਾ ਸੀ ਕਿ ਚਟਾਈ ਵਿਛਾ ਛੱਡਦਾ ਥੱਲੇ, ਚਟਾਈ ਸਫ। ਪਤਾ ਨਹੀਂ ਅੱਜ ਕੀ ਹੋਇਆ, ਇੱਕੋ ਦਮ ਚੇਲੇ ਨੂੰ ਆਵਾਜ਼ ਮਾਰ ਕੇ ਕਹਿੰਦਾ ਚਟਾਈ ਨਹੀਂ ਵਿਛਾਣੀ, ਚੁੱਕ ਲੈ। ਉਹਨੇ ਵੀ 7 ਬਚਨ ਕਿਹਾ। ਉਹਦੇ ਮਨ 'ਚ ਆਇਆ ਵੀ ਰੋਜ਼ ਇੱਥੇ ਸਭ ਵਿਛਾਉਂਦੇ, ਲੋਕੀ ਆ ਕੇ ਬਹਿੰਦੇ ਨੇ ਥੱਲੇ, ਜੇ ਕਿਸੇ ਮਿਲਣਾ ਹੋਵੇ। ਕਹਿੰਦਾ ਲਪੇਟ ਇਹਨੂੰ। ਉਹਨੇ ਲਪੇਟ ਕੇ ਅੰਦਰ ਰੱਖ ਦਿੱਤੀ। ਰਾਜਾ ਆਇਆ, ਇਹਦੇ ਨੇਤਰ ਬੰਦ ਸਨ ਫਕੀਰ ਦੇ। ਉਹਨੇ ਸਲਾਮ ਕਹੀ, ਫਕੀਰ ਨੇ ਹੱਥ ਨਾਲ ਇਸ਼ਾਰਾ ਕੀਤਾ ਬਹਿ ਜਾ, ਬੋਲਿਆ ਨਹੀਂ, ਅੱਖਾਂ ਬੰਦ। ਰਾਜੇ ਦੇ ਮਨ 'ਚ ਆਇਆ ਇਹਨੂੰ ਪਤਾ ਨਹੀਂ ਕਿ ਮੈਂ ਕੌਣ ਹਾਂ। ਫਿਰ ਉੱਚੀ ਸਾਰੀ ਸਲਾਮ ਬੋਲੀ। ਫਕੀਰ ਨੇ ਹੱਥ ਨਾਲ ਕਿਹਾ ਬਹਿ ਜਾ, ਇਸ਼ਾਰਾ ਹੀ ਕੀਤਾ। ਤੀਸਰੀ ਵਾਰੀ ਉਹ ਤੇ ਫਿਰ ਰਿਹਾ ਨਹੀਂ ਗਿਆ। ਉਹ ਕਹਿੰਦਾ ਮੈਂ ਰਾਜਾ ਹਾਂ, ਤੁਸੀਂ ਨੇਤਰ ਖੋਲ ਕੇ ਦੇਖੋ। ਉਹ ਅੱਖਾਂ ਖੋਲ ਕੇ ਕਹਿੰਦਾ ਜਦੋਂ ਤੂੰ ਤੁਰਿਆ ਸੀ ਪਤਾ ਉਦੋਂ ਹੀ ਤੇਰਾ ਲੱਗ ਗਿਆ ਸੀ, ਤੂੰ ਓਨਾ ਪਿਆ ਹੈ, ਮੈਨੂੰ ਪਤਾ ਰਾਜਾ, ਬਹਿ ਜਾ ਇੱਥੇ। ਉਹਦੇ ਬੋਲਾਂ 'ਚ ਸ਼ਾਨਸ਼ੀ ਤਾਕਤ ਇੰਨੀ ਸੀ ਜੀ। ਉਹ ਰਾਜਾ ਬਹਿਣ ਲੱਗਾ, ਹੁਣ ਵੇਖਣ ਲੱਗਾ ਵੀ ਮੈਂ ਜਿੱਥੇ ਜਾਣਾ ਲੋਕੀ ਥੱਲੇ ਕਾਰਪੇਟ ਵਿਛਾਉਂਦੇ ਆ, ਏਡੇ ਏਡੇ ਸੋਹਣੇ ਪਲੰਗ। ਉਹ ਜਦੋਂ ਬਹਿਣ ਲੱਗਾ ਤੇ ਕਦੀ ਅੱਗੇ ਦੇਖੇ ਪਿੱਛੇ ਦੇਖੇ, ਤੇ ਝੋਲਾ ਬੜਾ ਕੀਮਤੀ ਸੀ। ਉਹਨੇ ਕੀ ਕੀਤਾ ਜੀ, ਨਿੱਠ ਕੇ ਨਹੀਂ ਬੈਠਾ, ਪੈਰਾਂ ਭਾਰ ਬੈਠ ਗਿਆ। ਪੈਰਾਂ ਭਾਰ ਆਪਾਂ ਸਮਝਦੇ ਹਾਂ ਨਾ ਜੀ, ਹੁਣ ਪੈਰਾਂ ਭਾਰ ਬੈਠਾ ਨਹੀਂ ਜਾਂਦਾ ਨਾ, ਜ਼ਿਆਦਾ ਬਹਿੰਦੇ ਨਹੀਂ ਕਦੀ। ਉਹਨੇ ਪੈਰਾਂ ਭਾਰ ਬੈਠ ਕੇ ਪਹਿਲਾਂ ਅਗਲਾ ਚੋਲਾ ਉਹਨੂੰ ਝੋਲੀ 'ਚ ਪਾ ਲਿਆ, ਫਿਰ ਪਿੱਛੋਂ ਵਾਲਾ ਸੰਕੋਚ ਕੇ ਝੋਲੀ 'ਚ ਪਾ ਲਿਆ, ਤੇ ਜੁੱਤੀ ਨਹੀਂ ਲਾਈ, ਉਸ ਤਰ੍ਹਾਂ ਹੀ ਬਹਿ ਗਿਆ। ਫਕੀਰ ਤਾੜੀ ਮਾਰ ਕੇ ਹੱਸਣ ਲੱਗ ਪਿਆ। ਚੇਲੇ ਨੂੰ ਕਹਿੰਦਾ ਆਹ ਤੈਨੂੰ ਤਮਾਸ਼ਾ ਵਿਖਾਵਾਂ। ਇੱਕ ਰਾਜਾ, ਇੱਕ ਚੇਲਾ ਤੇ ਤੀਜਾ ਫਕੀਰ। ਕਹਿੰਦਾ ਇਹ ਤਮਾਸ਼ਾ ਕੀ? ਹੁਣ ਰਾਜੇ ਨੂੰ ਪਤਾ ਹੈ ਵੀ ਤਮਾਸ਼ਾ ਮੇਰਾ ਬਣਦਾ ਪਿਆ। ਇਹਨੇ ਜੀ ਕੱਪੜੇ ਐ ਸੰਕੋਚੇ, ਤੇ ਇੱਕੋ ਦਮ ਚੇਲਾ ਬਾਹਰ ਆ ਜਾਂਦਾ, ਮਹਾਰਾਜ ਦੱਸੋ ਕੀ ਤਮਾਸ਼ਾ? ਉੱਥੇ ਉਹਨੇ ਇੱਕ ਸ਼ੇਰ ਕਿਹਾ ਉਰਦੂ 'ਚ, ਕਹਿੰਦਾ ਹਜ਼ਰਤੇ ਇਨਸਾਨ ਕਾ ਕੈਸਾ ਤਕੱਬਰ ਤੇਜ ਹੈ। ਵੇਖ ਇਸ ਬੰਦੇ ਦਾ ਬਾਹਰ ਦਾ ਭੇਖ ਤੂੰ। हजरते इंसान का कैसा तकब्बर तेज है, खाक का पुतला बना मगर खाक से परहेज है। कहता वेख एडे कपड़े टौरी पाई बैठा तो मिट्टी तो डरदा, इनू कमले नू पता नहीं कल नू मिट्टी च मरना है। इस नू बाबा फरीद कहता फरीदा मैं भुलावा पग दा, दस्तार सजाओ सोहनी सजाओ। गुरमुखों पर एक मैं बेनती करांगा, दुनिया नू प्रभावित कर ली ना सजाओ, गुरु की प्रसन्नता लैन लई सजाओ। हो सकता कईयां नू ये बात चंगी ना लगे मेरी। फिर आ बचन फरीदा मैं भुलावा पग दा, मत मैली खो जाए, गैला रूह ना जानदा सिर भी मिट्टी खाए। एक दिन जिथे बन्नी इनू मिट्टी ने खा जाना। बाबा फरीद साहब पग बंदे हुंदे सन। आप हजूर ने इत्थे क्या ना विखावा कर, धन दा तन दा। अगली बेनती जप तप सिमरन करना है, गुरमुखा ओदा भी विखावा ना कर। सियाणा जिमीदार गुरु नानक साहब दियां एक उदाहरण है।
ਨਾਮ ਬੀਜ ਸੰਤੋਖ ਸੁਹਾਗਾ। ਜਿਨ੍ਹਾਂ ਵਾਹੀ ਕੀਤੀ ਉਹਨੂੰ ਪਤਾ ਹੈ ਬੀਜ ਨੂੰ ਛੱਟਾ ਦਿਓ ਭਾਵੇਂ ਕੇਰਾ ਕਰੋ। ਦੋ ਤਰੀਕੇ ਨਾਲ ਬੀਜਦੇ ਸਾਂ ਆਪਾਂ। ਜਦੋਂ ਕਣਕ ਬੀਜਣੀ, ਮੈਂ ਕਣਕ ਦੀ ਗੱਲ ਕਰ ਰਿਹਾ, ਛੱਟਾ ਦੇ ਦਿਓ, ਕੇਰਾ ਦੇ ਦਿਓ। ਪਰ ਜਦੋਂ ਬੀਜ ਧਰਤੀ ਤੇ ਪੈ ਜਾਏ, ਸਿਆਣਾ ਜ਼ਿਮੀਦਾਰ ਟਾਈਮ ਨਹੀਂ ਪੈਣ ਦਿੰਦਾ। ਬੀਜ ਪੈਂਦਿਆਂ ਸਾਰ ਸੁਹਾਗਾ ਫੇਰ ਦਿੰਦਾ ਸੀ। ਮਿੱਟੀ ਦੇ ਥੱਲੇ ਦਾਣਾ ਆ ਜਾਏ, ਦਾਣੇ ਉੱਤੇ ਮਿੱਟੀ ਆ ਜਾਏ। ਕਦੀ ਉਹ ਛੱਟਾ ਦੇ ਕੇ ਕਹਿੰਦਾ ਸੀ ਢੋਲ ਮਾਰ ਕੇ, ਪਿੰਡ ਵਾਲਿਓ ਆਓ ਵੇਖੋ ਮੈਂ ਇੰਨੇ ਮਣ ਬੀਜ ਪਾਇਆ। ਉਹਨੂੰ ਪਤਾ ਸੀ ਪਿੰਡ ਵਾਲੇ ਨੂੰ ਵਿਖਾਣ ਲੱਗਾ ਤੇ ਨਾ ਉਗਣਾ ਹੈ, ਇਹਨੂੰ ਪੰਛੀਆਂ ਚੁਣ ਕੇ ਲੈ ਜਾਣਾ। ਜੇ ਫਸਲ ਚੰਗੀ ਲੈਣੀ ਹੈ ਤੇ ਬੀਜ ਵਿਖਾਈ ਨਾ। ਜੇ ਰੱਬ ਦੇ ਘਰ ਵਿੱਚੋਂ ਬਖਸ਼ਿਸ਼ ਲੈਣੀ ਹੈ ਤੇ ਆਪਣੇ 4 ਦਿਨ ਦਾ ਜਪ ਤਪ ਉਹਦਾ ਡੰਪ ਬਣਾ ਕੇ ਲੋਕਾਂ ਨੂੰ ਦਿਖਾ ਨਾ, ਕਿਉਂਕਿ ਸੋਕਾ ਪੈ ਜਾਏਗਾ। ਤੇ ਪੈਂਦਾ ਦਿਖੇ। ਮਹਾਰਾਜ ਕਹਿੰਦੇ ਆ ਕਿ ਨਾਮ ਬੀਜ ਸੰਤੋਖ ਸੁਹਾਗਾ। ਫਿਰ ਮੈਂ ਬੇਨਤੀ ਕਰਾਂਗਾ, ਬਾਣੀ ਸੁਣਾਈਏ, ਬਾਣੀ ਪੜ੍ਹੀਏ, ਪਰ ਜਦੋਂ ਕੁਝ ਮਿਲ ਜਾਏ ਲੋਕਾਂ ਲਈ ਨਹੀਂ। ਹਾਂ, ਲੋਕਾਂ ਦੇ ਭਲੇ ਵਾਸਤੇ ਅਰਦਾਸ ਕਰੀਏ, ਸਿਮਰਨ ਕਰੀਏ। ਪਰ ਜੇ ਇਹ ਕਹੀਏ ਵੀ ਲੋਕ ਖੁਸ਼ ਹੋ ਜਾਣਗੇ ਵੀ ਮੈਂ ਬੜਾ ਭਜਨੀਕ ਪੁਰਸ਼ਾਂ, ਗੁਰੂ ਸਾਹਿਬ ਕਹਿੰਦੇ ਨਾ, ਇਹ ਪਖੰਡ ਨਾ ਕਰ। ਪੜ ਪੁਸਤਕ ਸਦਿਆ ਬਾਦੰਗ, ਸਿਲ ਪੂਜਸ ਬਗਲ ਸਮਾਦੰਗ, ਮੁਖ ਝੂਠ ਵਿਭੂਕਨ ਸਾਰੰਗ, ਤ੍ਰੈਪਾਲ ਤਿਹਾਲ ਵਿਚਾਰੰਗ, ਗਲ ਮਾਲਾ ਤਿਲਕ ਲਲਾਟੰਗ, ਦੋ ਧੋਤੀ ਬਸਤਰ ਕਪਾਟੰਗ, ਜੇ ਜਾਨਸ ਬਰਮੰਗ ਕਰਮੰਗ, ਸਭ ਫੋਕਟ ਨਿਸ਼ਚੋ ਕਰਮੰਗ, ਕਉ ਨਾਨਕ ਨਿਸ਼ਚੋ ਧਿਆਵੈ, ਬਿਨ ਸਤਿਗੁਰ ਵਾਟ ਨਾ ਪਾਵੈ। ਡੱਡੈ ਡੰਪ ਕਰੋ ਕਿਆ ਪ੍ਰਾਣੀ। ਮੈਂ ਪਿਛਲੇ ਦਿਨੀ ਪਿੰਡ 'ਚ ਗਏ। ਜਦੋਂ ਪਿੰਡ ਜਾਈਏ, ਚਲੋ ਉਦੋਂ ਬਲਟੋਈ 'ਚ ਹੀ ਸਬਜ਼ੀ ਬਣਦੀ ਹੈ ਨਾ ਜ਼ਿਆਦਾਤਰ। ਬਲਟੋਈ ਸਮਝੇ, ਹਾਂਡੀ ਕਹਿੰਦੇ, ਸਾਡੇ ਬਲਟੋਈ ਕਹਿੰਦੇ ਸਨ, ਮਿੱਟੀ ਦੀ। ਤੇ ਅੱਜ ਕੱਲ੍ਹ ਕੂਕਰ ਨੇ ਨਾ। ਮੈਂ ਹਾਂਜੀ, ਇਹ ਧਰਮ ਹੀ ਜੇ। ਪਹਿਲਾਂ ਬਲਟੋਈਆਂ ਸਨ, ਆਵਾਜ਼ ਕੋਈ ਨਹੀਂ ਸੀ ਲੱਗਦੀ, ਗੁਆਂਢੀ ਨੂੰ ਵੀ ਰੱਖਿਆ ਕਿ ਨਹੀਂ ਕੁਝ। ਇਸ ਤਰ੍ਹਾਂ ਹੀ ਬਲਟੋਈ ਉੱਤੇ ਚੱਪਣੀ ਰੱਖੀ, ਆਪਣੇ ਆਪ ਰਿੱਝੀ ਜਾਂਦੀ ਸੀ। ਅੱਜ ਕੱਲ੍ਹ ਸਾਰੇ ਕੁੱਕਰ ਬਣੇ, ਇੰਨੀ ਸੀਟੀ ਮਾਰਦੇ ਤੇ 10 ਘਰਾਂ ਨੂੰ ਪਤਾ ਲੱਗ ਜਾਂਦਾ ਇਹਨਾਂ ਘਰ ਦਾਲ ਬਣਦੀ ਪਈ। ਸੱਚੀ ਮੁੱਚੀ ਅੱਜ ਦੀ ਭਗਤੀ ਵੀ ਕੁੱਕਰ ਦੀ ਸੀਟੀ ਬਣ ਕੇ ਰਹਿ ਗਈ ਹੈ। ਪਰ ਜਿਹੜਾ ਸਵਾਦ ਗੁੱਝੀ ਰਿੱਝੀ 'ਚ ਨਾ, ਉਹ ਸੀਟੀਆਂ ਵਾਲੀਆਂ 'ਚ ਨਹੀਂ। ਜਿੰਨਾ ਗੁੱਝਾਂ ਹੈ, ਖਿਮਾ ਕਰਿਓ, ਰਸ ਉਹਦੇ 'ਚ ਭਰਨਾ ਜਿਹੜਾ ਢੱਕਿਆ ਹੈ, ਜਿਹੜਾ ਵਾਰ-ਵਾਰ ਚੁੱਕੀ ਜਾਂਦਾ, ਸਭ ਕੁਝ ਵਿਖਾਈ ਜਾਂਦਾ, ਕੀ ਰਸ ਭਰਨਾ ਹੈ। ਇਹ ਤਾਂ ਮੈਂ ਅਰਥ ਸਿਰਫ ਥੋੜ੍ਹੇ ਜਿਹੇ ਕੀਤੇ ਆ। ਇਹ ਬੜੀ ਡਿਟੇਲ ਨਾਲ ਅਰਥ ਮੰਗਦੇ ਆ। ਡੱਡੈ ਡੰਫ ਕਰੋ ਕਿਆ ਪ੍ਰਾਣੀ, ਜੋ ਕਿਛ ਹੋਵਾ ਸੋ ਸਭ ਚੱਲਣਾ। ਕਿਹਨੂੰ ਦਿਖਾਣਾ ਪਿਆ? ਜਿਹੜੀ ਚੀਜ਼ ਦਿਖਾ ਰਿਹਾ ਉਹਨੇ ਵੀ ਚਲੀ ਜਾਣਾ। ਗੁਰੂ ਸਾਹਿਬ ਜੀ ਫਿਰ ਕੀ ਕਰੀਏ? ਕਹਿਣ ਲੱਗੇ, ਤਿਸੈ ਸਰੇਵੋ, ਉਸ ਨੂੰ ਸਿਮਰੋ ਜਿਨਨੇ ਪੈਦਾ ਕੀਤਾ ਹੈ। ਤਿਸੈ ਸਰੇਵੋ, ਤਾਂ ਸੁਖ ਪਾਵੋ। ਆਤਮਿਕ ਸੁਖ ਤਾਂ ਪਾਵੋਗੇ ਜਿਨਨੇ ਖਲਾਰਾ ਰਚਿਆ। ਇਹਦਾ ਵਿਖਾਵਾ ਨਾ ਕਰੋ, ਉਹ ਖਲਾਰਾ ਪਾਣ ਵਾਲੇ ਨੂੰ ਚੇਤੇ ਕਰੋ। ਇਹਨੂੰ ਫਿਰ ਇੱਕ ਸੋਤੋ ਕਰਾਈ। ਕਬੀਰ ਸਾਹਿਬ ਦਾ ਇੱਕ ਬਚਨ, ਚੱਚਾ ਰਚਤ ਚਿੱਤਰ ਹੈ ਭਾਰੀ, ਤਜ ਚਿੱਤਰੈ ਚੇਤੋ ਚਿਤਕਾਰੀ। ਉਸ ਪਰਮਾਤਮਾ ਚਿੱਤਰਕਾਰ ਨੇ, ਉਸ ਪੇਂਟਰ ਨੇ ਬੜੀਆਂ ਸੋਹਣੀਆਂ ਮੂਰਤਾਂ ਬਣਾ ਦਿੱਤੀਆਂ, ਇੰਨੀਆਂ ਸੋਹਣੀਆਂ ਤਸਵੀਰਾਂ ਬਣਾਈਆਂ। ਤਸਵੀਰ ਦਾ ਅਰਥ ਆ ਬਾਹਰ ਮੁਖੀ ਸਭ ਕੁਝ ਸਿਰਜਿਆ। ਗੁਰੂ ਸਾਹਿਬ ਤਾਂ ਉਹਨੂੰ ਬੜਾ ਪਿਆਰਾ ਸ਼ਬਦ ਵਰਦੇ ਆ। ਸਾਇੰਸਦਾਨ ਨੂੰ ਪੁੱਛੋ, ਉਹ ਕਹੇਗਾ ਤਾਰੇ ਨੇ ਇਹਨਾਂ ਦੀ ਜੇ ਲਾਈਟ ਨਹੀਂ ਆਈ, ਇਹ ਬੜੀ ਦੇਰ ਦੀ ਚੱਲੀ ਹੋਈ ਹੈ। ਜਦੋਂ ਬਾਬੇ ਨੂੰ ਪੁੱਛੋ ਸੁੰਦਰਤਾ ਵੇਖ ਕੇ, ਕਹਿੰਦਾ ਓਏ ਅੰਦਰ ਦੀਆਂ ਥਾਲੀਆਂ ਘਮਾਣ ਵਾਲਿਓ, ਰੱਬ ਦੇ ਥਾਲ ਵੱਲ ਝਾਤੀ ਮਾਰ ਕੇ ਦੇਖੋ, ਤਾਰੇ ਮੋਤੀਆਂ ਦੀ ਤਰ੍ਹਾਂ ਚਮਕਦੇ ਪਏ ਆ। ਹਾਲਾਂ ਤਾਰੇ ਮੋਤੀ ਤੇ ਨਹੀਂ ਨਾ। ਉਹ ਸੁੰਦਰਤਾ ਦੀ ਵਿਆਖਿਆ ਬਦਲ ਦਿੱਤੀ। ਮਹਾਰਾਜ ਕਹਿੰਦੇ, ਚੱਚਾ ਰਤ ਚਿੱਤਰ ਹੈ ਭਾਰੀ, ਤਜ ਚਿੱਤਰੈ ਚੇਤੋ ਚਿਤਕਾਰੀ। ਚਿੱਤਰ ਬਚਿੱਤਰ ਇਹ ਅਵਚੇਰਾ, ਤਜ ਚਿੱਤਰੈ ਚਿੱਤ ਰਾਖ ਚ ਤੇਰਾ। ਉਸ ਨੂੰ ਚੇਤੇ ਕਰ ਜਿਹਨੇ ਸਭ ਕੁਝ ਬਣਾਇਆ। ਫਿਰ ਕੀ ਹੋਵੇਗਾ? ਜੇ ਸਿਮਰੋਗੇ ਤਾਂ ਸੁਖ ਪਾਵੋ। ਪਿਆਰਿਓ, ਕਿਹਨੂੰ ਸਿਮਰੋ? ਸਰਬ ਨਿਰੰਤਰ ਰੱਬ ਰਿਹਾ, ਜਿਹੜਾ ਸਾਰੀਆਂ ਥਾਵਾਂ ਤੇ ਵਿਆਪਕ ਹੈ। ਕੋਈ ਜਗ੍ਹਾ ਐਸੀ ਨਹੀਂ ਜਿੱਥੇ ਉਹ ਰਵਿਆ ਨਹੀਂ। ਇਸ ਤੋਂ ਅੱਗੇ ਮਹਾਰਾਜ ਕਹਿੰਦੇ, ਢੱਡੈ ਟਾਹੇ ਉਸਾਰੈ ਆਪੇ। ਢੱਡੇ ਅੱਖਰ ਨਹੀਂ, ਢਾਂਦਾ ਵੀ ਹੋਵੇ ਤੇ ਢੱਠਿਆਂ ਨੂੰ ਫਿਰ ਬਣਾ ਵੀ ਦਿੰਦਾ। ਇਹਨੂੰ ਜਪਜੀ ਸਾਹਿਬ ਜੀ, ਗਾਵੈ ਕੋ ਜੀ ਲੈ ਫਿਰ ਦੇ, ਬਸ ਇਹਦੇ 'ਚ ਆ ਗਿਆ ਇਸ ਤੁਕ 'ਚ। ਕੋਈ ਇਸ ਕਰਕੇ ਗਾਉਂਦਾ ਹੈ, ਤੂੰ ਸਰੀਰ ਵਿੱਚ ਰੱਖੀ ਕੋਈ ਜਿੰਦ ਨੂੰ ਵਾਪਸ ਲੈ ਲੈਣਾ ਤੇ ਤੇਰੀ ਆਪਣੀ ਮੌਜ। ਇੱਕ ਸਰੀਰ ਢਾਨਾ ਪਿਆ, ਦੂਜਾ ਸਰੀਰ ਕਾਇਮ ਕਰਕੇ ਉਹਨੂੰ ਉਸਾਰ ਦੇਣਾ ਹੈ। ਜੀ ਲੈ
फिर दे, फिर बेनती, लै लेना, बनाना, ढांदा भी आप है ते उसारदा भी आप है, वो ढा भी रहा ते बना भी रहा। सच्ची जी इस वक्त आप जो बोल रहे हैं, पता नहीं किन्ने कु तन डिग पे आ, ढट्ठे ने, ते किन्ने कु नवे बच्चे ने, उन्हें नवे भवन उसार के विच जोत टिका दी है। महाराज कहते ने ढड्डा ढाए उसारा आपै, वो आपे बनांदा है, आपे ढांदा है। ते अगली गल, उन्होंने बनांदियां भी देर नहीं लगती। भावें ठीक है साइंस कह रही है भी पहला गैस सी, उस तो बाद मैं बेनती की, करता पुरख शब्द इन्ने कमाल दा है, उन्होंने बनान लग्या बाहरों मटीरियल की लोड़ ही नहीं पैंदी। जिस दिन उन्हें सृष्टि बनाई, एक शब्द अध्यात्मक तौर पर, एक मटीरियल के तौर पर, मैं उस दिन कहा सी मटीरियल के तौर पर साचे ते पवना भया, पवने ते जल होए, पौण बनी, पानी बनया, सब कुछ बनया। पर जदों तुसी ओदी अपने ढाण उसारन की खेड वरतोगे, उदों फिर गुरु साहब कहते अखरन भरन जाका नेत्र फोर, तिसका मंत्र ना जाने खोर। आपे ढांदा है, आपे बना लैंदा है। ते महाराज कहते ज्यों तिस भावै तिवें करे। इन्ना बेपरवाह किसी नूं विच दखल नहीं देन दिंदा, जिवें उहनूं पाउंदा है ना, ज्यों तिस भावै, जो उहनूं चंगा लगदा है। महाराज कहते तिवें करे, वो कुछ करेगा जो उहनूं चंगा लग रहा है। अगे महाराज ने कर कर वेखै, इहदा अर्थ बनांदा है। वेखै दा लफ्जी अर्थ है उन्हां दी संभाल करदा है, बनांदा भी है ते संभाल भी करदा। एवें नहीं भी बना दिता जी बेकार जिहा सड़ दिता। गुरु नानक साहब तो इत्थों तक बख्शिश करते आ, ये थोड़ा जिहा सुनियो गुरमुखो टेक के। महाराज बचन करते आ, असी मान लो कोई चीज़ खरीद के लियाउने घर, क्योंकि साल पर 2 साल लगातार खरीदी लियाइए। फिर जे किते मान लो खरीदी कोई चीज़ नूं 2 साल बाद लोड़ पै जाए वरतों च, ते आपां कहने लियांदी ते जरूर है पर चेता भुल गया है, तां घर दी किसे खूंजे चेता भुल गया। महाराज गुरु नानक साहब कहते ने तेरा घर 5 7 10 कमरियां दा है, तू थीमत जाए स्थान च जो तू लियांदा चेता भुल गया, पर ओदा घर एडा वड्डा है, कली ये प्लैनेट नहीं, पता नहीं किन्नियां कुछ सृष्टियां बनाइया ने, जो कुछ बनाया उन्होंने कोई चेते विचों भुलदा ही नहीं, ਉਹਦੇ कोई चेते चों नहीं विसरदा। चित्तै अंदर सब को, सुनियो गल तुक भावें तुसीं रोज़ पढ़दे हो आसा की वार, चित्तै अंदर सब को जो कुछ इन्हें बनाया है, कीड़ी तो लैके हाथी तक ਉਹਦੇ चेते चों कोई नहीं निकलदा, ਉਹਨੂੰ सब दा पता है। चीटी ते कुंचर अस्तूला सब पर कृपा दृष्ट कर भूला, खसमै नदरी कीड़ा आवे जेते चुगै दाने, चित्तै अंदर सब को वेख नदरी खेड़ चलाएंदा। तेरे चेते चो कोई नहीं विसरदा, पर बंदा ही बदकिस्मत है जिहड़ा तेनू चेते विचों भुला दिंदा है। फिर अज साल चढ़िया नवां, मैं तां थोड़ा जिहा जिक्र कर दियां क्यों मैनूं पता पिछले सालां च आपां दिन मनाते भी रहे, पर वर्किंग डे करके ये हुण आहिस्ता आहिस्ता चंगा शुरू हो गया सिखां च। अपना इस साल आपां मनाने आ, अज चेत प्रारंभ होया है, ते आपां बड़ी खुल के दी व्याख्या कीती सी। मैनूं पता है कईयां हुण कहना जी संगरांद दी पूजा कोई नहीं जी, मैं कित्थे कहना संगरांद नूं तुसीं पूजो, पर घट्टो घट जिहड़ी समय की तरतीब गुरु ने सानू दित्ती उस नूं जरूर चेते रखो। एक निमक तो गुरु शुरू करके जुगां तक की गल करते हैं। थोड़ा रिपीट करांगा, असी समय नूं असी की करने आ, चलो अज जिहड़ा टाइम असी कह रहे हैं ये टाइम गुरु ग्रंथ साहिब च ये शब्दावली नहीं, ये शब्दावली नहीं, ना मिनट ने ना घंटे ने ना कोई होवे, ये शब्दावली है ही नहीं। टाइम तो वही रहेगा ना, टाइम का सर्कल वही रहना है, पर ना वखरे ने। तो एक बार आप मैं बेनती की सी, जे गुरु ग्रंथ साहिब च टाइम दे शब्दावली पढ़नी है ना, बस एक तुक चेते रखियो, बाणी की सारी शब्दावली उहदे च विसवे चसियां घड़ियां पैरां थित्ती वारी माह होवा, सारा टाइम यही है जी बाणी च। अख नूं 15 वारी झमको नैचुरली धक्के नाल नहीं,
ਇਹ ਇੱਕ ਵਿਸਾ ਬਣਦਾ, 15 ਵਿਸਿਆਂ ਦਾ ਇੱਕ ਚਸਾ ਬਣਦਾ, 30 ਚਸਿਆਂ ਦਾ ਇੱਕ ਪਲ ਬਣਦਾ, 60 ਪਲਾਂ ਦੀ ਇੱਕ ਘੜੀ ਬਣਦੀ ਹੈ, 7.5 ਘੜੀਆਂ ਦਾ ਇੱਕ ਪਹਿਰ ਬਣਦਾ, 8 ਪਹਿਰਾਂ ਦਾ ਦਿਨ ਤੇ ਰਾਤ ਬਣਦਾ, 7 ਵਾਰ ਨੇ 12 ਮਹੀਨੇ ਨੇ। ਇਸ ਤਰ੍ਹਾਂ ਟਾਈਮ ਹੈ। ਅੱਖ ਦਾ ਇੱਕ ਵਾਰੀ ਝਮਕਣਾ। ਇਹ ਕਾਰਨ ਗੁਰੂ ਸਾਹਿਬ ਨਿਮਕ ਸ਼ਬਦ ਤੇ ਬੜਾ ਜ਼ੋਰ ਦਿੰਦੇ ਆ ਵੀ ਇੱਕ ਨਿਮਕ ਨਾ ਭੁੱਲੇ, ਇੱਕ ਸਵਾਸ ਤੇ ਬੜਾ ਜ਼ੋਰ ਦਿੰਦੇ ਆ। ਹੁਣ ਸਮੇਂ ਦੇ ਸਰਲੇਖ ਥੱਲੇ ਬੜੀ ਬਾਣੀ ਹੈ ਜੀ। ਦਾਸ ਨੇ ਇੱਕ ਵਾਰ ਬੇਨਤੀ ਕੀਤੀ ਸੀ, ਪਹਿਰਾਂ ਦੇ ਸਰਲੇਖ ਥੱਲੇ ਬਾਣੀ, ਦਿਨ ਰਾਤ ਦੇ ਸਰਲੇਖ ਥੱਲੇ ਬਾਣੀ, ਵਾਰ ਸਾਦੇ। ਫਿਰ ਅਗਲੀ ਪ੍ਰੋਬਲਮ ਸਾਨੂੰ ਇਹ ਵੇ ਜਿਹੜੀ ਜੀ, ਇਹ ਤਾਂ ਫਲਾਣੇ ਧਰਮ ਚੋਂ ਆਇਆ ਜੀ ਸ਼ਬਦ। ਚਲੋ ਆਪਾਂ ਬਿਲਕੁਲ ਇਹ ਵਿਸ਼ਾ ਨਹੀਂ ਲਿਆ, ਇਹ ਫਲਾਣੇ ਧਰਮ ਚੋਂ ਆ ਗਿਆ, ਬਣ ਜਾਓ ਤੁਸੀਂ ਬਾਹਮਣ ਨੂੰ, ਇਸ ਦੀ ਕਹਿੰਦੇ ਸਾਰੇ। ਮੈਂ ਤੁਹਾਨੂੰ ਇੱਕ ਬੇਨਤੀ ਕਰਾਂ, ਜਦੋਂ ਤੁਸੀਂ ਪੰਜਾਬੀ 'ਚ ਬੋਲਦੇ ਹੋ 7 ਵਾਰ, ਅੰਗਰੇਜ਼ੀ ਛੱਡੋ, ਪੰਜਾਬੀ 'ਚ ਕਿਹੜਾ ਵਾਰ? ਉਦੋਂ ਅਸੀਂ ਕਿਹਾ ਪਹਿਲਾ ਵਾਰ ਐਤਵਾਰ ਹੈ ਨਾ, ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ ਤੇ ਸ਼ਨੀਚਰਵਾਰ। ਭਾਈ ਗੁਰਦਾਸ ਸਾਹਿਬ ਨੇ ਇਸ ਵਾਰ ਦੇ ਨਾਮ ਤੇ ਕਟਾਕਸ਼ ਕੀਤਾ। ਉਹ ਕਹਿੰਦੇ ਨੇ ਵਾਰ ਬਣਾਉਣ ਲੱਗਿਆ, ਵਾਹ ਪ੍ਰਮਾਤਮਾ ਤੂੰ ਸੰਸਾਰ ਦਿੱਤਾ, ਤੂੰ ਵਕਤ ਦਿੱਤਾ। ਇਸ ਬੰਦੇ ਨੇ ਵਕਤ ਦੀ ਗਿਣਤੀ ਕਰਦਿਆਂ 7 ਵਾਰ ਦੇਵਤਿਆਂ ਤੇ ਗ੍ਰਹਿਆਂ ਨੂੰ ਦੇ ਦਿੱਤੇ। ਸਭ ਕੁਝ ਬਣਾਉਣ ਵਾਲੇ ਦਾ ਇੱਕ ਓੰਕਾਰ ਦੇ ਨਾਮ ਤੇ ਇੱਕ ਵੀ ਵਾਰ ਨਹੀਂ, ਪਰ ਸ਼ਬਦਾਵਲੀ ਤਾਂ ਹੀ ਵਰਤੀ ਗਈ। ਇਹ ਭਾਈ ਸਾਹਿਬ ਦੀ ਰਚਨਾ ਹੈ, ਗੁਰਦਾਸ ਸਾਹਿਬ ਦੀ। ਭਾਈ ਸਾਹਿਬ ਜੀ ਕਹਿੰਦੇ ਆ, ਆਦਿ ਤੋਂ ਸੋਮ ਭਉ ਬਿਰਧ ਬੁੱਧ ਹੂੰ ਬ੍ਰਹਸਪਤ ਸ਼ੁਕਰ ਸ਼ਨੀਚਰ ਸਾਤੋਂ ਬਾਰ ਬਾਟ ਦੀਨੇ ਗਏ। ਪਹਿਲੀ ਤੋਂ ਗਏ, ਸੱਤੇ ਆ ਗਏ। ਆਦਿ ਦਾ ਅਰਥ ਐਤਵਾਰ, ਸੋਮ ਦਾ ਅਰਥ ਸਮਝ ਗਏ, ਭੌਮ ਦਾ ਅਰਥ ਮੰਗਲ, ਅਗਲੇ ਸਾਰੇ ਨਾਮ ਪ੍ਰਚਲਿਤ ਨੇ। ਆਦਿ ਤੋਂ ਸੋਮ ਭੌਮ ਬੁੱਧ ਹੂੰ ਬ੍ਰਹਸਪਤ ਸ਼ੁਕਰ ਸ਼ਨੀਚਰ ਸਾਤੋਂ ਬਾਰ ਬਾਟ ਦੀਨੇ ਗਏ। ਥਿਤ ਪਚ ਮਾਸ ਰੁੱਤ ਲੋਕਨ ਮੈਂ ਲੋਕਾਚਾਰ, ਇੱਕ ਇੱਕ ਅੰਕਾਰ ਕੋ ਨਾ ਕਉ ਦਿਨ ਦਿਨੋ ਹੈ। 7 ਵਾਰਾਂ 'ਚ ਇੱਕ ਅੰਕਾਰ ਦਾ ਦਿਨ ਹੈਗਾ ਕੋਈ, ਪਰ ਮਹਾਰਾਜ ਨੇ ਸੰਕੀਰਨਤਾ ਨਹੀਂ ਵਰਤੀ। ਉਹਨੇ ਕਿਹਾ ਜਿਹੜੇ ਗੁਰੂ ਸਾਹਿਬ ਕਹਿੰਦੇ ਪ੍ਰਚਲਿਤ ਨੇ, ਲਿਆਓ ਪ੍ਰਚਲਿਤਾਂ ਨੂੰ ਵਰਤੋ, ਅਸੀਂ ਇਹਨਾਂ ਦੀ ਵਿਆਖਿਆ ਬਦਲ ਕੇ ਰੱਖ ਦਿਆਂਗੇ। ਮੈਂ ਇਸ ਕਰਕੇ ਬੇਨਤੀ ਕਰਾਂ, ਮਹੀਨਿਆਂ ਦੇ ਦਿਨ ਜਿਹੜੇ ਵਰਤੇ ਆ, ਸਾਡੇ ਕੋਲ ਜਦੋਂ ਸਾਲ ਦੀ ਆਰੰਭਤਾ ਹਜ ਹੋਈ, ਅੱਜ ਤੁਹਾਨੂੰ ਪਤਾ ਹੋਣਾ ਸਵੇਰੇ ਦਰਬਾਰ ਸਾਹਿਬ ਹੁਕਮਨਾਮਾ ਕੀ ਆਇਆ, ਮੇਰੇ ਸ਼ਾਹਾ ਮੈਂ ਹਰ ਦਰਸ਼ਨ ਸੁਖ ਹੋਏ। ਇਹ ਜ਼ਰੂਰ ਚੇਤੇ ਰੱਖਣਾ ਚਾਹੀਦਾ। ਅੱਜ ਜਦੋਂ ਸਾਲ ਚੜ੍ਹਿਆ, ਮਹਾਰਾਜ ਨੇ ਹੁਕਮ ਦਿੱਤਾ ਦਰਬਾਰ ਸਾਹਿਬ ਤੋਂ, ਅੱਜ ਚੇਤ ਆਰੰਭ ਹੋਇਆ। ਮੈਂ ਸਿਰਫ ਇੱਕ ਬੇਨਤੀ ਕਰਾਂਗਾ, ਅਸੀਂ ਸ਼ਬਦਾਵਲੀ ਚੇਤਰ ਹੀ ਵਰਤਨੇ ਆ। ਚੇਤਰ ਕਹਿੰਦੇ ਆ, ਗੁਰੂ ਸਾਹਿਬ ਨੇ ਸ਼ਬਦ ਚੇਤ ਵਰਤਿਆ ਜੀ ਇਹ 12ਵਾਂ ਮਾਝ ਵਿੱਚ। ਹੁਣ ਇੱਥੇ ਇੱਕ ਬੇਨਤੀ ਹੈ, ਇੱਕ ਚੇਤਦਾਰ ਤੇ ਚੇਤਰ ਪਹਿਲਾ ਮਹੀਨਾ, ਪਰ ਮੈਨੂੰ ਇੰਜ ਪ੍ਰਤੀਤ ਹੁੰਦਾ ਇਸ ਮਹੀਨੇ ਨੂੰ ਵੀ ਗੁਰੂ ਨੇ ਅਰਥ ਬਦਲ ਦਿੱਤੇ। ਚੇਤ ਦਾ ਅਰਥ ਹੈ ਚੇਤਾ, ਸਿਮਰਨ, ਯਾਦ, ਬੰਦਗੀ। ਉੱਥੇ ਮਹਾਰਾਜ ਜੀ ਨੇ ਕਿਹਾ ਚੇਤ ਦਾ ਮਹੀਨਾ ਚੜ੍ਹਿਆ, ਤੂੰ ਚਾਹੁੰਦਾ ਤੇਰਾ ਸਾਲ ਸੌਖਾ ਨਿਕਲੇ, ਆਨੰਦ ਭਰਪੂਰ ਨਿਕਲੇ, ਖੁਸ਼ੀ ਭਰਪੂਰ ਨਿਕਲੇ, ਪਰ ਇੱਕ ਕੰਮ ਕਰੀ, ਚੇਤ ਵਿੱਚ ਉਹਨੂੰ ਚੇਤੇ ਕਰ ਲੈ ਜਿਹਨੇ ਸਭ ਕੁਝ ਬਣਾਇਆ। ਤੇ ਚੇਤੇ ਕਰਨ ਦਾ ਤਰੀਕਾ ਇਹੀ ਕਿ ਜ਼ਬਾਨ ਤੋਂ ਬੋਲਿਆ ਕਰ ਤੇ ਜਪਣ ਵਾਲਿਆਂ ਦੀ ਸੰਗਤ ਕਰਿਆ ਕਰ। ਗੱਲਾਂ ਸਿਰਫ 2 ਕੀਤੀਆਂ, ਚੇਤ ਗੋਬਿੰਦ ਆਰਾਧੀ ਹੈ। ਮੈਂ ਇੱਕ ਵਾਰ ਇੱਥੇ ਕਥਾ ਕਰਦਿਆਂ ਕਿਹਾ ਸੀ, ਸ਼ਾਇਦ ਆਪ ਨੂੰ ਚੇਤੇ ਹੋਣਾ, ਕਿ ਚੇਤ ਵਿੱਚ ਸਿਰਫ ਸਾਧਨਾ ਹੈ ਤੇ ਫਲਗੁਣ ਵਿੱਚ ਸਾਧਨਾ ਨੂੰ ਫਲ ਲੱਗ ਜਾਂਦਾ। ਇਸ ਕਰਕੇ ਉੱਥੇ ਫੱਗਣ ਵੈਸੇ ਬਾਣੀ ਚ ਆਉਂਦਾ, ਪਰ ਇੱਥੇ ਮਹਾਰਾਜ ਨੇ ਫਲਗੁਣ ਵਰਤਿਆ, ਫੱਗਣ ਨਹੀਂ ਵਰਤਿਆ। ਫਲਗੁਣ ਸ਼ਬਦ ਵਰਤਿਆ ਮਹਾਰਾਜ ਨੇ। ਫਲਗਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟਿਆਏ। ਹੁਣ ਉੱਥੇ ਆਨੰਦ ਉਪਾਰ ਜਾਣਾ ਦਾ ਅਰਥ ਹੈ ਪ੍ਰੈਕਟੀਕਲ ਪੈਦਾ ਹੋ ਗਿਆ, ਪਰ ਚੇਤ ਵਿੱਚ ਕਿਹਾ ਅਜੇ ਪੈਦਾ ਨਹੀਂ ਹੋਇਆ, ਤੈਨੂੰ ਪ੍ਰੈਕਟਿਸ ਕਰਨੀ ਪੈਣੀ ਹੈ, ਤੂੰ ਰਸਨਾ ਨਾਲ ਜਪਿਆ ਕਰ। ਚੇਤ ਗੋਬਿੰਦ ਆਰਾਧਿਆ ਹੋਵੇ, ਆਨੰਦ ਘਣਾ ਸੰਤ ਜਨਾ ਮਿਲ ਪਾਈਐ, ਰਸਨਾ ਨਾਮ ਭਣਾ। ਸਿਰਫ 2 ਗੱਲਾਂ ਕੀਤੀਆਂ ਪੂਰੇ 12 ਮਾਹ 'ਚ, ਕਿ ਸੰਗਤ ਕਰਿਆ ਕਰ ਬੰਦਗੀ ਵਾਲਿਆਂ ਦੀ, ਤੇ ਜ਼ਬਾਨ ਨਾਲ ਚੇਤੇ ਕਰਿਆ ਕਰ ਰੱਬ ਨੂੰ, ਤੇ ਤੈਨੂੰ ਆਨੰਦ ਦੀ ਪ੍ਰਾਪਤੀ ਹੋਵੇਗੀ। ਤੇ ਫਲਗੁਣ 'ਚ ਚੇਤਾ ਬੀਜ ਹੈ, 12ਵਾਂ ਮਹੀਨਾ ਫਸਲ ਪੱਕ ਗਈ ਹੈ। ਫਲਗੁਣ ਆਨੰਦ ਉਪਾਰ ਜਨਾ ਕਰ ਸੱਜਣ ਪ੍ਰਗਟਿਆਏ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਮੈਂ ਸੰਖੇਪ ਜਿਹਾ ਵਿੱਚੋਂ ਤਾਂ
ਕਿ ਹਾਜ਼ਰੀ ਲੱਗ ਜਾਏ। ਇਹ ਮਹਾਰਾਜ ਨੇ ਬਖਸ਼ਿਸ਼ ਕੀਤੀ ਜੋ ਅਸੀਂ ਪੜ੍ਹ ਰਹੇ ਸਾਂ। ਕਰ ਕਰ ਵੇਖੈ ਢੱਡੈ ਢਾਏ ਉਸਾਰੇ ਆਪੇ, ਜਿਉਂ ਤਿਸ ਭਾਵੈ ਤਿਵੇਂ ਕਰੈ। ਕਰ ਕਰ ਵੇਖੈ, ਪੈਦਾ ਕਰਦਾ ਫਿਰ ਇਹਨੂੰ ਸੰਭਾਲਦਾ ਹੈ। ਹੁਕਮ ਚਲਾਏ, ਕਿਸੇ ਨੂੰ ਵਿੱਚ ਦਖਲ ਨਹੀਂ ਦੇਣ ਦਿੰਦਾ, ਆਪਣਾ ਹੁਕਮ ਚਲਾਉਂਦਾ ਹੈ। ਮਹਾਰਾਜ ਕਹਿੰਦੇ ਆ ਤਿਸ ਨਿਸਤਾਰੇ ਜਾ ਕੋ ਨਦਰ ਕਰੇ। ਇਸ ਦਾ ਤੱਤ ਭਾਵ ਇਹ ਜੇ ਢਾਂਦਾ ਹੈ, ਬਣਾਉਂਦਾ ਹੈ ਤੇ ਤਾਰਦਾ ਉਹਨੂੰ, ਇਹ ਤਿਸ ਨਿਸਤਾਰੇ ਉਹਨੂੰ ਹੀ ਪਾਰ ਕਰਦਾ ਜਾ ਕੋ ਨਦਰ ਕਰੇ, ਜਿਹਦੇ ਉੱਤੇ ਉਹਦੀ ਨਦਰ ਹੋ ਜਾਏ, ਬਖਸ਼ਿਸ਼ ਹੋ ਜਾਏ। ਬਾਣੀ ਪੜ੍ਹ ਕੇ ਮੈਂ ਕਹਿੰਦਾ ਬਹੁਤੀਆਂ ਚੀਜ਼ਾਂ ਮੰਗਣ ਦੀ ਥਾਂ ਨਾ ਵੀ ਨਾਮ ਦੇ ਦੇ, ਸਿਮਰਨ ਦੇ ਦੇ, ਆਹ ਦੇ ਦੇ, ਇੱਕੋ ਸ਼ਬਦ ਘੁੱਟ ਕੇ ਪੱਲੇ ਬੰਨ ਲਈਏ, ਤੂੰ ਆਪਣੀ ਰਹਿਮਤ ਭਰੀ ਨਜ਼ਰ ਦੇ ਦੇ, ਇਹਦੇ ਵਿੱਚ ਸਭ ਕੁਝ ਆ ਜਾਣਾ। ਨਾਮ ਵੀ, ਸਿਮਰਨ ਵੀ, ਸੁਖ ਵੀ, ਤੇ ਨਦਰ ਤੋਂ ਬਿਨਾ ਅੰਦਰ ਵਸਣਾ ਕੋਈ ਨਹੀਂ। ਇਹੀ ਕਾਰਨ ਉਸ ਦਿਨ ਜਦੋਂ ਸ਼ੁਰੂ ਕੀਤਾ ਮੈਂ ਕਿਹਾ 523 ਵਾਰ ਏਕ ਓੰਕਾਰ ਸਤਿਗੁਰ ਪ੍ਰਸਾਦ। ਇਹ ਵਾਰ-ਵਾਰ ਮਹਾਰਾਜ ਕਹਿੰਦੇ ਆ ਕਿਰਪਾ ਮੰਗ, ਤਰਸ ਮੰਗ, ਨਦਰ ਮੰਗ। ਤੇ ਆਪ ਨੂੰ ਪਤਾ ਹੋਵੇ ਕਿਰਪਾ, ਤਰਸ, ਨਦਰ ਨਾ ਜਪ ਦੀ ਮੁਥਾਜ ਹੁੰਦੀ ਹੈ, ਨਾ ਤਪ ਦੀ, ਨਾ ਗੁਣਾ ਦੀ, ਤੇ ਨਾ ਔਗਣ ਇਹਨੂੰ ਢਾਹ ਲਾ ਸਕਦਾ ਹੈ। ਜਿਹਦੇ ਤੇ ਨਦਰ ਕਰਨ ਵਾਸਤੇ ਆਵੇ ਸੱਚਮੁੱਚ ਇੱਕ ਖਿੰਨ ਵਿੱਚ ਲੋਹੇ ਨੂੰ ਕੀਮਤੀ ਲਾਲ ਬਣਾ ਦਿੰਦਾ ਹੈ। ਲੋਹਿਓ ਹੋਇਓ ਲਾਲ ਨਦਰ ਸਤਿਗੁਰੂ ਜਾ ਧਾਰੈ। ਗਾਉਂਦੇ ਸਾਰੇ ਆ ਪਰ ਮਹਾਰਾਜ ਕਹਿੰਦੇ ਨੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਤੁਸੀਂ ਗਾਓ, ਸਾਧਨਾ ਕਰੋ, ਪਰ ਜੇ ਇਹ ਕਹੋ ਜੀ ਮੇਰੇ ਗਾਣ ਨਾਲ ਅੰਦਰ ਧੁੱਸ ਜੂਗੀ, ਮਹਾਰਾਜ ਕਹਿੰਦੇ ਨੇ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ। ਸਮਾਏਗੀ ਉਹਦੇ ਅੰਦਰ ਜਿਹਦੇ ਉੱਤੇ ਨਦਰ ਹੋਵੇਗੀ। ਗੁਰੂ ਨਾਨਕ ਸਾਹਿਬ ਪਾਕਪਟਨ ਗਏ। ਪਾਕਪਟਨ ਜਦੋਂ ਪਹੁੰਚੇ, ਬਾਬਾ ਫਰੀਦ ਸਾਹਿਬ ਦੀ ਜਗ੍ਹਾ ਤੇ ਬੈਠੇ ਸਨ ਜਿਹੜੇ, ਕਿਉਂਕਿ ਆਪ ਨੂੰ ਪਤਾ ਹੋਵੇ ਬਾਬਾ ਸਾਹਿਬ ਗੁਰੂ ਨਾਨਕ ਸਾਹਿਬ ਤੋਂ ਤਕਰੀਬਨ 297 ਸਾਲ ਪਹਿਲਾਂ ਹੋਏ ਆ। ਗੁਰੂ ਨਾਨਕ ਸਾਹਿਬ ਤੋਂ ਉੱਥੇ ਕੋਈ ਸ਼ਲੋਕ ਨੇ, ਮੈਂ ਕੱਲੀ ਸਾਖੀ ਨਹੀਂ ਕਹਿ ਰਿਹਾ, ਨਦਰ ਜਿਹੜੀ ਹੈ ਬੜੀ ਵੱਡੀ, ਇਹ ਤਾਂ ਉਹਦੇ ਆਪਣੀ ਤੀ ਜੀ, ਪਤਾ ਨਹੀਂ ਕਿਹਦੇ ਤੇ ਕਦੋਂ ਕਰ ਦੇਣੀ। ਉੱਥੇ ਮਹਾਰਾਜ ਗਏ ਤੇ ਡੇਰੇ ਤੋਂ ਬਾਹਰ ਬਾਬਾ ਜੀ ਦੇ ਪਾਕਪਟਨ, ਤੇ ਉਸ ਵਕਤ ਉਹਨਾਂ ਦਾ ਇੱਕ ਮੁਰੀਦ, ਇੱਕ ਸ਼ਰਧਾਲੂ ਉਸ ਡੇਰੇ ਦਾ, ਜਾਂ ਅਸਥਾਨ ਕਹਿ ਲਓ ਜੀ, ਡੇਰਾ ਨਾ ਹੀ ਕਵਾਂ, ਉੱਥੇ ਉਹ ਸਵੇਰੇ ਸਵੇਰੇ 2 ਤੁਕਾਂ ਪੜ੍ਹੇ ਪਿਆ, 2 ਸ਼ਲੋਕ ਪੜ੍ਹੇ ਬਾਬਾ ਜੀ ਦੇ। ਪਹਿਲਾ ਉਹਨੇ ਸ਼ਲੋਕ ਪੜ੍ਹਿਆ, ਰਾਤ ਕਥੂਰੀ ਵੰਡੀਐ ਸੁੱਤਿਆਂ ਮਿਲੈ ਨਾ ਭਾਓ। ਕਥੂਰੀ ਦਾ ਲਫ਼ਜ਼ੀ ਅਰਥ ਹੈ ਨਾਮ ਦੀ ਕਸਤੂਰੀ। ਰਾਤ ਨੂੰ ਵੰਡੀ ਜਾਣੀ ਹੈ, ਤੇ ਜਿਹੜੇ ਸੁੱਤੇ ਨੇ ਉੱਥੇ ਭਾਉ ਦਾ ਅਰਥ ਪ੍ਰੇਮ ਨੇ, ਉੱਥੇ ਭਾਉ ਦਾ ਅਰਥ ਹਿੱਸਾ। ਉਹਨਾਂ ਨੂੰ ਹਿੱਸਾ ਨਹੀਂ ਜੇ ਲੱਭਣਾ ਜਿਹੜੇ ਸੁੱਤੇ ਰਹਿ ਗਏ। ਰਾਤ ਕਥੂਰੀ ਵੰਡੀਐ ਸੁੱਤਿਆਂ ਮਿਲੈ ਨਾ ਭਾਓ, ਜਿਨ੍ਹਾਂ ਨੈਣ ਨਿੰਦਰਾਵਲੇ ਤਿੰਨਾਂ ਮਿਲਨ ਕੁਆਓ। ਜਿਨ੍ਹਾਂ ਦੀਆਂ ਅੱਖਾਂ ਨੂੰ ਨੀਂਦ ਆ ਗਈ ਉਹਨਾਂ ਨੂੰ ਕਿੱਥੇ ਮਿਲੇਗਾ। ਪਹਿਲਾ ਸ਼ਲੋਕ ਅੰਮ੍ਰਿਤ ਵੇਲਾ ਸੀ, ਬਿਲਕੁਲ ਟਿਕਿਆ, ਉੱਚੀ ਆਵਾਜ਼ 'ਚ ਉਹਨੇ ਗਾਇਆ, ਬਾਬਾ ਜੀ ਦੇ ਕੰਨੀ ਪੈ ਗਿਆ। ਮਹਾਰਾਜ ਉੱਠ ਕੇ ਬੈਠੇ ਹੋਏ ਸਨ। ਦੂਜਾ ਸ਼ਲੋਕ ਉਹਨੇ ਨਾਲ ਹੀ ਪੜ੍ਹ ਦਿੱਤਾ ਕਿ ਪਹਿਲੇ ਪੈਰੈ ਫੁੱਲੜਾ ਫਲ ਪੀ ਪਛਾ ਰਾਤ, ਜੋ ਜਗਨ ਲਹਨ ਸੇ ਸਾਈਂ ਕੰਨੋ ਦਾਤ। ਪਿਛਲ ਪੈਰ ਪਰਮਾਤਮਾ ਦੀ ਇਬਾਦਤ ਪੱਕੇ ਹੋਏ ਫਲ ਨੇ, ਜਿਹੜੇ ਜਾਗਣਗੇ ਦਾਤ ਉਹਨਾਂ ਨੂੰ ਮਿਲੇਗੀ। ਮਹਾਰਾਜ ਆਵਾਜ਼ ਦੇ ਕੇ ਕਹਿੰਦੇ ਨੇ, ਵੇ ਮਰਦਾਨਿਆਂ, ਜੇ ਜਾਗਣ ਨਾਲ ਦਾਤਾਂ ਮਿਲ ਜਾਂਦੀਆਂ ਸਾਰੇ ਲੈ ਜਾਂਦੇ। ਕਰ ਰਬਾਬ ਸੁਰ ਉੱਚੀ ਆਵਾਜ਼ ਵਿੱਚ ਗਾਇਆ, ਦਾਤੀ ਸਾਹਿਬ ਸੰਦੀਆਂ ਕਿਆ ਚੱਲੇ ਤਿਸ ਨਾਲ, ਇੱਕ ਜਗੰਦੇ ਨਾਲ ਲੈਣ ਇੱਕ ਸੁੱਤਿਆਂ ਦੇ ਉਠਾਲ। ਸੁਣਿਓ ਨਦਰ ਕੀ ਕਹੇ, ਉਹ ਵੀ ਤਾਰਾਂਗੇ ਜਿੱਤੇ ਨਦਰ ਹੋ ਜਾਏ। ਮਹਾਰਾਜ ਨੇ ਨਾਲ ਹੀ ਉੱਤਰ ਦਿੱਤਾ ਵੀ ਦਾਤਾਂ ਰੱਬ ਦੀਆਂ ਨੇ, ਪਰ ਇਹ ਕੰਡੀਸ਼ਨ ਮਤ ਲਾਓ ਵੀ ਰਾਤ ਚਿਲੇ ਕੱਟਾਂਗੇ, ਛਿਲੇ ਕੱਟਾਂਗੇ। ਜਿਹੜੇ ਜਾਗਦੇ ਨੇ ਉਹਨਾਂ ਨੂੰ ਮਿਲਦੀਆਂ ਨੇ। ਜਪ ਦਾ, ਤਪ ਦਾ, ਕੀਰਤਨ ਦਾ, ਸਿਮਰਨ ਦਾ ਕਦੀ ਵੀ ਦਾਵਾ ਨਹੀਂ ਪੇਸ਼ ਕਰਨਾ ਮੈਂ ਆਹ ਕੀਤਾ ਤੂੰ ਤਾਂ ਮਿਲਿਆ। ਜੇ ਉਹ ਕਰਨਾ ਉਹਨੂੰ ਵੀ ਨਦਰ ਨਾਲ ਜੋੜ ਲੈ, ਤੂੰ ਨਦਰ ਕੀਤੀ ਤੇ ਮੈਂ ਕੀਤਾ। ਸਮਝ ਗਏ ਬੇਨਤੀ ਨਾ ਜੀ? ਖਿਮਾ ਕਰਿਓ ਵੀ ਅਸੀਂ ਉਹਨੂੰ ਆਪਣੇ ਨਾਲ ਜੋ ਜੋੜਨੇ ਉਦੋਂ ਮੁਸ਼ਕਲ ਹੋ ਜਾਂਦੀ। ਸਾਡੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸਨ ਕਿ ਸੋਦਰ ਰਹਿ ਰਾਜ ਜੀ ਕੀ ਅਰਦਾਸ, ਪ੍ਰਭੂ ਜੀ ਕੇ ਚਰਨ ਕਮਲਾਂ ਪਾਸ। ਮੈਂ ਕਹਿੰਦਾ ਸੀ ਕਿ ਡਿੱਕਵਾਰ ਦਾ ਸ਼ਬਦ ਵਰਦੇ ਨੇ, ਉਹ ਪਾਠ ਕਰਕੇ ਵੀ ਕਹਿੰਦੇ ਸਨ ਤੈਨੂੰ ਸਮਰਪਿਤ ਕੀਤਾ ਸਾਡਾ ਕੁਛ ਨਹੀਂ। ਹੁਣ ਇੱਥੇ ਜਿਹੜਾ ਸ਼ਬਦ ਹੈ ਦਾਤੀ ਸਾਹਿਬ ਸੰਦੀਆਂ
क्या चलै तिस नाल, एक जगंदे ना लैन एक सुत्तियां दे उठाल। 3 श्लोक मैं सिर्फ होर कहांगा। नदर की है? महाराज बहुत जोर गुरु नानक साहब नदर ते दिंदे आ। नदर चंगी भी है, नदर मंदी भी है। बाबा जी ने तो मैं क्या आप जी ने शब्द सुनाया भी तू बख्शिश करें तेरी नदर नाल, जिन्हों कुछ पता उन्होंने मिल जाता है। तेरी नज़र नाल पातशाहियां मिलदियां ने, पर जे किते तेरी नज़र पुठी हो जाए पातशाह मंगते बन जाते हैं। तो इहो जे मंगते बनते उन्होंने रोटी भी कोई नहीं देता। नदर उपट्ठी जे करे सुल्ताना काहो कराएंदा दर मंगण भिखना। वो बंदे की भी नज़र है ना, ये भावें ना भी बोले अखां बोलदियां ने। एक उर्दू का विद्वान कहता नज़र ऊपर उठी तो दुआ बन गई, नदर नीची हुई तो हया बन गई। चलो आप शब्द असल च गुरु ग्रंथ साहब शब्द नदर है, पर उंज ये लफ्ज़ सही जिहड़ा फारसी चो नज़र आउंदा है। नज़र ऊपर उठी तो दुआ बन गई, नज़र नीची हुई तो हया बन गई। जदों अखां नीवियां कर आप कहने शर्मा गया। नज़र तिरछी हुई तो हया बन गई। जरा टेढ़ा टेढ़ा वेखदा चेते रखो इल्त करेगा कोई ना कोई। उर्दू का विद्वान कहता नज़र ऊपर उठी तो दुआ बन गई, नज़र नीची हुई तो हया बन गई, नज़र तिरछी हुई तो अदा बन गई, नज़र उल्ट गई तो कजा बन गई। अखां पुठियां हो गया समझो मर गया। मैं बेनती करांगा गुरु साहब ने 3 श्लोक ने, उन्हां दी व्याख्या उंज वैसे श्लोक 2 वारी आउंदे ने गुरु ग्रंथ साहब। एक बचन है महाराज जी का हंसां देख तरंदियां, वडहंस की वार विच भी आउंदा ते श्लोकां विच आउंदा। इत्थे भी नदर दी गल है। हंसां देख तरंदियां बग्गां पे आया चाओ पी पे, ये दोनों पाठ होंदे आ। इत्थे हंस का अर्थ करांगे सचमुच ब्रह्म ज्ञानी सतपुरुष परमात्मा च अभेद। उन्होंने देख के बगलियां नूं भी चाह चढ़ गया। बगला खंभां दी रीस कर लेगा, पानी दी रीस कर लेगा, पर तरेगा कित्थों? तरना गुण तो रब ने देना। हंसां देख तरंदियां बग्गां पे आया चाओ, डुब मुवे बग बपड़े, डूब भी आउंदा है जी। डुब मुवे बग बपड़े, सिर तल ऊपर पाऊं। सिर पानी च पैर उत्ते, बेचारा रीस करदा ही मर गया। हुण अगला शब्द अगला श्लोक है मैं जानिया वडहंस है तां मैं कीता संग। ये तां मैं किया ते कीता 2 पाठ, मैं तां दोनों शब्द बोली जाना। मैं समझिया हुण जदों बंदे किसी नूं रूहानीयत दे नां ते, रब दे नां ते, बाणी दे नां ते कोई प्रभावित करके धोखा देंदा है, उदों फिर पछता के बंदा कहंदा जे मैनूं पता हुंदा ये बगला है तो मैं ये नेड़े कदी टुकदा ना। मैं समझिया बड़ा महापुरख है, बड़ा हंसदार ते पहुंचिया। मैं जानिया वडहंस है तां मैं किया संग, जे जाना बग बपड़ा ता जन्म ना भेड़ी देंदी। दोनों पाठ तां जन्म ना देंदी अंग। जे मैनूं पता हुंदा भी ये बगला है तो मैं इनू हाथी क्यों लांदा, ये नेड़े ना टुकदा। हुण देखो इन्नियां गल्लां हो गईयां, बगले नूं पखंडी नूं माड़ा किया। वाह मेरे बाबा तेरी नदर की व्याख्या बड़ी व्याखी विलखण। ये पहला है भी इन्हें धोखा दिता, मैं वडहंस जानिया, ये रीसी भेखी निकलिया। अगे फिर गुरु नानक साहब कहते ने क्या हंस क्या बगला जाको। इत्थे पाठ धरे करना करे नहीं करना। जिहड़ा बाबा जी का श्लोक उत्ते धरे है करे नहीं, करे दूजी थां ते। गुरु साहब नदर की व्याख्या करते कहते आ कि सच्ची मुच्ची पखंडी भेखी मंदकर्मी धर्म के नां ते पाप करदा है, पर चेते रखियो ओदी नदर बड़ी बलवान जे। वो कां गंदगी खाण वाले नूं, बगला औगण इकट्ठे करन वाले नूं जदों नदर करदा है तो उस बगले नूं भी हंस बना दिंदा है। क्या हंस क्या बगला जाको नदर धरे, जे तिस जो तिस पाठ। जो तिस भावै नानका कागों हंस करे, ओदी नदर हो जाए तो काले कावां नूं भी वो हंस बना दिंदा है। इत्थे महाराज कहंदे आ कि परमात्मा तिस निस्तारै वो तरेगा जाको नदर करे। अगे महाराज कहने नाणा, इत्थे नाणे शब्द नाण है, नाणा हो गया जी दुलावन। नाण है
ਰਵਤ ਰਹਿ ਘਟ ਅੰਤਰ, ਨਾਣੇ ਅੱਖਰ ਰਾਈ। ਸਾਹਿਬ ਕਹਿੰਦੇ ਰਵਤ ਦਾ ਅਰਥ ਹੈ ਰਮਿਆ ਹੋਇਆ, ਸਮਾਇਆ ਹੋਇਆ। ਘਟ ਦਾ ਅਰਥ ਹੈ ਹਿਰਦਾ, ਅੰਤਰ ਦਾ ਅਰਥ ਹੈ ਵਿੱਚ। ਨਾਣਾ ਰਵਤ ਰਹਿ ਘਟ ਅੰਤਰ, ਨਾਣੇ ਅੱਖਰ ਰਹੀ ਕਹਿੰਦੇ ਨੇ ਜਿਸ ਗੁਰਮੁਖ ਦੇ ਹਿਰਦੇ ਵਿੱਚ ਰੱਬ ਵਸ ਜਾਵੇ। ਰਵਤ ਦਾ ਅਰਥ ਕਹਾਂਗੇ ਟਿਕ ਗਿਆ। ਉਹ ਕੀ ਕਰਦਾ ਜੀ? ਮਹਾਰਾਜ ਕਹਿੰਦੇ ਨੇ ਫਿਰ ਉਹ ਇਹ ਕੰਮ ਕਰਦਾ, ਹਰ ਗੁਣ ਗਾਵੇ ਸੋਈ। ਜਿਹਦੇ ਧੁਰ ਅੰਦਰ ਹੋਵੇਗਾ ਉਹ ਮੂੰਹ ਤੋਂ ਉਹਦੇ ਗੁਣ ਗਾਏਗਾ। ਹਰ ਗੁਣ ਗਾਵੇ ਸੋਈ, ਜੋ ਉਹਦੇ ਅੰਦਰ ਹੈ ਉਹ ਮੂੰਹ ਚੋਂ ਨਿਕਲੇਗਾ। ਇਹੀ ਕਾਰਨ ਕਿ ਜੋ ਧੁਰ ਹੁੰਦਾ ਹੈ ਉਹ ਮੂੰਹ ਚੋਂ ਨਿਕਲਦਾ। ਭਾਈ ਸਾਹਿਬ ਕਹਿੰਦੇ ਆ ਗੁਰਦਾਸ ਜੀ ਕਿ ਸਾਡਾ ਸਰੀਰ ਇੱਕ ਗੰਗਾ ਸਾਗਰ ਸੁਰਾਈ ਹੈ। ਸੁਰਾਈ ਦੀ ਇੱਕ ਟੂਟੀ ਹੈ। ਜੋ ਕੋਈ ਸੁਰਾਈ ਚ ਪਾਇਆ ਟੂਟੀ ਨੇ ਉਹ ਬਾਹਰ ਕੱਢਣਾ। ਇਸ ਤਰ੍ਹਾਂ ਜੀ ਜੋ ਅੰਦਰ ਪਾਇਆ ਉਹ ਨਿਕਲੇਗਾ। ਆ ਮੂੰਹ ਸਾਡਾ ਟੂਟੀ ਹੈ, ਅੰਦਰ ਸਾਡਾ ਸੁਰਾਈ ਹੈ। ਜਿਵੇਂ ਤੁਸੀਂ ਸੁਰਾਈ ਦੇ ਵਿੱਚ ਅੰਮ੍ਰਿਤ ਪਾ ਦਿਓ ਤੇ ਟੂਟੀ ਜ਼ਹਿਰ ਨਹੀਂ ਬਣਾਏਗੀ, ਜੇ ਅੰਦਰ ਜ਼ਹਿਰ ਬਣਾਇਆ ਤੇ ਟੂਟੀ ਅੰਮ੍ਰਿਤ ਨਹੀਂ ਬਣਾਏਗੀ। ਜਿਹਦੇ ਅੰਦਰ ਰੱਬ ਜੀ ਵਸ ਜਾਏ ਉਹਦੀ ਜ਼ਬਾਨ ਦੀ ਟੂਟੀ ਵਿੱਚੋਂ ਵੀ ਰੱਬ ਦਾ ਨਾਮ ਨਿਕਲਦਾ ਹੈ। ਸਿੱਧੀ ਬਾਤ ਕਿ ਜਿਹਦੇ ਅੰਦਰ ਵਸ ਗਿਆ, ਹਰ ਗੁਣ ਗਾਵੇ ਸੋਈ, ਉਹ ਪਰਮਾਤਮਾ ਦੇ ਗੁਣ ਗਾਉਂਦਾ ਹੈ। ਗੁਰੂ ਸਾਹਿਬ ਕਹਿੰਦੇ ਆ ਜੋ ਜੀ ਹੋਏ ਸੋ ਉਗਵੇ, ਕਿਉਂਕਿ ਜੇ ਅੰਦਰ ਨਾਮ ਹੈ ਤੇ ਗੁਣ ਹੀ ਗਾਏਗਾ। ਜਿਹਦੇ ਅੰਦਰ ਆ ਜਾਓ ਤਾਂ ਕਹਿੰਦਾ ਸਾਰੇ ਗਾਓ, ਗਾਓ ਗਾਓ ਰੀ ਦੁਲਹਨੀ, ਮੰਗਲ ਚਾਰਾ ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ। ਇਹਦਾ ਅਰਥ ਮੇਰੇ ਹਿਰਦੇ ਚ ਆ ਗਿਆ, ਗਾਓ ਸਾਰੇ ਗੁਣ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਕਿਹੜੇ ਮੰਦਰਾਂ ਦੇ ਟੱਲ ਖੜਕਾਉਂਦੇ ਹੋ? ਮੇਰਾ ਸਰੀਰ ਹੀ ਰੱਬ ਦਾ ਮੰਦਰ ਬਣ ਗਿਆ। ਇਹਨੂੰ ਗੁਰੂ ਸਾਹਿਬ ਕਹਿ ਰਿਹਾ ਨਾਣਾ ਰਵਤ ਰਹਿ ਘਟ ਅੰਤਰ, ਹਰ ਗੁਣ ਗਾਵੇ ਸੋਈ। ਮਹਾਰਾਜ ਕਹਿੰਦੇ ਨੇ ਆਪੇ ਆਪ ਮਿਲਾਏ ਕਰਤਾ। ਉਹ ਜਦੋਂ ਨਦਰ ਕਰਦਾ ਆਪਣੇ ਆਪੇ ਨਾਲ ਆਪਾ ਮਿਲਾ ਲੈਂਦਾ। ਸਾਡਾ ਆਪਾ ਉਹਦਾ ਆਪਾ ਕੋਈ ਵੱਖ ਥੋੜਾ ਨੇ। ਇੱਕ ਹਉਮੈ ਦੀ ਕੂੜ ਦੀ ਪਾਲ ਹੈ ਜਿਹੜੀ ਐਵੇਂ ਵਿੱਥ ਪਾਈ ਬੈਠੀ। ਆਪੇ ਆਪ ਮਿਲਾਏ ਕਰਤਾ, ਉਹ ਆਪਣੇ ਆਪ ਖਿੱਚ ਪਾ ਕੇ ਜੀਵ ਨੂੰ ਮਿਲਾ ਲੈਂਦਾ। ਮਹਾਰਾਜ ਕਹਿੰਦੇ ਨੇ ਪੁੰਨ ਰੱਬ ਜਨਮ ਨਾ ਕੋਈ, ਇਹੋ ਜਿਹੇ ਅਭੇਦ ਹੋਏ ਨੂੰ ਦੁਬਾਰਾ ਜਨਮ ਮਰਨ ਵਿੱਚ ਨਹੀਂ ਪੈਣਾ ਪੈਂਦਾ। ਪੁੰਨ ਰੱਬ ਦਾ ਅਰਥ ਦੁਬਾਰਾ ਨਹੀਂ ਆਏਗਾ। ਹਾਂ ਫਿਰ ਆਪਾਂ ਮੈਂ ਕੱਲ ਵੀ ਕਿਹਾ ਗੁਰੂ ਸਾਹਿਬ ਆਏ, ਇਹ ਕਾਹਦੇ ਲਈ ਆਏ? ਉੱਥੇ ਮਹਾਰਾਜ ਕਹਿੰਦੇ ਨੇ ਉਹ ਕਰਮ ਭੋਗਣ ਨਹੀਂ ਆਏ। ਉਹ ਆਏ ਨੇ ਜਨ ਆਵਨ ਕਾ ਇਹ ਹੈ ਸੁਭਾਓ, ਜਨ ਕੈ ਸੰਗ ਚੇਤਾਵੈ ਨਾ। ਉਹਦੇ ਆਉਣ ਦਾ ਪੁਨਰਪ ਜਨਮ ਨਾ ਹੋਈ। ਅਖੀਰਲਾ ਅੱਜ ਦਾ ਇਹ ਬਚਨ ਦੋ ਤਤੈ ਤਾਰੂ ਭਵਜਲ ਹੋਵਾ। ਤੱਤੇ ਅੱਖਰ ਹੀ ਮਹਾਰਾਜ ਕਹਿੰਦੇ ਤਾਰੂ ਦਾ ਲਫ਼ਜ਼ੀ ਅਰਥ ਹੈ ਜਿਹਨੂੰ ਤਰਿਆ ਜਾਣੇ, ਜਿਹ 'ਚ ਪਾਣੀ ਹੈ। ਭਵਜਲ ਦਾ ਅਰਥ ਆਪਾਂ ਜਾਣਦੇ ਹਾਂ ਖਤਰਨਾਕ ਸਮੁੰਦਰ ਸੰਸਾਰ। ਤੱਤੈ ਤਾਰੂ ਭਵਜਲ ਹੋਵਾ। ਪਰਮਾਤਮਾ ਇਹ ਤਰਨ ਵਾਲਾ ਸੰਸਾਰ ਸਮੁੰਦਰ ਤੂੰ ਬਣਾਇਆ, ਤਾ ਕਾ ਅੰਤ ਨਾ ਪਾਇਆ। ਇਹਦਾ ਵੀ ਅੰਤ ਕੋਈ ਨਹੀਂ, ਇਹਦਾ ਅੰਤ ਨਹੀਂ ਪਾਇਆ ਜਾ ਸਕਦਾ। ਜੋ ਤੂੰ ਸੰਸਾਰ ਭਵ ਸਾਗਰ ਬਣਾਇਆ ਹੈ, ਨਾ ਤਰ ਨਾ ਤੁਲਹਾ ਹਮ ਬੂਢਸ। ਇਹਦੇ ਵਿਸ਼ਰਾਮ ਦਿਆਂਗੇ ਅਰਥ ਸੌਖੇ ਹੋ ਜਾਣਗੇ। ਇਹ ਤਰਨ ਵਾਲਾ ਭਵ ਸਾਗਰ ਹੈ। ਤੇ ਮਹਾਰਾਜ ਕਹਿੰਦੇ ਨੇ ਪਰਮਾਤਮਾ ਇਹਦੀ ਡੂੰਘਾਈ ਦਾ ਵੀ ਅੰਤ ਕੋਈ ਨਹੀਂ। ਪਤਾ ਨਹੀਂ ਕਿੰਨਾ ਕੁ ਗਹਿਰਾ ਤੂੰ ਸਮੁੰਦਰ ਬਣਾਇਆ। ਨਾ ਤਰ, ਇੱਥੇ ਤਰ ਦਾ ਅਰਥ ਕਰਾਂਗੇ ਬੇੜੀ। ਨਾ ਤਾਂ ਮੇਰੇ ਕੋਲ ਕੋਈ ਬੇੜੀ ਹੈ ਤਰ ਲਈ, ਨਾ ਤੁਲਹਾ ਆਪਾਂ ਸਮਝਦੇ ਜੋ ਮੋੜੇ ਪਾ ਕੇ ਜਿਹੜਾ ਬਣਾਉਂਦੇ ਸਾਂ। ਕਹਿੰਦੇ ਨਾ ਬੇੜੀ ਕਹਿ, ਨਾ ਮੇਰੇ ਕੋਲ ਤੁਲਕਾ ਕਹਿ, ਖਮ ਬੂਢਸ। ਅਸੀਂ ਡੁੱਬ ਗਏ ਹਾਂ, ਮੇਰੇ ਤੋਂ ਤਰਿਆ ਨਹੀਂ ਜਾਣਾ। ਹੁਣ ਇੱਕ ਕਿਰਪਾ ਕਰ, ਤਾਰ ਲੇਹ। ਹਾਏ ਨੂੰ ਸਿਆਰੀ ਤਾਰ ਲੇਹ, ਤਾਰਨ ਰਾਇਆ। ਸੋਹਣੇ ਪ੍ਰਮਾਤਮਾ ਤਾਰਨ ਵਾਲਿਆ, ਇਹ ਭਵ ਸਾਗਰ ਅਤ ਦਾ ਡੂੰਘਾ ਹੈ, ਮੇਰੇ ਤੋਂ ਤਰਿਆ ਨਹੀਂ ਜਾਣਾ। ਨਾ ਮੇਰੇ ਕੋਲ ਨਾਮ ਦੀ ਬੇੜੀ, ਨਾ ਮੇਰੇ ਕੋਲ ਮਲਾਹ ਕੋਈ। ਤੂੰ ਇੱਕ ਕਿਰਪਾ ਕਰ, ਮੈਨੂੰ ਤਾਰ ਲੈ ਤਾਰਨ ਵਾਲਿਆ, ਤੇਰੇ ਤੋਂ ਬਿਨਾਂ ਮੈਂ ਤਰ ਨਹੀਂ ਸਕਦਾ। ਇਹਨੂੰ ਇਹ ਸ਼ਬਦ ਵਰਤੋ, ਲੋਭ ਲਹਿਰ ਅਤ ਨੀਚਰ ਬਾਜੈ, ਕਾਇਆ ਡੂਬੈ ਕੇਸ਼ਵਾ। ਡੁੱਬ ਚੱਲਿਆ ਹਮ ਬੂਢਸ। ਚਲੋ ਇੱਥੇ ਭਾਵੇਂ ਬੱਬਾ ਅਗੇਤਰ ਲੱਗਾ ਨਾ ਜੀ, ਅਰਥੇ ਦੇ ਡੁੱਬਣੇ ਹੀ ਕਰਨੇ ਨੇ। ਡੂਬੋ ਵੀ ਆਉਂਦਾ, ਬੂਢੋ ਵੀ ਆਉਂਦਾ। ਹਮ ਬੂਢਸ
ਲੋਭ ਲਹਿਰ ਅਤ ਨੀਚਰ ਬਾਜੈ, ਕਾਇਆ ਡੂਬੈ ਕੇਸ਼ਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਮੋਕੋ ਤਾਰ ਲੈ ਰਾਮਾ ਤਾਰ ਲੈ, ਮੈਂ ਅਜਾਨ ਜਨ ਤਰਬੈ ਨਾ ਜਾਨੂ, ਬਾਪ ਬੀਠਲਾ ਬਾਂਹ ਦੇ ਮੈਨੂੰ ਤਾਰ ਲੈ ਮੇਰੇ ਮਾਲਕ, ਤੂੰ ਕਿਰਪਾ ਕਰ ਮੈਂ ਡੁੱਬਣਾ ਪਿਆ ਵਾਂ। ਇਸੇ ਨੂੰ ਗੁਰੂ ਨੇ ਕਿਹਾ, ਹਮ ਡੋਲਤ ਬੇੜੀ ਪਾਪ ਭਰੀ ਹੈ, ਪਵਨ ਲੱਗੈ ਮਤ ਜਾਈ, ਗੁਰ ਤਾਰ ਤਾਰਨ ਹਾਰਿਆ। ਕਿਉਂਕਿ ਗੁਰੂ ਤਾਰਨਹਾਰਾ ਹੈ। ਤੁਸੀਂ ਕਿਰਪਾ ਕਰੋ ਮੈਨੂੰ ਤਾਰ ਲਓ। ਸਿਰਫ ਇੱਕ ਉਦਾਹਰਨ ਨਿੱਕੀ ਜੀ ਦੇ ਕੇ ਆਪਣੇ ਆਪ ਨੂੰ ਨਹੀਂ ਤਰਿਆ ਜਾਣਾ। ਬਾਬਾ ਸਾਹਿਬ ਦਾ ਇੱਕ ਸ਼ਬਦ ਹੈ, ਲੰਮੀ ਲੰਮੀ ਨਦੀ ਵਹਿ ਕੰਧੀ ਕੇਰੇ ਖੇਤ। ਇਹ ਸੰਸਾਰ ਕਿੱਡੀ ਕੁ ਲੰਮੀ ਨਦੀ। ਦੋ ਸ਼ਲੋਕ ਨੇ। ਪਹਿਲਾਂ ਇਹ, ਦੁੱਖਾਂ ਸੇਤੀ ਦਿਉ ਗਿਆ, ਸੋਲਾਂ ਸੇਤੀ ਰਾਤ, ਖੜਾ ਪੁਕਾਰੈ ਪਾਤਨੀ ਬੇੜਾ, ਕੱਪਰਵਾਤ। ਮਿੰਟ ਮੈਂ ਤੁਹਾਡੇ ਯਾਦੇ ਲੈ ਗਿਆ, ਬਸ ਹੁਣ ਦਿਨ ਵੀ ਤੇ ਨਹੀਂ ਰਹਿ ਗਏ। ਪਲੀਜ਼ ਮੈਨੂੰ ਜ਼ਰੂਰ ਤੁਸੀਂ ਮਾਫ ਕਰੋਗੇ। ਮੈਂ ਵੀ ਹਰ ਸਾਲ ਦਾ ਦੀ ਢੀਠ ਜਿਹਾ ਬਣ ਗਿਆ ਵਾ, ਖਿੱਚੀ ਲੈ ਜਾਣਾ। ਮੈਂ ਪਤਾ ਬਹਿ ਗਿਆ ਹੁਣ, ਅੱਗੋਂ ਮੈਂ ਕਿਤੇ ਕਿਸੇ ਚੁੱਕਣਾ ਕੋਈ ਨਹੀਂ। ਖੱਬੇ ਸੱਜੇ ਵੇਖਣਗੇ ਵਿਚਾਰੇ ਵਰ ਛਰ ਜੂਗਾ। ਹੁਣ ਦੁੱਖਾਂ ਸੇਤੀ ਦਿਓ ਗਿਆ, ਸੂਲਾਂ ਸੇਤੀ ਰਾਤ। ਬਾਬਾ ਜੀ ਦਾ ਬਚਨ ਬੜਾ, ਇਹ ਵੀ ਰਮਜ ਭਰੇ ਬਚਨ ਨੇ। ਜਿਹੜੇ ਵਕਾਰਾਂ ਦੇ ਦੁੱਖ ਤੂੰ ਦਿਨੇ ਭੋਗਣਾ ਪਿਆ, ਸੁੱਖ ਜਾਣ ਕੇ ਰਾਤ ਨੂੰ ਲੰਮਾ ਪਈ ਤੈਨੂੰ ਸੂਲਾਂ ਦੀ ਤਰ੍ਹਾਂ ਚੁੱਭਣਗੇ। ਦੁੱਖਾਂ ਸੇਤੀ ਦਿਉ ਗਿਆ, ਸੂਲਾਂ ਸੇਤੀ ਰਾਤ, ਖੜਾ ਪੁਕਾਰੈ ਪਾਤਨੀ। ਪਾਤਨੀ ਸਮਝਨੇ ਆ ਜੀ, ਪੱਤਨ ਤੇ ਖਲੋਤਾ ਮਲਾ। ਇਹਦਾ ਮਤਲਬ ਗੁਰੂ ਆਵਾਜ਼ਾਂ ਮਾਰ ਕੇ ਕਹਿੰਦਾ, ਬੰਦਿਆ ਬੇੜਾ ਕੱਪਰਵਾਤ, 8 ਪੈਰ ਨਿਕਲ ਗਏ, ਤੇਰਾ ਬੇੜਾ ਫਿਰ ਡੁੱਬ ਚੱਲੇ। ਦੁੱਖਾਂ ਸੇਤੀ ਦਿਉ ਗਿਆ, ਸੂਲਾਂ ਸੇਤੀ ਰਾਤ, ਖੜਾ ਪੁਕਾਰੈ ਪਾਤਨੀ ਬੇੜਾ ਕੱਪਰਵਾਤ। ਅੱਗੇ ਹੈ, ਲੰਮੀ ਲੰਮੀ ਨਦੀ ਵਹਿ ਕੰਧੀ ਕੇਰੇ ਖੇਤ, ਬੇੜੇ ਨੂੰ ਕੱਪਰ ਕਿਆ ਕਰੇ ਜੋ ਪਾਤਨ ਰਹੇ ਸੁਚੇਤ। ਜੇ ਗੁਰੂ ਮਲਾ ਨੂੰ ਬੇੜੀ ਪਕੜਾ ਦੇ ਫਿਰ ਕੋਈ ਨਹੀਂ ਡੁੱਬਦੀ। ਮਹਾਰਾਜ ਕਹਿੰਦੇ ਤੂੰ ਤਾਰ ਲੈ। ਸੱਚੀ ਮੁੱਚੀ ਸਿੱਖਾਂ ਨੇ ਬੇੜੀਆਂ ਦਿੱਤੀਆਂ ਗੁਰੂ ਨੇ। ਭਾਈ ਮਨਸੁਖ ਨੇ ਬੇੜਾ ਦੇ ਦਿੱਤਾ, ਭਾਈ ਮੱਖਣ ਸ਼ਾਹ ਨੇ ਦਿੱਤਾ। ਉਸ ਮੁਸਲਮਾਨ ਵੀਰ ਨੂੰ ਜਿਹੜਾ ਝੌਂਪੜੀ 'ਚ ਰਹਿੰਦਾ, ਜਿਹਦੇ ਨਾਂ ਤੇ ਪਿੰਡ ਹੈ, ਜਿਹਦੇ ਘਰ ਵਿੱਚ ਰੋਟੀ ਵੀ ਗਰੀਬੀ ਦਾਵੇ ਦੀ ਹੈ, ਭਾਈ ਸੈਦਾ, ਗੁਰੂ ਗੋਬਿੰਦ ਸਿੰਘ ਨੂੰ ਬੇੜੀ 'ਚ ਬਿਠਾਉਂਦਾ, ਪਾਰ ਕਰ ਦਿੰਦਾ। ਜਦੋਂ ਪਾਰ ਕਰਦਾ ਤੇ ਨੀਲੇ ਦਾ ਸ਼ਾਹ ਸਵਾਰ ਸ਼ਹਿਨਸ਼ਾਹ ਪਾਤਸ਼ਾਹ ਸਿੱਖ ਨੂੰ ਕਹਿੰਦਾ, ਜੋ ਮੰਗਦਾ ਸੋਨੇ ਦੀਆਂ ਮੋਹਰਾਂ ਦੇ ਥੈਲੀ ਕੱਢ ਕੇ। ਉਹ ਕਹਿੰਦਾ, ਨਹੀਂ ਨਹੀਂ, ਤੇਰੀ ਮੇਰੀ ਜਾਤ ਇੱਕੋ, ਨਾ ਲਈਦਾ ਨਾ ਦਈਦਾ ਹੈ। ਮਹਾਰਾਜ ਕਹਿੰਦੇ, ਜਾਤ ਤੂੰ ਆ ਰੋਟੀ ਖਾਣਾ ਬੇੜੀ ਚਲਾ ਕੇ? ਕਹਿੰਦਾ, ਨਹੀਂ ਨਹੀਂ, ਮੈਨੂੰ ਪਤਾ ਤੁਸੀਂ ਵੀ ਮਿਲਾ ਮੈਂ ਵੀ ਮਿਲਾ। ਮਹਾਰਾਜ ਕਹਿੰਦਾ, ਮੈਂ ਕਿੱਥੇ ਬੇੜੀ ਚਲਾਨਾ? ਕਹਿੰਦਾ, ਬਸ ਇਹੀ ਤਾਂ ਅਗਿਆਨਤਾ ਦਾ ਪਰਦਾ ਪੈ ਗਿਆ ਸਾਡੀਆਂ ਅੱਖਾਂ ਤੇ। ਅਸੀਂ ਲੱਕੜ ਦੀਆਂ ਬੇੜੀਆਂ ਨਾਲ ਪਾਰ ਕਰਨੇ ਆ, ਤੂੰ ਚਰਨਾਂ ਦੀ ਬੇੜੀ ਬਣਾ ਕੇ ਪਾਰ ਕਰ ਦੇਣਾ। ਮਹਾਰਾਜ ਕਹਿੰਦਾ, ਕੁਝ ਮੰਗ। ਕਹਿੰਦਾ, ਦਿਓਗੇ? ਕਹਿੰਦੇ, ਦੱਸੋ। ਕਹਿੰਦਾ, ਇੱਕ ਦਿਨ ਤੁਸੀਂ ਮੇਰੇ ਕਾਟ ਤੇ ਅੱਜ ਆਏ? ਮਹਾਰਾਜ ਕਹਿੰਦੇ, ਹਾਂ ਆਏ। ਕਹਿੰਦਾ, ਮੈਂ ਕੋਈ ਪੈਸਾ ਨਹੀਂ ਲਿਆ, ਭਵ ਸਾਗਰ ਮੈਂ ਦਰਿਆ ਪਾਰ ਕੀਤਾ। ਕੱਲ ਨੂੰ ਮੌਤ ਵੇਲੇ ਤੇਰੇ ਘਾਟ ਤੇ ਆਉਣਾ ਹੈ, ਮੇਰੇ ਕਰਮ ਨਾ ਵਿਚਾਰੀ, ਤੂੰ ਮੈਨੂੰ ਵੀ ਪਾਰ ਕਰ ਦੇ। ਇਹਦੇ ਹਿੰਦੀ ਸ਼ਬਦ ਨੇ ਜੀ ਬਾਂਗਰੂ 'ਚ, ਥਾਰੀ ਯਾਰ ਮਾਰੀ ਕੋਈ ਜਾਤ ਨਾ ਨਿਆਰੀ ਨਾਥ। ਸੈਦਾ ਬੋਲਦਾ, ਥਾਰੀ ਯਾਰ ਮਾਰੀ ਕੋਈ ਜਾਤ ਨਾ ਨਿਆਰੀ ਨਾਥ, ਖੇਵਟੀ ਕੇ ਕਰਮ ਕੋਈ ਨੀਕੈ ਕੇ ਵਿਚਾਰੀਐ, ਮਾਰੇ ਘਾਟ ਆਏ ਤੋਏ ਪਾਰ ਚਾ ਉਤਾਰਾ ਨਾ ਥਾ, ਥਾਰੇ ਘਾਟ ਆਉਂ ਮੋਏ ਪਾਰ ਚਾ ਉਤਾਰੀਏ। ਬਸ ਤੇਰੇ ਘਾਟ ਤੇ ਗਿਆ। ਬਸ ਕਹਿੰਦੇ ਆ, ਕਿਰਪਾ ਕਰ ਤਾਰ ਲਹਿ ਤਾਰ ਲੇਹ ਤਾਰਨ ਰਾਇਆ। ਅੱਗੇ ਸਤਿਗੁਰੂ ਕਹਿੰਦੇ, ਥਥੈ ਥਾਨ ਥਨੰਤਰ ਸੋਈ। ਥਾਨ ਤੇ ਥਨੰਤਰ ਦੋ ਸ਼ਬਦ ਨੇ। ਇਹਦੇ ਵੀ ਅਰਥ, ਭਾਵਾਂ ਕਿ ਨੰਨੇ ਨੂੰ ਸਿਹਾਰੀ ਲੱਗੀ ਥਾਨ ਵਿੱਚ, ਥਨੰਤਰ ਫਿਰ ਅਰਥ ਕਰੇਗਾ ਥਾਨ ਅੰਤਰ, ਥਾਨ ਦੇ ਅੰਦਰ, ਥਾਂ ਦੇ ਅੰਦਰ। ਥਥੈ ਥਾਨ ਥਨੰਤਰ ਸੋਈ, ਥਾਂ ਵਿੱਚ ਵੀ ਤੇ ਥਾਂ ਦੇ ਬਾਹਰ ਵੀ, ਪੱਤਿਆਂ ਵਿੱਚ ਤੇ ਜੜ੍ਹਾਂ ਵਿੱਚ ਵੀ। ਮਹਾਰਾਜ ਕਹਿੰਦੇ ਨੇ, ਉਹ ਪਰਮਾਤਮਾ ਜਾ ਕਾ ਕੀਆ ਸਭ ਹੋਵਾ, ਜਿਹਦਾ ਕੀਤਾ ਸਭ ਕੁਝ ਹੋਇਆ, ਸਭ ਕੁਝ ਉਹਦਾ ਕੀਤਾ ਹੈ। ਕਿਆ ਭਰਮ ਕਿਆ ਮਾਇਆ ਕਹੀਏ, ਜੋ ਤਿਸ ਭਾਵੈ ਸੋਈ ਪਲਾ। ਇਹ ਵੇਖੋ, ਇਹ ਤੁਕ ਜਿਹੜੀ ਏ, ਕੱਲ ਨੂੰ ਫਿਰ ਆਪਾਂ ਅੱਗੇ ਤੁਰਾਂਗੇ ਨਾ, ਲੜੀ ਛੱਡ ਦੇਣਾ ਤਾਂ ਮੈਂ। ਕੱਲ ਅਸੀਂ ਕਿਹਾ ਭਰਮ ਮਾਇਆ,
ਗੁਰੂ ਨਾਨਕ ਸਾਹਿਬ ਕਹਿੰਦੇ ਥਾਰੀਆਂ ਥਾਵਾਂ ਤੇ ਭਰਮ ਵਿੱਚ ਵੀ ਤੂੰ ਤੇ ਮਾਇਆ ਵਿੱਚ ਵੀ ਤੂੰ, ਜਿਹਦੇ ਉੱਤੇ ਤੂੰ ਬਖਸ਼ਿਸ਼ ਕਰ ਦਿੱਤੀ, ਜੋ ਤੂੰ ਕਰ ਦਿੱਤਾ ਭਲਾ ਹੀ ਭਲਾ। ਉਹ ਕਹਿੰਦਾ ਭਰਮ ਵੀ ਭਲਾ ਹੈ, ਮਾਇਆ ਵੀ ਭਲੀ ਹੈ, ਮਾਨ ਵੀ ਭਲਾ ਹੈ ਤੇ ਅਪਮਾਨ ਵੀ ਭਲਾ ਹੈ। ਇਹ ਕੱਲ ਨੂੰ ਆਪਾਂ ਵਿਚਾਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ